ਤੇ ਉਦੋਂ ਸੜਕ ਵੀ ਨਹੀਂ ਸੀ ਮੇਰੇ ਪਿੰਡ ਨੂੰ, ਤਾਂ ਕੋਈ ਸਕੂਲ ਵੀ ਪਿੰਡ 'ਚ ਹੈ ਨਹੀਂ ਸੀਗਾ, 10 ਕਿਲੋਮੀਟਰ ਦੂਰ ਜਾਣਾ ਪੈਂਦਾ ਸੀਗਾ। ਸੋ ਉਦੋਂ ਫਿਰ ਉਹ ਲੋਕਾਂ ਦੇ ਜਾਗਰੂਕ ਆਇਆ ਸਾਨੂੰ ਵੀ ਜਿਹੜੀ ਅਕਾਲੀ ਦਲ ਦੀ ਸਰਕਾਰ ਆਈ ਨੇ ਚੰਗੇ ਕੰਮ ਸ਼ੁਰੂ ਕੀਤੇ ਆ ਪਿੰਡਾਂ 'ਚ, ਹੋਰ ਚੰਗੇ ਕੰਮ ਕਰੇਗੀ ਆਉਣ ਵਾਲੇ ਸਮੇਂ 'ਚ। ਆਪਾਂ ਅਕਾਲੀ ਦਲ ਦੀ ਲੜਾਈ 'ਚ ਪੈ ਗਈ, ਇਹਦਾ ਤਾਂ ਜਿੱਤਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਉਹਦਾ ਨੁਕਸਾਨ ਸਾਨੂੰ ਪੰਜਾਬ ਦੇ ਵਿੱਚ ਬਹੁਤ ਵੱਡਾ ਹੋਇਆ। ਸਾਰੀ ਵੋਟ ਹੀ ਜਿਹੜੀ ਟ੍ਰਾਂਸਫਰ ਹੋਈ ਹੈ, ਤੁਸੀਂ ਕਿਸੇ ਹਲਕੇ 'ਚ ਨਿਗਾਹ ਮਾਰ ਲਓ, ਕਾਂਗਰਸ ਪਾਰਟੀ ਦੀ ਹੋਈ ਹੈ। ਕਾਂਗਰਸ ਪਾਰਟੀ ਦੀ ਵੋਟ ਉਦੋਂ ਸੀ ਆ ਤਾਂ ਉੱਥੇ ਸਿਮਰਜੀਤ ਮਾਨ ਦਾ ਜਿੱਤ ਜਾਣਾ ਕਾਰਨ ਮੂਸੇਵਾਲੇ ਦੀ ਮੌਤ ਦਾ ਹੈ ਜਾਂ ਫਿਰ ਕੋਈ ਹੋਰ ਕਾਰਨ ਜਿਸ ਕਰਕੇ ਉਹ ਦੋ ਕਾਰਨ ਹੈ। ਇੱਕ ਤਾਂ ਉੱਥੇ ਆਪ ਨੂੰ ਹਰਾਉਣਾ ਚਾਹੁੰਦੇ ਸੀ ਲੋਕ, ਉਹੀ ਗੱਲ ਕਿ ਨਿਰਾਸ਼ ਹੋ ਗਏ। ਹਲੇ ਮੁਸ਼ਕਲ ਤਾਂ ਨਹੀਂ ਕਹਿ ਸਕਦਾ, ਪਰ ਉਹਦੇ ਵਾਸਤੇ ਤੁਹਾਨੂੰ ਸਮਝ ਚਾਹੀਦਾ। ਬਾਸੀ ਸਾਹਿਬ, ਇੱਕ ਤਾਂ ਜਿਹੜੀ ਪਹਿਲਾਂ ਤੁਸੀਂ ਗੱਲ ਕੀਤੀ ਹੈ ਬਿਲਕੁਲ ਠੀਕ ਹੈ ਕਿ ਭਗਵੰਤ ਮਾਨ ਜੀ ਦੀ ਹਲੇ ਨੇਕ ਨੀਤੀ ਠੀਕ ਹੈ। ਸਿਕੰਦਰ ਸਿੰਘ ਮਲੂਕਾ ਸਾਹਿਬ ਸਟੂਡੀਓ ਵਿੱਚ ਪਹੁੰਚੇ, ਅਸੀਂ ਵੈਲਕਮ ਕਰਦੇ ਹਾਂ। ਮਲੂਕਾ ਸਾਹਿਬ, ਰਸਮ ਮੁਤਾਬਕ ਸਮੁੱਚੀ ਕਮਿਊਨਿਟੀ ਵੱਲੋਂ ਅਸੀਂ ਤੁਹਾਡਾ ਸਵਾਗਤ ਕਰ ਰਹੇ ਹਾਂ। ਵੈਲਕਮ ਟੂ ਟੋਰਾਂਟੋ ਸ਼ਹਿਰ 'ਚ। ਬਾਸੀ ਸਾਹਿਬ, ਤੁਹਾਡਾ ਵੀ ਤੇ ਸਾਰੇ ਬਾਸੀ ਸ਼ੋਅ ਦੇ ਗਾਉਂਦਾ ਪੰਜਾਬ ਦੇ ਸਰੋਤਿਆਂ ਦਾ ਸਾਰਿਆਂ ਦਾ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ। ਮਲੂਕਾ ਸਾਹਿਬ, ਤੁਹਾਡੀ ਕਿੰਨੀ ਉਮਰ ਸੀ ਜਦੋਂ ਤੁਸੀਂ ਸਿਆਸਤ ਦੇ ਵਿੱਚ ਆਏ? ਪੋਲੀਟੀਕਲ ਪਾਰਟੀ ਨੂੰ ਚੁਣਨ ਤੋਂ ਪਹਿਲਾਂ ਤੁਸੀਂ ਪਿੰਡ ਦੀ ਪੰਚਾਇਤ ਦੇ ਮੈਂਬਰ ਜਾਂ ਪਿੰਡ ਦੇ ਵਿੱਚ ਕੋਈ ਤੁਹਾਡੀ ਐਕਟੀਵਿਟੀ ਸੀ? ਸਕੂਲ ਕਾਲਜ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਪੋਲੀਟੀਕਲ ਫੀਲਡ ਨੂੰ ਚੁਣਿਆ? ਅਤੇ ਲਗਾਤਾਰ ਹੈਰਾਨੀ ਵਾਲੀ ਗੱਲ ਇਸ ਗੱਲ ਨੂੰ ਆ ਕਿਉਂਕਿ ਆਮ ਤੌਰ ਤੇ ਲੋਕ ਕਈ ਵਾਰ ਸਰਕਾਰ ਹਾਰ ਜਾਂਦੀ ਤੇ ਪਾਰਟੀ ਨੂੰ ਛੱਡ ਜਾਂਦੇ ਨੇ ਤੇ ਦੂਜੀ ਪਾਰਟੀ ਨੂੰ ਚਲ ਜਾਂਦੇ ਨੇ, ਪਰ ਤੁਸੀਂ ਜਿਸ ਪਾਰਟੀ ਨੂੰ ਜੁਆਇਨ ਕੀਤਾ ਉਸ ਪਾਰਟੀ ਦੇ ਨਾਲ ਵਫਾਦਾਰ ਆਏ ਹੋ। ਇਸ ਚੀਜ਼ ਦੀ ਸਾਨੂੰ ਦੱਸਦੇ ਖੁਸ਼ੀ ਹੈ ਅਤੇ ਇਸ ਚੀਜ਼ ਦੀ ਤੁਹਾਨੂੰ ਮੁਬਾਰਕ ਹੋਣੀ ਚਾਹੀਦੀ ਹੈ ਕਿ ਤੁਸੀਂ ਵਫਾਦਾਰ ਸਿਪਾਹੀ ਹੋ ਆਪਣੇ, ਜੀ ਹਾਂ, ਲੋਕਾਂ ਦੇ ਵਾਸਤੇ, ਦੇਸ਼ ਵਾਸਤੇ ਤੇ ਖਾਸ ਕਰਕੇ ਆਪਣੀ ਪਾਰਟੀ ਵਾਸਤੇ। ਬਾਸੀ ਸਾਹਿਬ, ਮੈਂ ਬੜੀ ਛੋਟੀ ਉਮਰ ਦੇ ਵਿੱਚ ਹੀ ਸਿਆਸਤ ਦੇ ਵਿੱਚ ਆ ਗਿਆ ਸੀ ਜੀ। ਪੜ੍ਹਦਿਆਂ ਹੋਇਆਂ ਵੀ ਉਦੋਂ ਜਦੋਂ ਕੋਈ ਸਾਧਨ ਨਹੀਂ ਸੀ ਹੁੰਦੇ, ਨਾ ਕੋਈ ਟੀਵੀ ਹੁੰਦਾ ਸੀ, ਰੇਡੀਓ ਵੀ ਕਿਸੇ ਕਿਸੇ ਘਰੇ ਹੁੰਦਾ ਸੀ, ਤੇ ਅਖਬਾਰ ਪਿੰਡਾਂ 'ਚ ਤੀਜੇ ਦਿਨ ਆਉਂਦਾ ਹੁੰਦਾ ਸੀ ਡਾਕ ਰਾਹੀਂ, ਕੋਈ ਸਾਧਨ ਨਹੀਂ ਸੀ। ਉਦੋਂ ਵੀ ਮੇਰਾ ਪੇਪਰ ਲਵਾਇਆ ਹੁੰਦਾ ਸੀ ਪੜ੍ਹਨ ਵਾਸਤੇ, ਪੜ੍ਹਦਿਆਂ ਹੁੰਦਿਆਂ ਵੀ। ਤੇ ਪਹਿਲੀ ਵਾਰ ਮੈਂ ਸਿਆਸਤ ਦੇ ਵਿੱਚ ਸਮਝ ਲਓ ਜਾਂ ਪਿੰਡ ਦੇ ਕੰਮਾਂ ਦੇ ਵਿੱਚ, ਇੱਕ ਕੋਪਰੇਟ ਸੋਸਾਇਟੀ ਹੈ ਸਾਡੇ ਪਿੰਡ, 6-7 ਪਿੰਡਾਂ ਦੀ ਸਾਂਝੀ ਸੋਸਾਇਟੀ ਸੀਗੀ ਕੋਪਰੇਟ ਦੀ, ਜਿਹੜੀ ਖਾਦ ਵੰਡਦੀ ਹੈ ਜਾਂ ਲੋਕਾਂ ਨੂੰ ਕਰਜ਼ੇ ਦਿੰਦੀ ਹੈ ਜੀ। ਉਹਦਾ ਮੈਂ ਪ੍ਰਧਾਨ ਬਣ ਗਿਆ ਸੀ ਪਹਿਲੀ ਵਾਰ 72 ਦੇ ਵਿੱਚ ਜੀ, 1972 ਦੇ ਵਿੱਚ। ਤੇ ਥੋੜੇ ਸਮੇਂ ਦੇ ਬਾਅਦ ਹੀ ਫਿਰ ਮੈਂ ਪਿੰਡ ਦਾ ਸਰਪੰਚ ਚੁਣ ਲਿਆ ਸੀ। ਲੋਕਾਂ ਨੇ, ਮੇਰੀ ਉਦੋਂ ਉਮਰ ਵੀ ਛੋਟੀ ਸੀ, ਮੈਂ ਨਹੀਂ ਸੀ ਪੂਰੀ ਉਮਰ, ਉਸ ਵੇਲੇ ਮੈਨੂੰ ਸਰਪੰਚ ਚੁਣ ਲਿਆ ਸੀ। ਫਿਰ ਉਸ ਤੋਂ ਬਾਅਦ ਐਮਰਜੈਂਸੀ ਆ ਗਈ, ਉਹਦੇ ਵਿੱਚ ਹਿੱਸਾ ਲਿਆ। ਫਿਰ ਤਾਂ ਉਸ ਤੋਂ ਬਾਅਦ ਤਾਂ ਫਿਰ ਚੱਲ ਹੀ ਹੈ। 77 ਦੇ ਵਿੱਚ ਗਵਰਨਮੈਂਟ ਆ ਗਈ ਪੰਜਾਬ ਦੇ ਵਿੱਚ। ਮੈਂ ਉਦੋਂ ਪਿੰਡ ਦਾ ਸਰਪੰਚ ਸੀ, ਬਹੁਤ ਸਾਰੇ ਪਿੰਡ ਦੇ ਕੰਮ ਕਰਾਏ ਉਦੋਂ, ਤਕਰੀਬਨ 80% ਕੰਮ ਮੈਂ ਉਦੋਂ ਹੀ ਕਰਵਾਤੇ ਸੀ ਜੀ। ਫਿਰ ਧਰਮਯੁੱਧ ਮੋਰਚਾ ਲੱਗਿਆ 4 ਅਗਸਤ 1982 ਨੂੰ ਜੀ। ਬਾਦਲ ਸਾਹਿਬ ਪਹਿਲਾ ਜਥਾ ਲੈ ਕੇ ਗਏ, ਮੈਂ ਉਹਦੇ ਨਾਲ ਗਿਆ। ਉਹਨਾਂ ਦੇ ਸਭ ਤੋਂ ਜ਼ਿਆਦਾ ਬੰਦੇ ਮੇਰੇ ਨਾਲ ਮੇਰੇ ਪਿੰਡ ਦੇ ਸੀਗੇ। ਸੋ ਉਸ ਤੋਂ ਬਾਅਦ ਤਾਂ ਫਿਰ ਮੁੜ ਕੇ ਪਿੱਛਾ ਨਹੀਂ ਵੇਖਿਆ। ਚੱਲ 4 ਸਾਲਾਂ ਦਿਨ ਆ ਗਏ ਨੇ, ਸਾਰਾ ਬੜਾ ਸੰਘਰਸ਼ ਵੀ ਕਰਨਾ ਪਿਆ, ਬੜਾ ਰਾਜ ਭਾਗ ਕਰਨ ਦਾ ਸਮਾਂ ਵੀ ਮਿਲਿਆ। ਸੋ ਉਤਰਾਅ ਚੜਾਅ, ਔਖੇ ਮਾੜੇ ਸਮੇਂ ਚੰਗੇ ਵੇਖਦਿਆਂ ਇਹ ਹੁਣ ਤੱਕ ਦਾ ਜਿਹੜਾ ਸਫ਼ਰ ਹੈ ਸਾਰਾ ਉਹ ਤੈਅ ਕੀਤਾ। ਐਸੀ ਤੁਸੀਂ ਇਸ ਸ਼੍ਰੋਮਣੀ ਅਕਾਲੀ ਦਲ ਨੂੰ ਜਦ ਕਿ ਦੂਜੀਆਂ ਪਾਰਟੀਆਂ ਵਿੱਚ ਸੀ, ਕਿਉਂ ਪੈਕ ਕੀਤਾ? ਕਿ ਇਸ ਪਾਰਟੀ ਨੂੰ ਜੁਆਇਨ ਕਰਨ ਦਾ ਮਕਸਦ ਤੁਹਾਡਾ ਕੀ ਸੀ? ਅਸਲ ਜਦੋਂ ਛੋਟੇ ਹੋਈਦਾ ਉਦੋਂ ਕੋਈ ਜਿਹੇ ਜਿਹਾ ਕੋਈ ਲੋਕ ਮਿਲ ਜਾਂਦੇ ਨੇ ਸੋਚ ਸਮਝ ਵਾਲੇ, ਉਸ ਪਾਸੇ ਬੰਦਾ ਕਈ ਵਾਰੀ ਤੁਰ ਜਾਂਦਾ। ਪਿੰਡਾਂ 'ਚ ਆਮ ਉਸ ਵੇਲੇ ਅਕਾਲੀ ਦਲ ਨੂੰ ਬਹੁਤ ਪਿਆਰ ਕੀਤਾ ਜਾਂਦਾ ਸੀ। ਅਕਾਲੀ ਦਲ ਨੂੰ ਲੋਕ ਚੰਗਾ ਸਮਝਦੇ ਸੀ, ਕਾਂਗਰਸ ਨੂੰ ਚੰਗਾ ਨਹੀਂ ਸੀ ਸਮਝਦੇ, ਭਾਵੇਂ ਜ਼ਿਆਦਾ ਚ ਰਾਜ ਕਾਂਗਰਸ ਪਾਰਟੀ ਨੇ ਕੀਤਾ ਸੀਗਾ। ਪਰ ਕਿਉਂਕਿ ਜਦੋਂ ਮੈਂ ਸਿਆਸਤ ਦੇ ਵਿੱਚ ਆਇਆ ਉਦੋਂ ਅਕਾਲੀ ਦਲ ਦੀ ਸਰਕਾਰ ਪੰਜਾਬ 'ਚ ਬਣ ਗਈ ਸੀ 67 ਦੇ ਵਿੱਚ ਪਹਿਲੀ ਵਾਰ। ਪੰਜਾਬੀ ਸੂਬਾ ਬਣ ਗਿਆ ਸੀ ਪਹਿਲੀ ਵਾਰ ਪੰਜਾਬ ਦੇ ਵਿੱਚ 67 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਬਣ ਗਈ ਸੀ। ਲੋਕਾਂ ਨੂੰ ਅਕਾਲੀ ਦਲ ਦੀ ਸਰਕਾਰ ਚੰਗੀ ਲੱਗਣ ਲੱਗ ਗਈ ਸੀਗੀ। ਸੋ ਇਸ ਕਰਕੇ ਮੈਨੂੰ ਅਕਾਲੀ ਦਲ ਦੀ ਸਰਕਾਰ ਚੰਗੀ ਲੱਗੀ, ਕਿਉਂਕਿ ਸ਼ੁਰੂਆਤ ਜਦੋਂ ਸਰਕਾਰ ਪਹਿਲਾਂ ਪੰਜਾਬ ਦੇ ਪਿੰਡਾਂ ਦੇ ਵਿੱਚ ਨਾ ਕਿਤੇ ਸੜਕ ਸੀ, ਨਾ ਕਿਤੇ ਬਿਜਲੀ ਸੀ, ਨਾ ਕਿਤੇ ਸਕੂਲ ਸੀ, ਨਾ ਕਿਤੇ ਪੀਣ ਵਾਲਾ ਪਾਣੀ ਸੀ। ਉਦੋਂ ਜਦੋਂ ਪਹਿਲੀ ਵਾਰ 67 'ਚ ਸਰਕਾਰ ਬਣੀ ਸਰਦਾਰ ਗੁਰਨਾਮ ਸਿੰਘ ਦੀ, ਫਿਰ ਬਿਜਲੀ ਬਾਲ ਸਾਹਿਬ ਦੀ ਬਣੀ, ਤੇ ਲਛਮਣ ਸਿੰਘ ਗਿੱਲ ਦੀ, ਗੁਰਨਾਮ ਸਿੰਘ ਦੀ 2 ਵਾਰੀ ਬਣੀ। ਉਦੋਂ ਫਿਰ ਪਿੰਡਾਂ ਦੇ ਵਿੱਚ ਸੜਕਾਂ ਬਣਨੀਆਂ ਸ਼ੁਰੂ ਹੋਈਆਂ, ਪਿੰਡਾਂ ਦੇ ਸਕੂਲ ਬਣਨੇ ਸ਼ੁਰੂ ਹੋਏ, ਪਿੰਡਾਂ 'ਚ ਬਿਜਲੀ ਜਾਣੀ ਸ਼ੁਰੂ ਹੋਈ। ਉਦੋਂ ਫਿਰ ਸਾਰੇ ਕੰਮ ਲੋਕਾਂ ਨੂੰ ਜਾਗਰੂਕਤਾ ਆਈ, ਪਿੰਡਾਂ 'ਚ ਮੰਡੀਆਂ ਬਣਨੀਆਂ ਸ਼ੁਰੂ ਹੋਈਆਂ। ਸੋ ਉਦੋਂ ਫਿਰ ਉਹ ਚੰਗਾ ਲੱਗਣ ਲੱਗਿਆ ਸਾਨੂੰ ਕਿ ਅਕਾਲੀ ਦਲ ਦੀ ਸਰਕਾਰ ਆਈ ਆ, ਵੇਖੋ ਆਪਣੇ ਪਿੰਡਾਂ 'ਚ ਸੜਕਾਂ ਬਣਨ ਲੱਗ ਗਈਆਂ, ਪਹਿਲਾਂ ਹੈ ਹੀ ਨਹੀਂ ਸੀ, ਕੱਚੇ ਰਸਤੇ ਹੁੰਦੇ ਸੀ। ਫਿਰ ਬਿਜਲੀ ਆ ਗਈ, ਅਸੀਂ ਤਾਂ ਇਹਨਾਂ ਲੈਂਪਾਂ ਨਾਲ ਪੜ੍ਹੇ ਆ, ਤੇ ਉਦੋਂ ਸੜਕ ਵੀ ਨਹੀਂ ਸੀ ਮੇਰੇ ਪਿੰਡ ਨੂੰ, ਤਾਂ ਕੋਈ ਸਕੂਲ ਵੀ ਪਿੰਡ 'ਚ ਹੈ ਨਹੀਂ ਸੀਗਾ, 10 ਕਿਲੋਮੀਟਰ ਦੂਰ ਜਾਣਾ ਪੈਂਦਾ ਸੀਗਾ। ਸੋ ਉਦੋਂ ਫਿਰ ਉਹ ਲੋਕਾਂ ਦੇ ਜਾਗਰੂਕ ਆਇਆ ਸਾਨੂੰ ਵੀ ਜਿਹੜੀ ਅਕਾਲੀ ਦਲ ਦੀ ਸਰਕਾਰ ਆਈ ਨੇ ਚੰਗੇ ਕੰਮ ਸ਼ੁਰੂ ਕੀਤੇ ਆ ਪਿੰਡਾਂ 'ਚ, ਹੋਰ ਚੰਗੇ ਕੰਮ ਕਰੇਗੀ ਆਉਣ ਵਾਲੇ ਸਮੇਂ 'ਚ, ਆਪਾਂ ਅਕਾਲੀ ਦਲ ਦੀ ਸੇਵਾ ਆਪਾਂ ਨੂੰ ਕਰਨੀ ਚਾਹੀਦੀ ਹੈ। ਮਲੂਕਾ ਸਾਹਿਬ, ਜਦੋਂ ਤੁਸੀਂ ਬਿਜਲੀ ਮੰਤਰੀ ਬਣੇ ਤਾਂ ਉਸ ਵੇਲੇ ਵੀ ਦੇਖਿਆ ਜਾਵੇ ਕਿ ਜਿਹੜੇ ਪਿੰਡਾਂ ਦੇ ਵਿੱਚ ਲੋਕ 24 ਘੰਟੇ ਬਿਜਲੀ ਜੀ ਉਹਨਾਂ ਨੂੰ ਕਨੈਕਸ਼ਨ ਮਿਲੇ ਸੀ, ਤੇ ਪਰ ਪਿੰਡ ਦੇ ਬਾਹਰ ਜੋ
ਲੋਕ ਪਾਸੇ ਸੀ ਕੋਈ 200-300 ਮੀਟਰ ਦੇ ਫਾਸਲੇ ਤੇ, ਕੁਝ ਮੀਟਰ ਦੇ ਫਾਸਲੇ ਤੇ ਬਸਣ ਵਾਲੇ ਲੋਕ ਖੇਤਾਂ ਦੇ ਵਿੱਚ ਉਹਨਾਂ ਨੂੰ 24 ਘੰਟੇ ਕਨੈਕਸ਼ਨ ਨਹੀਂ ਸੀ ਮਿਲਦਾ। ਤੇ ਮੈਨੂੰ ਯਾਦ ਹੈ ਕਿ ਸਾਡੇ ਪਿੰਡ ਦੇ ਵਿੱਚ ਕੁਝ ਪਰਿਵਾਰ ਵਾਂਝੇ ਸੀਗੇ, ਤਾਂ ਸਾਡੀ ਪਿੰਡ ਦੇ ਲੋਕ ਜਿਹੜੇ ਨੇ ਉਹ ਹਾਲੇ ਵੀ ਯਾਦ ਕਰਦੇ ਨੇ ਕਿ ਤੁਸੀਂ ਉਸ ਵੇਲੇ ਬਿਜਲੀ ਮੰਤਰੀ ਬਣੇ ਸੀ, ਪਿੰਡ ਵਿੱਚ ਆਣ ਕੇ ਤੁਸੀਂ ਉਹਨਾਂ ਨੂੰ ਦੇਖਿਆ ਜਾਵੇ ਬਹੁਤ ਵੱਡੀ ਰਿਲੀਫ ਦਿਵਾਈ, ਔਰ ਉਹਨਾਂ ਨੇ ਦੇਖਿਆ ਜਾਵੇ ਕਿ 24 ਘੰਟੇ ਪਿੰਡ ਦੇ ਨਾਲ ਜੋੜ ਦਿੱਤਾ। ਔਰ ਇਸ ਤਰ੍ਹਾਂ ਹੋਰ ਪਿੰਡ ਪੰਜਾਬ ਦੇ ਹੋਣਗੇ ਜਿਨ੍ਹਾਂ ਨੂੰ ਇਹੋ ਜਿਹੀ ਸਰਵਿਸ ਮੁਹੱਈਆ ਕਰਾਈ ਹੋਵੇਗੀ ਪਿੰਡਾਂ ਨੇ, ਜਿਸ ਕਰਕੇ ਲੋਕ ਯਾਦ ਕਰਦੇ ਨੇ। ਕੀਤੇ ਹੋਏ ਕੰਮ ਹਮੇਸ਼ਾ ਹੀ ਲੋਕ ਯਾਦ ਰੱਖਦੇ ਨੇ। ਉਦੋਂ ਪਹਿਲਾਂ ਵਾਸੀ ਸਾਹਿਬ ਸਿੰਗਲ ਫੇਸ ਸਿਵਲ ਜਿਹੜੀ ਸੀਗੀ ਸਪਲਾਈ ਪਿੰਡਾਂ ਦੇ ਵਿੱਚ 24 ਘੰਟੇ ਕਾਫੀ ਪਿੰਡਾਂ ਦੇ ਵਿੱਚ ਹੋ ਗਈ ਸੀਗੀ ਵੱਡੀ ਗਿਣਤੀ 'ਚ, ਪਰ ਸਿੰਗਲ ਫੇਸ ਸਪਲਾਈ ਸੀਗੀ ਜੀ। ਜਦੋਂ ਫਿਰ ਮੇਰੇ ਕੋਲ ਬਿਜਲੀ ਮਹਿਕਮਾ ਆਇਆ, ਮੈਂ ਕਿਹਾ ਪਿੰਡਾਂ ਵਾਲੇ ਮੈਨੂੰ ਮਿਲੇ, ਮੈਂ ਕਿਹਾ ਪਿੰਡਾਂ ਦੇ ਵਿੱਚ ਸਿੰਗਲ ਫੇਸ ਸਪਲਾਈ ਨਾਲ ਤਾਂ 8 ਘੰਟੇ ਆਟੇ ਦੀ ਚੱਕੀ ਚੱਲੇਗੀ, 8 ਘੰਟੇ ਕੋਈ ਕਿਸੇ ਨੇ ਇੰਡਸਟਰੀ ਲਾਉਣੀ ਹੈ ਪਿੰਡ ਦੇ ਵਿੱਚ ਉਹ ਚੱਲੇਗੀ, 8 ਘੰਟੇ ਤੋਂ ਬਾਅਦ ਤਾਂ ਬਿਜਲੀ ਉੱਠ ਜਾਂਦੀ ਸੀ, ਟਿਊਬਵੈੱਲਾਂ ਦੇ ਨਾਲ ਹੀ ਚੱਲਦੀ ਸੀ। ਜੀ। ਸੋ ਮੈਂ ਫੈਸਲਾ ਕੀਤਾ ਵੀ ਨਹੀਂ, ਜਿਹੜੇ ਵੱਡੇ ਪਿੰਡ ਆ ਖਾਸ ਕਰਕੇ ਜਿੱਥੇ ਇੰਡਸਟਰੀ ਲੱਗ ਸਕਦੀ ਹੈ ਜਾਂ ਲੱਗੀ ਹੈ ਪਿੰਡਾਂ 'ਚ, ਆਟਾ ਚੱਕੀਆਂ ਲੱਗੀਆਂ, ਹੋਰ ਇੰਡਸਟਰੀ ਲੱਗੀ ਹੈ ਛੋਟੀ ਮੋਟੀ, ਜਾਂ ਹੋਰ ਲੋਕ ਲਾਉਣਾ ਚਾਹੁੰਦੇ ਸ਼ਹਿਰਾਂ ਦੇ ਨੇੜੇ, ਇਹਨਾਂ ਨੂੰ 3 ਫੇਸ 24 ਘੰਟੇ ਕਰੀਏ। ਫਿਰ ਉਦੋਂ ਬਹੁਤ ਵੱਡੇ ਪੈਮਾਨੇ ਤੇ ਪਿੰਡਾਂ ਨੂੰ ਸਾਰਿਆਂ ਨੂੰ, ਤਕਰੀਬਨ ਵੱਡੇ ਪਿੰਡ ਸੀ ਜਿਹੜੇ ਸਾਰਿਆਂ ਨੂੰ ਹੀ 24 ਘੰਟੇ 3 ਫੇਸ, ਜਿਨ੍ਹਾਂ ਦਾ ਤੁਹਾਡਾ ਪਿੰਡ ਵੀ ਤੁਸੀਂ ਜ਼ਿਕਰ ਕੀਤਾ, ਤੁਹਾਡੇ ਜਲੰਧਰ ਦੇ ਵਿੱਚ ਠੌਲਾ ਪਿੰਡ ਸੀ ਜਿਹੜਾ ਮੇਰਾ ਦੋਸਤ ਸੀ ਉੱਥੋਂ ਦਾ, ਜੋਗਿੰਦਰ ਸਿੰਘ, ਇੰਗਲੈਂਡ ਦੇ ਵਿੱਚ ਰਹਿੰਦਾ ਸੀ, ਉਹਦੇ ਪਿੰਡ ਨੂੰ ਵੀ ਮੈਂ ਕਪੂਰਥਲੋਂ ਕੋਈ 9-10 ਕਿਲੋਮੀਟਰ 11 ਕਿਲੋਮੀਟਰ ਲੰਮੀ ਲਾਈਨ ਲਿਆ ਕੇ ਉਸ ਪਿੰਡ ਨੂੰ ਵੀ 24 ਘੰਟੇ ਕੀਤਾ। ਫਿਰ ਪਿਛਲੇ ਪਿੰਡ ਵੀ ਜਿੰਨੇ ਉਸ ਲਾਈਨ ਦੇ ਥੱਲੇ ਆ ਗਏ ਉਹ ਵੀ ਕੀਤੇ, ਹੋਰ ਵੀ ਕਾਫੀ ਪਿੰਡਾਂ ਦੇ ਵਿੱਚ ਜਿਹੜੀ ਛੇਤੀ ਪੰਜਾਬ ਦੇ ਵਿੱਚ ਉਦੋਂ ਬਹੁਤ ਵੱਡੀ ਗਿਣਤੀ 'ਚ ਫਿਰ ਅਸੀਂ 3 ਫੇਸ ਕਨੈਕਸ਼ਨ, ਤਾਂ ਕਿ ਲੋਕੀ ਪਿੰਡਾਂ 'ਚ ਆਪਦੇ ਛੋਟੇ-ਮੋਟੇ ਕੰਮ ਧੰਦੇ ਚਲਾ ਸਕਣ। ਇਹ ਨਾ ਹੋਵੇ ਵੀ 8 ਘੰਟੇ ਬਿਜਲੀ ਆਈ ਫਿਰ ਉੱਠ ਗਈ, ਫਿਰ ਉਹ ਵਿਹਲੇ ਬੈਠੇ ਨੇ, ਜਾਂ ਕਿਸੇ ਨੇ ਕੰਮ ਕਰਾਉਣਾ ਤੇ ਬਿਜਲੀ ਚਲੀ ਗਈ। ਸੋ ਇਹ ਨਵੀਂ ਗੱਲ ਸੀ, ਉਸ ਵੇਲੇ ਅਸੀਂ 3 ਫੇਸ ਕੀਤੇ ਜਿਹੜੇ ਪਿੰਡ 24 ਘੰਟੇ ਬਿਜਲੀ ਦੇ। ਤੁਸੀਂ ਫਿਰ ਜਦੋਂ ਤੋਂ ਇਸ ਪਾਰਟੀ ਨੂੰ ਜੁਆਇਨ ਕੀਤਾ ਉਦੋਂ ਤੋਂ ਆਪਣਾ ਜਿਹੜਾ ਹਲਕਾ ਹੈ ਉਹੀ ਰੱਖਿਆ, ਕਦੇ ਚੇਂਜ ਨਹੀਂ ਹਲਕਾ ਕੀਤਾ ਇਲੈਕਸ਼ਨ ਲੜਨ ਵੇਲੇ? ਹਾਂਜੀ, ਸਾਡਾ ਹਲਕਾ ਜਿਹੜਾ ਵਾਸੀ ਸਾਹਿਬ ਬੜਾ ਟੇਢਾ ਵੇਢਾ, ਉੱਥੇ ਅਕਾਲੀ ਦਲ ਨਹੀਂ ਸੀ ਜਿੱਦਾਂ ਹੁੰਦਾ ਜੀ। ਉੱਥੇ ਤਾਂ ਅਕਾਲੀ ਦਲ ਤਾਂ ਕਮਿਊਨਿਸਟਾਂ ਨਾਲ ਸਮਝੌਤਾ ਹੁੰਦਾ ਸੀ ਜੀ, ਕਮਿਊਨਿਸਟ ਉੱਥੇ ਚੋਣ ਲੜਦੇ ਸੀ, ਅਕਾਲੀ ਦਲ ਸਪੋਰਟ ਕਰਦਾ ਹੁੰਦਾ ਸੀ। ਇਸ ਕਰਕੇ ਉਹ ਹਲਕੇ 'ਚ ਜਾਂ ਕਾਂਗਰਸ ਸੀ ਜਾਂ ਕਮਿਊਨਿਸਟ ਸੀ। ਅਕਾਲੀ ਦਲ ਤਾਂ ਬੜੇ ਥੋੜੇ ਹੁੰਦੇ ਸੀ, 5-4 ਪਿੰਡ ਹੀ ਸੀ ਜਿੱਥੇ ਅਕਾਲੀ ਦਲਾਂ ਦਾ ਜ਼ੋਰ ਸੀ, ਬਾਕੀ ਤਾਂ ਅਕਾਲੀ ਦਲ ਦੀ ਕਿਸੇ ਪਿੰਡ 100 ਵੋਟ ਸੀ, ਕਿਸੇ 'ਚ 200 ਵੋਟ ਸੀ। ਸੋ ਮੈਂ ਉਹ ਹਲਕਾ ਚੁਣਿਆ ਚੈਲੰਜ ਦੇ ਤੌਰ ਤੇ, ਜਿਹਦੇ 'ਚ ਮੈਨੂੰ ਕਾਫੀ ਔਖਾ ਵੀ ਹੋਣਾ ਪਿਆ। ਨਾਲ ਦੇ ਹਲਕੇ ਹੋਰ ਮੈਨੂੰ ਬੜੀਆਂ ਆਫਰਾਂ ਹੋਈਆਂ ਵੀ ਤੁਸੀਂ ਇੱਥੇ ਆ ਜਾਓ, ਉਹ ਬੜੇ ਅਕਾਲੀ ਪੱਖੀ ਸੀ। ਜੇ ਮੈਂ ਉੱਥੇ ਜਾ ਵੜਦਾ ਤੇ ਸ਼ਾਇਦ ਮੈਨੂੰ ਫਾਇਦੇ ਹੋਰ ਹੁੰਦੇ, ਪਰ ਮੈਂ ਫਾਇਦੇ ਨਹੀਂ ਸੋਚੇ, ਮੈਂ ਆਪਣੇ ਹਲਕੇ ਦੀ ਸੇਵਾ ਕਰਨ ਦੀ ਸੋਚੀ। ਸੋ ਹਲਕੇ 'ਚ ਉਹਦੇ 'ਚ ਮੈਨੂੰ ਤਕਲੀਫਾਂ ਵੀ ਬਹੁਤ ਆਈਆਂ, ਕਿਉਂਕਿ ਕਾਮਰੇਡਾਂ ਨੂੰ ਅਕਾਲੀ ਬਣਾਉਣਾ ਬਹੁਤ ਔਖਾ ਕੰਮ ਹੁੰਦਾ, ਜਾਂ ਕਾਂਗਰਸ 'ਚੋਂ ਅਕਾਲੀਆਂ ਨੂੰ ਤਕੜਾ ਕਰਨਾ ਜਿੱਥੇ ਅਕਾਲੀਆਂ ਦੀ ਬਹੁਤ ਘੱਟ ਗਿਣਤੀ ਹੋਵੇ। ਸੋ ਉੱਥੇ ਕਰਕੇ ਇਹ ਮੈਂ ਕਹਿ ਸਕਦਾ ਕਿ ਉਸ ਤੋਂ ਬਾਅਦ ਜਦੋਂ ਮੈਂ ਕੰਮ ਸ਼ੁਰੂ ਕੀਤਾ, ਉਸ ਤੋਂ ਬਾਅਦ ਉੱਥੇ ਅਕਾਲੀ ਦਲ ਇੰਨਾ ਤਕੜਾ ਹੋ ਗਿਆ ਕਿ ਅੱਜ ਕਾਫੀ ਚੰਗੀ ਪੋਜੀਸ਼ਨ ਦੇ ਵਿੱਚ ਹੈ, ਬਹੁਤ ਕੰਮ ਕੀਤੇ ਉਸ ਹਲਕੇ। ਤੁਹਾਡੇ ਹਲਕੇ ਦਾ ਨਾਮ ਰਾਮਪੁਰਾ ਫੂਲ ਹੈ ਜੀ? ਰਾਮਪੁਰਾ ਫੂਲ। ਜਿੰਨੇ ਉਸ ਹਲਕੇ ਦੀ ਡਿਵੈਲਪਮੈਂਟ ਹੋਈ ਹੈ ਵਾਸੀ ਸਾਹਿਬ, ਤੁਸੀਂ ਹੈਰਾਨ ਹੋਵੋਗੇ। ਪੰਜਾਬ ਦੇ ਵਿੱਚ ਮੈਨੂੰ ਪਤਾ ਗਿਣਵੇਂ ਚੁਣਵੇਂ ਕੋਈ ਇਲਾਕੇ ਹੋ ਸਕਦੇ ਨੇ ਉਂਗਲਾਂ ਤੇ ਗਿਣਨ ਵਾਲੇ, ਸਭ ਤੋਂ ਜ਼ਿਆਦਾ ਜਿਹੜੇ ਸਕੂਲ ਨੇ ਉਹ ਮੇਰੇ ਹਲਕੇ ਦੇ ਵਿੱਚ ਨੇ, ਸਭ ਤੋਂ ਜ਼ਿਆਦਾ ਅਨਾਜ ਮੰਡੀਆਂ ਮੇਰੇ ਹਲਕੇ ਦੇ ਵਿੱਚ ਨੇ, ਬਿਜਲੀ ਜਿਵੇਂ ਦੱਸਿਆ 3 ਫੇਸ ਸਾਰਾ ਹਲਕਾ ਟੋਟਲ ਦਾ ਟੋਟਲ ਹੋਇਆ ਵਾ, ਚੌੜੀਆਂ ਸੜਕਾਂ ਨਾਲ ਟੋਟਲ ਹਲਕਾ ਜੁੜਿਆ ਵਾ, ਹਸਪਤਾਲ, ਪਸ਼ੂਆਂ ਦੇ ਹਸਪਤਾਲ, ਪਿੰਡਾਂ 'ਚ ਪੀਣ ਵਾਲਾ ਪਾਣੀ, ਸਸਤੇ ਆਰਓ ਲੱਗੇ, ਜਿਹੜੀ ਹਰ ਪੱਖੋਂ ਕੋਈ ਕਮੀ ਨਹੀਂ ਛੱਡੀ ਗਈ ਪਿੰਡ ਦੀ। ਸਾਰੇ ਪਿੰਡਾਂ 'ਚ ਤਕਰੀਬਨ ਗਲੀਆਂ ਨਾਲੀਆਂ ਪੱਕੀਆਂ ਨੇ, ਬਹੁਤ ਵਧੀਆ ਸਾਫ਼ ਸੁਥਰੇ ਪਿੰਡ ਨੇ। ਸਾਰੇ ਪਿੰਡਾਂ ਦੀਆਂ ਫਿਰਨੀਆਂ ਵੀ 4 ਚੁਫੇਰੋਂ ਸੜਕਾਂ ਬਣੀਆਂ ਹੋਈਆਂ ਨੇ, ਇੱਕ ਅੱਧਾ ਪਿੰਡ ਭਾਵੇਂ ਕੋਈ ਛੋਟਾ ਰਹਿੰਦਾ ਹੋਵੇ। ਸੋ ਹਰ ਪੱਖੋਂ ਡਿਵੈਲਪਮੈਂਟ ਦੇ ਪੱਖੋਂ ਕੋਈ ਕਮੀ ਨਹੀਂ ਛੱਡੀ ਉਸ ਹਲਕੇ ਦੇ ਵਿੱਚ। ਮਨੁੱਖ ਸਾਹਿਬ, ਪਤਾ ਨਹੀਂ ਕੀ ਕਾਰਨ ਹੈ ਕਿ ਜਿਹੜੇ ਵੱਡੇ ਤੋਂ ਵੱਡੇ ਜਰਨਲਿਸਟ ਸੀਗੇ, ਜਿਹੜੇ ਕਿ ਪੰਡਤ ਸੀ, ਐਸਟ੍ਰੋਲੋਜਰ ਹੁੰਦੇ ਨੇ, ਇਹ ਜਿਹੜੇ ਲੋਕ ਨੇ ਜਿਹੜੇ ਸਰਵੇ ਕਰਦੇ ਨੇ, ਉਹ ਵੀ ਐਤਕੀ ਜਿਹੜੀ ਇਲੈਕਸ਼ਨ ਹੋ ਕੇ ਹਟੀ ਹੈ ਪਿਛਲੇ ਸਾਲ ਦੇ, ਮਤਲਬ ਇਸ ਸਾਲ ਦੇ ਵਿੱਚ, ਹਾਂਜੀ ਅਸੀਂ ਕਹਿ ਸਕਦੇ ਹਾਂ, ਸੌਰੀ ਟੂ ਸੇ ਜੀ, ਉਹਦੇ ਵਿੱਚ ਹੁਣ ਜਾਂ ਫਿਰ ਇੱਕ ਪਾਰਟੀ ਦੀ ਜਿੱਤ ਦਾ ਹੋ ਜਾਣਾ, ਦੂਜੀ ਪਾਰਟੀ ਦਾ ਹਾਰ ਜਾਣਾ, ਇਹਦੇ ਵਿੱਚ ਕਈ ਵਾਰੀ ਪਾਲਿਸੀਆਂ ਜਿਹੜੀਆਂ ਨੇ ਲੋਕਾਂ ਨੂੰ ਪਸੰਦ ਨਹੀਂ, ਜਾਂ ਫਿਰ ਲੋਕ ਕਈ ਵਾਰ ਤਬਦੀਲੀ ਚਾਹੁੰਦੇ ਨੇ। ਔਰ ਤੁਹਾਡੀ ਪਾਰਟੀ ਦੇ ਵਿੱਚ ਖਾਸ ਕਰਕੇ ਤੁਹਾਡਾ ਜਾਂ ਫਿਰ ਕੁਝ ਹੋਰ MLA ਸਾਹਿਬ ਜਾਂ ਫਿਰ ਕੋਈ ਲੀਡਰ ਸਾਹਿਬਾਨ ਦੇ ਵੱਲੋਂ ਐਸੀਆਂ ਗਲਤੀਆਂ, ਪ੍ਰੈਸ਼ਰ ਪਾ ਕੇ ਜਿਹੜੇ ਕੈਂਡੀਡੇਟ ਕੰਮ ਕਰ ਰਹੇ ਆ ਉਹਨੂੰ ਬਦਲ ਦੇਣਾ ਲਾਸਟ ਮੂਮੈਂਟ ਤੇ ਆਣ ਕੇ, ਇਹ ਵੀ ਮੇਰੇ ਖਿਆਲ ਕਿ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਜਿਹੜਾ ਆ ਉਹ ਕਈ ਵਾਰ ਰੜਕਦਾ ਰਹਿੰਦਾ, ਤੇ ਲੋਕ ਫਿਰ ਜਿਹੜੇ ਨੇ ਉਹ ਪਰੇਸ਼ਾਨ ਹੋ ਕੇ ਆਪਣੀ ਵੋਟ ਜਿਹੜੀ ਆ ਨਹੀਂ ਪਾਉਂਦੇ। ਔਰ ਇਹ ਸਾਰੀਆਂ ਜਿਹੜੀਆਂ ਗਲਤੀ ਗਈ ਹੈ ਜਾਂ ਫਿਰ ਨਜ਼ਰ ਅੰਦਾਜ਼ ਕਰਨਾ, ਔਰ ਐਗਜ਼ਾਮਪਲ ਤੌਰ 'ਤੇ ਤੁਹਾਡੇ ਹਾਂਜੀ ਸਪੁੱਤਰ ਦੀ ਸੀਟ ਤੇ ਹਰ ਦੀ ਨਜ਼ਰ ਟਿਕੀ ਹੋਈ ਸੀ ਕਿ ਬੜਾ ਨੂੰ ਕੰਮ ਕੀਤਾ। ਆਖਿਰ ਵਿੱਚ ਜਗਮੀਤ ਬਰਾੜ ਨੇ ਆਣ ਕੇ ਜਿੱਤਣ ਤੇ ਕੀ ਸੀਗਾ, ਉਹਦੇ ਨਾਲ ਲਾਗਲੇ ਸੀਟਾਂ ਦੇ ਵੀ ਕਈ ਵਾਰ ਪ੍ਰਭਾਵ ਪੈਂਦਾ ਕਿ ਇਹ ਪਾਰਟੀ ਦੀਆਂ ਨੀਤੀਆਂ ਜਿਹੜੀਆਂ ਨੇ ਇਹ ਕਿਹੋ ਜਿਹੀਆਂ ਨੇ।
ਇਹ ਗੱਲ ਮੰਨਣੀ ਪਊਗੀ ਕਿ ਕਈ ਵਾਰੀ ਇੱਕ ਸੀਟ ਤੇ ਲਿਆ ਹੋਇਆ ਗਲਤ ਫੈਸਲਾ ਦੂਜੇ ਸੀਟਾਂ ਤੇ ਵੀ ਉਹਦਾ ਪਰਛਾਵਾਂ ਪੈਂਦਾ। ਬਾਸੀ ਸਾਹਿਬ ਇਹ ਗੱਲ ਠੀਕ ਹੈ ਕਿ ਮੈਂ ਕਦੇ ਕੋਈ ਸੀਟ ਮੰਗੀ ਨਹੀਂ ਆਪਣੇ ਲੈਵਲ ਤੇ। ਹਮੇਸ਼ਾ ਬਾਲ ਸਾਹਿਬ ਨੇ ਆਪ ਹੀ ਵੀ ਤੁਸੀਂ ਲੜਨਾ ਹੈ ਇੱਥੇ, ਜਾਂ ਵਜ਼ੀਰੀ ਵੀ ਉਹਨਾਂ ਨੇ ਆਪਦੀ ਖੁਸ਼ੀ ਨਾਲ ਹੀ ਸੱਦ ਕੇ, ਮੈਨੂੰ ਤਾਂ ਪਤਾ ਵੀ ਨਹੀਂ ਸੀ, 12 ਵਜੇ ਰਾਤ ਨੂੰ ਪਤਾ ਲੱਗਿਆ ਕਿ ਵਜ਼ੀਰ ਬਣਨਾ 97 ਦੇ ਵਿੱਚ। ਹੁਣ ਵੀ ਮੈਨੂੰ ਬਾਲ ਸਾਹਿਬ ਨੇ ਆਪ ਘਰੇ ਸੱਦ ਕੇ ਮੈਨੂੰ ਕਿਹਾ ਸੀ ਕਿ ਤੁਸੀਂ ਮੌੜ ਹਲਕਾ ਵੇਖੋ ਨਾਲ ਦੀ ਨਾਲ। ਮੈਂ ਕਿਹਾ ਵੀ ਅਸੀਂ ਰਾਮਪੁਰਾ ਫੂਲ ਨਹੀਂ ਛੱਡਣਾ। ਕਹਿੰਦੇ ਨਹੀਂ ਨਹੀਂ ਨਾ, ਮੈਂ ਕਦੋਂ ਕਿਹਾ ਛੱਡੋ, ਤੁਸੀਂ ਉੱਥੇ ਤੁਹਾਡਾ ਬੇਟਾ ਹੈਗਾ ਤੇ ਤੁਸੀਂ ਵੇਖੋ। ਚਲੋ ਮੈਂ ਉੱਥੇ 10-11 ਮਹੀਨੇ ਕੰਮ ਕੀਤਾ। ਮੈਂ ਇਹ ਕਿਹਾ ਸੀ ਕਿ ਤੁਸੀਂ ਇੱਕ ਪਾਰਟੀ ਫੈਸਲਾ ਕਰ ਲਓ। ਮੈਂ ਨਹੀਂ ਚਾਹੁੰਦਾ ਕਿ ਲੋਕਾਂ 'ਚ ਗੱਲ ਜਾਵੇ ਵੀ ਅਸੀਂ 2-2 ਸੀਟਾਂ ਲੜਦੇ ਆਂ। ਮੈਂ ਕਿਹਾ ਤੁਸੀਂ ਇੱਕ ਫੈਸਲਾ ਕਰ ਲਓ ਪਾਰਟੀ ਦੇ ਵਿੱਚ, ਆਪਾਂ ਇੱਕ ਰੈਜੂਲੇਸ਼ਨ ਕਰ ਦਈਏ ਕਿ ਹਰੇਕ ਪਰਿਵਾਰ ਇੱਕ ਸੀਟ ਹੀ ਲੜੂਗਾ, 2 ਸੀਟਾਂ ਨਹੀਂ ਮਿਲਣਗੀਆਂ ਕਿਸੇ ਨੂੰ, ਇੱਕ ਹੀ ਲੜੂਗਾ ਤੇ ਬੜਾ ਸੌਖਾ ਹੋ ਜਾਊਗਾ ਫਿਰ ਸਾਰਿਆਂ ਨੂੰ, ਕਿਸੇ ਤੁਹਾਡੇ ਤੇ ਕੋਈ ਗੱਲ ਵੀ ਨਹੀਂ ਆਉਂਦੀ। ਚਲੋ ਜੇ ਤੁਹਾਡੇ ਪਰਿਵਾਰ ਨੂੰ ਕੋਈ ਛੋੜ ਚਾਹੀਦੀ, ਅਸੀਂ ਪਾਰਟੀ ਪ੍ਰਧਾਨ ਆ, ਤੁਹਾਨੂੰ ਛੋੜ ਦੇ ਵੀ ਦਿੰਨੇ ਆ, ਬਾਕੀ ਸਾਰੀ ਪਾਰਟੀ ਤੇ ਇੱਕ ਫੈਸਲਾ ਲਾਗੂ ਕਰ ਦਿਓ। ਹਾਂ ਜੇ ਕੋਈ ਹੋਰ 2 ਲੜਨਗੇ ਤਾਂ ਫਿਰ ਤੁਸੀਂ ਮੈਨੂੰ ਵੀ 2 ਦੇ ਦਿਓ, ਨਹੀਂ ਤਾਂ ਸਾਰਿਆਂ ਨੂੰ ਇੱਕ ਦਿਓ, ਮੈਂ ਖੁਸ਼ ਹਾਂ ਬੜਾ। ਚਲੋ ਗੱਲ ਨਹੀਂ ਮੰਨੀ ਗਈ ਪਾਰਟੀ ਦੇ ਵਿੱਚ, ਕੋਈ ਪਾਰਟੀ ਦੀਆਂ ਮਜਬੂਰੀਆਂ ਹੋਣਗੀਆਂ, ਮੈਂ ਉਹਦੇ ਵਿੱਚ ਜਾਂਦਾ ਨਹੀਂ ਹੈਗਾ। ਬਲਕਿ ਜਿਹੜੀ ਜਿੱਥੋਂ ਤੱਕ ਹਾਲਾਤ ਦੀ ਗੱਲ ਸੀਗੀ, ਤੁਹਾਨੂੰ ਵੀ ਪਤਾ ਵੀ ਮੇਰੇ ਵਾਲੀ ਰਾਮਪੁਰਾ ਫੂਲ ਸੀਟ ਤੇ ਕੋਈ ਬੰਦਾ ਸੋਚਦਾ ਨਹੀਂ ਸੀ ਵੀ ਹਾਰ ਜਾਾਂਗੇ। ਤੁਸੀਂ ਹੈਰਾਨ ਹੋਵੋਗੇ, ਆਮ ਹਰ ਵਾਰੀ ਸ਼ਰਤਾਂ ਲੱਗਦੀਆਂ ਨੇ ਉਸ ਸੀਟ ਤੇ, ਸਾਰੇ ਪੰਜਾਬ 'ਚ ਹੀ ਲੱਗਦੀਆਂ ਨੇ ਜਿੱਤ ਹਾਰ ਦੀਆਂ, ਸਪੋਰਟਰ ਲਾਉਂਦੇ ਹੁੰਦੇ ਨੇ। ਸਾਡੇ ਹਲਕੇ 'ਚ ਪਹਿਲੀ ਵਾਰ ਹੈ ਕਿ ਕੋਈ ਸ਼ਰਤ ਨਹੀਂ ਲੱਗੀ ਤੇ ਜੇ ਸਾਡੇ ਵਰਕਰ ਦੁੱਗਣੇ ਪੈਸੇ ਦੇ ਹਟੇ ਵੀ ਸ਼ਰਤ ਲਾ ਲਓ, ਦੁੱਗਣੇ ਦੇਾਂਗੇ ਤੁਹਾਡੇ, ਜੇ ਤੁਸੀਂ 1000 ਦੀ ਸ਼ਰਤ ਲਾਉਣੇ ਅਸੀਂ 2000 ਦੇਵਾਂਗੇ। ਕਿਸੇ ਨੇ ਸ਼ਰਤ ਨਹੀਂ ਲਾਈ, ਨਹੀਂ ਇੱਥੇ ਤਾਂ ਕੋਈ ਮੁਕਾਬਲਾ ਹੀ ਹੈ ਨਹੀਂ। ਆਪ ਵਾਲਿਆਂ ਦੇ ਸਰਵੇ 'ਚ ਵੀ ਮੈਂ ਜਿੱਤਦਾ 3 'ਚ, ਕਾਂਗਰਸ ਦੇ ਸਰਵੇ 'ਚ ਵੀ ਮੈਂ ਜਿੱਤਦਾ, ਸਰਕਾਰ ਦੇ ਸਰਵੇ 'ਚ ਵੀ ਮੈਂ ਜਿੱਤਦਾ, ਅਕਾਲੀ ਦਲ ਦੇ ਸਰਵੇ 'ਚ ਵੀ ਮੈਂ ਜਿੱਤਦਾ। ਪਤਾ ਨਹੀਂ ਕੀ 3-4 ਦਿਨ ਪਹਿਲਾਂ ਆ ਕੇ ਹਵਾ ਜੀ ਐਸੀ ਹੋਈ। ਵੈਸੇ ਮੇਰੀ ਲੱਗਦਾ ਵੀ ਮੈਨੂੰ ਵੋਟ ਤਾਂ ਬਹੁਤ ਪਈ, ਮੈਂ ਅਖੀਰ ਤੱਕ ਲੀਡ ਲਈ ਗਿਆ ਸ਼ਹਿਰ ਦੇ ਵਿੱਚ ਆ ਕੇ, ਤੇ ਮਹਾਰਾਜ ਸ਼ਹਿਰ ਤੇ ਰਾਮ ਫੂਲ ਦਾ ਜਿਹੜਾ ਉੱਥੋਂ ਜਾ ਕੇ ਨੁਕਸਾਨ ਹੋਇਆ। ਮੈਨੂੰ ਲੱਗਦਾ ਵੀ ਜਿਹੜੀ ਕਾਂਗਰਸ ਦੀ ਵੋਟ ਜ਼ਿਆਦਾ ਭੱਜ ਗਈ, ਸਾਡਾ ਕੈਂਡੀਡੇਟ ਕਾਂਗਰਸ ਦਾ ਬਹੁਤਾ ਬਦਨਾਮ ਹੋ ਗਿਆ ਸੀਗਾ, ਉਹਦੀ ਵੋਟ ਜ਼ਿਆਦਾ ਭੱਜ ਗਈ ਜਿੰਨੀ ਅਸੀਂ ਉਹਨੂੰ ਲਾਉਂਦੇ ਸੀ ਵੀ 30-35 ਹਜ਼ਾਰ ਵੋਟ ਤਾਂ ਇਹ ਲੈ ਜਾਊਗਾ ਹਰ ਹਾਲਤ, ਕਿਉਂਕਿ ਇਹਨੇ ਪੈਸੇ ਪੂਸੇ ਬਹੁਤ ਲਾਉਣੇ ਆ ਤੇ ਲਾਏ ਵੀ ਉਹਨੇ, ਵੀ ਇੰਨੀ 35 ਹਜ਼ਾਰ ਤਾਂ ਵੋਟ ਲੈ ਜਾਊਗਾ। ਸੋ ਉਹਦੀ ਵੋਟ ਇੰਨੀ ਥੱਲੇ ਆ ਗਈ, ਉਹ ਸਾਡਾ ਨੁਕਸਾਨ ਹੋਇਆ। ਸਾਡੇ ਉੱਥੇ ਵਰਕਰਾਂ ਦੇ ਕਲੈਸ਼ ਰਹਿੰਦੇ ਆ ਕਾਂਗਰਸ ਤੇ ਅਕਾਲੀ ਦਲ ਦੇ ਜੀ। ਕਾਂਗਰਸੀ ਵਰਕਰ ਸਾਨੂੰ ਨਹੀਂ ਪਾਉਂਦੇ, ਅਸੀਂ ਉਹਨਾਂ ਨੂੰ ਨਹੀਂ ਪਾਉਂਦੇ। ਉਹ ਸਾਰੇ ਫਿਰ ਸਾਨੂੰ ਤਾਂ ਪਾਉਣੀਆਂ ਨਹੀਂ ਸੀ ਉਹਨਾਂ ਨੇ। ਉਹਨਾਂ ਨੂੰ ਇਹ ਸੀ ਕਿ ਮਲੂਕਾ ਨਹੀਂ ਜਿੱਤਣਾ ਚਾਹੀਦਾ, ਕਾਲਾ ਚੋਰ ਜਿੱਤ ਜੇ। ਉਹਨਾਂ ਨੇ ਫਿਰ ਸਾਰੀਆਂ ਵੋਟਾਂ ਜਿਹੜੀਆਂ ਆਪ ਨੂੰ ਟ੍ਰਾਂਸਫਰ ਕਰਤੀਆਂ। ਨਹੀਂ ਆਪ ਵਾਲੇ ਦਾ ਤਾਂ ਉੱਥੇ ਗੱਲ ਹੀ ਹੈ ਨਹੀਂ ਸੀ ਕੋਈ। ਦੇਖਿਆ ਜਾਵੇ ਕਿ ਇੱਕ ਜਿਹੜਾ ਤੁਹਾਡੇ ਵੱਖ-ਵੱਖ ਸਮੇਂ ਦੇ ਮੁਤਾਬਕ ਆਈਆਂ ਮਤਲਬ ਪਾਰਟੀਆਂ ਜਾਂਦੀਆਂ, ਪਾਰਟੀਆਂ ਕਿੰਨੀਆਂ ਨਵੀਆਂ ਪਾਰਟੀਆਂ ਆਉਂਦੀਆਂ ਨੇ, ਅਲੋਪ ਹੋ ਜਾਂਦੀਆਂ ਨੇ। ਲੋਕ ਭਲਾਈ ਪਾਰਟੀ ਆਈ ਔਰ ਇਸ ਤਰ੍ਹਾਂ ਤੁਹਾਡੇ ਆਪਸ 'ਚ ਪਰਿਵਾਰ ਦਾ ਮੈਂਬਰ ਗਿਆ ਹੋਇਆ ਮਨਪ੍ਰੀਤ ਬਾਦਲ ਨੇ ਬਣਾਈ ਪਾਰਟੀ, ਹਾਂਜੀ ਉਹ ਵੀ ਆਈ ਤੇ ਗਈ। ਹੋਰ ਬੜੇ ਸਮੇਂ ਤੇ ਪਾਰਟੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ। ਇਹ ਲੋਕ ਭਲਾਈ ਪਾਰਟੀ ਕਾਫੀ ਚਰਚੋਂ ਦੇਖਿਆ ਜਾਵੇ ਕਿ ਰੌਲੇ ਦੇ ਵਿੱਚ ਰਹੀ। ਲਾਸਟ ਟਾਈਮ ਬੜਾ ਜੋਸ਼ੋ ਖਰੋਸ਼ ਦੇ ਨਾਲ ਸਰਵੇਖਣ ਹੋਇਆ ਕਿ 110 ਸੀਟਾਂ ਲੱਗ ਜਿੱਤੇਗੀ, ਜਦਕਿ ਉਹਦੇ ਨੂੰ 18-19 ਸੀਟਾਂ ਆਈਆਂ ਔਰ ਐਤਕੀ ਪਤਾ ਨਹੀਂ ਸੀ ਐਤਕੀ ਜਿੱਤ ਗਈ। ਲੋਕ ਕਈ ਵਾਰੀ ਮਤਲਬ ਚੇਂਜ ਚਾਹੁੰਦੇ ਨੇ, ਇਹ ਚੇਂਜ ਜਿਹੜੀ ਆ ਔਰ ਜਿਸ ਕਰਕੇ ਮੇਰੇ ਖਿਆਲ ਕਿ ਇਹ ਸਭ ਕੁਝ ਇਸ ਚੇਂਜ ਨੇ ਲੋਕਾਂ ਦੇ ਬਦਲਾਅ ਜਿਹੜਾ ਆ ਮਨ ਦੇ ਵਿੱਚ ਸੀਗਾ। ਲੋਕ ਜਿਹੜੇ ਸੀਗੇ ਕਈ ਵਾਰੀ ਫੈਡ ਅਪ ਹੋ ਜਾਂਦੇ ਨੇ ਪਾਰਟੀਆਂ ਤੋਂ ਕਿ ਅਸੀਂ ਚਲੋ ਇੱਕ ਵਾਰ ਟਰਾਈ ਕਰਕੇ ਦੇਖਦੇ ਹਾਂ। ਸੋ ਇਹ ਟਰਾਈ ਲੋਕਾਂ ਨੇ ਕੀਤੀ ਆ, ਆਮ ਪਾਰਟੀ ਆਈ ਆ। ਲੋਕ ਇਹਨਾਂ ਮਹੀਨਿਆਂ ਦੇ ਵਿੱਚ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਸੀਗੇ, ਕਿਸ ਹੱਦ ਤੱਕ ਤੁਸੀਂ ਐਜ਼ ਏ ਪੋਲੀਟੀਸ਼ੀਅਨ ਹੋ, ਤੁਸੀਂ ਖੁਦ ਕਹਿਣ ਨੂੰ ਤਿਆਰ ਹੋ ਕਿ ਹਾਂ ਇਹਨਾਂ ਨੇ ਕੀਤੇ ਹੋਏ ਵਾਅਦੇ ਵਿੱਚੋਂ ਕੁਝ ਜਿਹੜੇ ਪੂਰੇ ਕੀਤੇ ਤੇ ਵਧੀਆ ਕੀਤੇ ਆ, ਜਾਂ ਫਿਰ ਹਲੇ ਕੀਤੇ ਨਹੀਂ, ਗੱਲਾਂ ਹੀ ਕੀਤੀਆਂ? ਵੇਖੋ ਬਾਸੀ ਸਾਹਿਬ, ਜਿਹੜਾ ਇਹਨਾਂ ਦਾ ਗੱਲ ਠੀਕ ਹੈ ਤੁਹਾਡੀ, 17 ਦੇ ਵਿੱਚ ਨਾ ਇਹਦੀ ਬਹੁਤ ਹਵਾ ਸੀਗੀ ਆਪਣੀ ਆਮ ਆਦਮੀ ਪਾਰਟੀ ਦੀ। ਲੋਕੀ ਸਾਰੇ ਕਹਿੰਦੇ ਸੀ ਜਿੱਤੂਗੀ, ਪਰ ਉਸ ਵੇਲੇ ਇਹਨਾਂ ਨੂੰ 20 ਸੀਟਾਂ ਆਈਆਂ। ਐਤਕੀ ਤਾਂ ਕੋਈ ਕਹਿੰਦਾ ਹੀ ਨਹੀਂ ਸੀ ਵੀ ਜਿੱਤੂਗੀ। ਪੰਜਾਬ 'ਚ ਇਹੋ ਜਿਹੀ ਕੋਈ ਹਵਾ ਹੀ ਹੈ ਨਹੀਂ ਸੀਗੀ, ਨਾ ਬਾਹਰ ਨਾ ਇੱਥੇ। ਪਿਛਲੀ ਵਾਰ ਤਾਂ ਤੁਹਾਡੇ ਵੀ ਇੱਥੇ ਬਹੁਤ ਜ਼ਿਆਦਾ ਰੌਲਾ ਸੀਗਾ, ਪਰ ਐਤਕੀ ਜਿਹੜੀ ਅੰਦਰ ਅੰਦਰ ਚੇਂਜ ਹੋਈ ਹੈ ਮੇਰੀ ਸਮਝ 2 ਕਾਰਨ ਕਰਕੇ ਮੈਨੂੰ ਲੱਗਦਾ ਵੀ ਚਲੋ ਬਦਲਾਅ ਵੀ ਹੁੰਦੇ ਹੀ ਨੇ, ਬਦਲਾਅ ਤਾਂ ਆਪਾਂ ਨੂੰ ਮੰਨਣਾ ਹੀ ਪੈਂਦਾ। ਸਭ ਤੋਂ ਵੱਡਾ ਜਿਹੜਾ ਕਾਂਗਰਸ ਪਾਰਟੀ ਦੇ ਵਿੱਚ ਇੰਨਾ ਜ਼ਿਆਦਾ ਕਾਟੋ ਕਲੇਸ਼ ਹੋ ਗਿਆ, ਮੌਕੇ ਤੇ ਮੁੱਖ ਮੰਤਰੀ ਬਦਲਤਾ, ਕਾਂਗਰਸ ਪ੍ਰਧਾਨ ਦੀ ਫਿਰ ਅਗਲੇ ਮੁੱਖ ਮੰਤਰੀ ਨਾਲ ਵੀ ਨਾ ਬਣੀ, ਚੰਨੀ ਸਾਹਿਬ ਨਾਲ। ਉਹ ਇੰਨਾ ਕਾਟੋ ਕਲੇਸ਼ ਹੋ ਗਿਆ ਕਾਂਗਰਸ ਦੇ ਪਾਰਟੀ ਦੇ ਵਿੱਚ ਵੀ ਕਾਂਗਰਸ ਪਾਰਟੀ ਨੂੰ ਲੋਕਾਂ ਨੂੰ ਨਫ਼ਰਤ ਕਰਨ ਲੱਗ ਗਏ। ਕਾਂਗਰਸ ਪਾਰਟੀ ਨੂੰ, ਜਿਵੇਂ ਮੈਂ ਪਹਿਲਾਂ ਕਿਹਾ, ਕਿਉਂਕਿ ਲੰਮਾ ਸਮਾਂ ਲੜਾਈ ਕਾਂਗਰਸ ਤੇ ਅਕਾਲੀਆਂ ਦੀ ਚੱਲਦੀ ਹੈ ਪੰਜਾਬ ਦੇ ਵਿੱਚ, ਟਕਰਾਓ ਰਹਿੰਦਾ ਵਰਕਰਾਂ ਦਾ, ਨਾ ਉਹ ਵਰਕਰ ਸਾਨੂੰ ਵੋਟਾਂ ਪਾਉਂਦੇ ਨਾ ਅਸੀਂ ਉਹਨਾਂ ਨੂੰ ਪਾਉਂਦੇ ਆ। ਸੋ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਸੋਚਿਆ ਵੀ ਅਸੀਂ ਤਾਂ ਹੁਣ ਜਿੱਤਦੇ ਨਹੀਂ, ਸਾਡੀ ਪਾਰਟੀ ਤਾਂ ਜਿੱਤਦੇ ਨਹੀਂ, ਇਹ ਤਾਂ ਹੁਣ ਲੜਾਈ 'ਚ ਪੈ ਗਈ, ਇਹਦਾ ਤਾਂ ਜਿੱਤਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਉਹਦਾ ਨੁਕਸਾਨ ਸਾਨੂੰ ਪੰਜਾਬ ਦੇ ਵਿੱਚ ਬਹੁਤ ਵੱਡਾ ਹੋਇਆ। ਸਾਰੀ ਵੋਟ ਹੀ ਜਿਹੜੀ ਟ੍ਰਾਂਸਫਰ ਹੋਈ ਹੈ, ਤੁਸੀਂ ਕਿਸੇ ਹਲਕੇ 'ਚ ਨਿਗਾਹ ਮਾਰ ਲਓ, ਕਾਂਗਰਸ ਪਾਰਟੀ ਦੀ ਹੋਈ ਹੈ। ਕਾਂਗਰਸ ਪਾਰਟੀ ਦੀ ਵੋਟ ਉਧਰ ਨੂੰ ਚਲੀ ਗਈ, ਉਹਦੇ ਕਰਕੇ ਸਾਡਾ ਨੁਕਸਾਨ ਹੋਇਆ ਜਿਹੜਾ ਹੈਗਾ। ਕੁਛ ਜਿਹੜਾ ਮੇਰੀ ਸਮਝ ਦੇ ਵਿੱਚ ਜਿੱਥੇ ਇਸ ਗੱਲ ਦੀ ਸੀਗੀ, ਬਦਲਾਅ ਵਾਲੀ ਗੱਲ ਨੂੰ ਤਾਂ ਆਪਾਂ ਇਨਕਾਰ ਨਹੀਂ ਕਰਦੇ ਕਦੇ ਵੀ। ਨਾਲ ਜਿਹੜਾ ਇੱਕ ਲੇਡੀ ਜੀ ਨੂੰ ਨਾਅਰਾ ਦਿੱਤਾ ਗਿਆ ਨਾ 1000 ਰੁਪਏ ਦਾ,
ਉਹ ਲੇਡੀ ਜੀ ਨੂੰ ਜੱਚ ਗਿਆ, ਉਹਨਾਂ ਨੇ ਫਾਰਮ ਭਰ ਕੇ ਫਿਰ ਕੇਜਰੀਵਾਲ ਜੀ ਦਾ ਟੈਲੀਫੋਨ ਆਇਆ ਵੀ ਤੁਹਾਡਾ ਫਾਰਮ ਭਰਿਆ ਗਿਆ। ਉਹ ਹਾਂ ਭਰਿਆ ਗਿਆ ਜੀ, ਨੰਬਰ ਤਾਂ ਸੀਗਾ ਹੀ, ਸੀ ਤਾਂ ਫੇਕ ਹੀ ਸਾਰਾ ਕੰਮ। फिर उन्होंने कहा भी कोई नहीं, आपके पैसे मंजूर हो गए, जब वोटां पड़ जाएंगे तो आपको पैसे दे दिए जाएंगे। सो लेडीज पिंडां दी जिहड़ी इत्थों दी स्थिति हो रहा, पंजाब दी जां इंडिया दी स्थिति हो रहा, उत्थे लेडीज नूं पैसे नहीं फड़ाए जांदे घरां दे विच। 100 चों 10% क लेडीज कारो मुख्तियार चलाउंदियां ने, बाकी बंदे ही चलाउंदे ने। सो लेडीज दे मन दे विच भी जे घर च किसे च 2 ਜਾਂ 4 लेडीज सीगियां, लो जी आपां नूं 4000 रुपया महीना आ जा करूगा, वोटां तां पैंदियां रहिंदियां, अपणीਆਂ वोटां ने किहड़ा जिੱਤ हार होनी है, भी आपां इरकी इधर पा दिओ, पैसे सीधे अपने अकाउंट च आ जा करनगे। ये भी बड़ा फैक्टर बनया कि इस्त्रियां ने बहुत बड़े पैमाने ते वोट है जिहड़ी उधर नूं पाई। एक कांग्रेस दा काटो कलेस, दूजा साडा भी होया थोड़ा जिहा जदों साडी भारती जनता पार्टी नाल समझौता टुट गया। लोकां दे मन दे विच आया कि हुण इन्हां दा राज नहीं आउणा हैगा, ये तां लड़ पिया भी जी दोने, हुण नहीं आउणा। जे असीं इकट्ठे रहिंदे ਅੱਜ ਵੀ ਤੁਸੀਂ ਵੋਟਾਂ ਜੋੜ ਲਓ, 34-35 ਸੀਟਾਂ ਤੇ ਅਸੀਂ ਮੈਜੋਰਟੀ 'ਚ ਹੈ ਅੱਜ ਜੀ। ਤੇ ਫਿਰ ਪਰ ਜੇ ਕਾਂਗਰਸ ਤਕੜੀ ਹੁੰਦੀ ਅਸੀਂ ਹੋਰ ਅੱਗੇ ਹੋਣਾ ਸੀ, ਜੇ ਇਕੱਠੇ ਹੁੰਦੇ ਹੋਰ ਹਵਾ ਬਣਨੀ ਸੀਗੀ। ਤੇ ਫਿਰ ਵੀ ਅਸੀਂ ਇੰਨੀਆਂ ਮਾੜੀਆਂ ਸਥਿਤੀਆਂ ਦੇ ਬਾਵਜੂਦ ਸੀਟਾਂ ਭਾਵੇਂ ਘੱਟ ਜਿੱਤੇ ਆ, ਵੋਟਾਂ ਚੰਗੀਆਂ ਨੇ, ਉਹਦੇ ਬਾਵਜੂਦ ਅਸੀਂ 50 ਸੀਟਾਂ ਤੇ ਅਸੀਂ ਦੂਜੇ ਨੰਬਰ ਤੇ ਆਏ ਆ। ਫਿਰ ਵੀ ਅਸੀਂ ਜੀ ਪੰਜਾਬ ਦੇ ਇਸ ਵੇਲੇ ਹਾਲਾਤ ਜਿਹੜੇ ਨੇ ਤੁਸੀਂ ਕਿਹੋ ਜਿਹੇ ਛੱਡ ਕੇ ਆਏ ਹੋ? ਹਾਂਜੀ, ਤੁਹਾਨੂੰ ਆਏ ਨੂੰ ਕੁਝ ਦਿਨ ਹੋਏ ਨੇ ਅਤੇ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਲੋਕ ਜਿਹੜੇ ਨੇ ਇਸ ਪਾਰਟੀ ਤੋਂ ਖੁਸ਼ ਨੇ ਅਤੇ ਲੋਕਾਂ ਦੇ ਨਾਲ ਵਾਅਦੇ ਕੀਤੇ ਹੋਏ ਲੋਕ ਜਿਹੜੇ ਕਹਿ ਰਹੇ ਨੇ ਉਹ ਵੱਖ-ਵੱਖ ਤਰ੍ਹਾਂ ਦੇ ਜਿਹੜੇ ਪ੍ਰੋਟੈਸਟ ਜਿਹੜੇ ਨੇ ਹਾਲੇ ਵੀ ਜਾਰੀ ਨੇ। ਔਰ ਭਗਵੰਤ ਮਾਨ ਜੀ ਕਹਿ ਰਹੇ ਸੀ ਕਿ ਜਦੋਂ ਅਸੀਂ ਬਣ ਗਏ ਸੀ ਕੋਈ ਟੈਂਕੇ 'ਚ ਨਹੀਂ ਚੜੂਗਾ, ਕੋਈ ਮੁਜ਼ਾਹਰਾ ਨਹੀਂ ਕਰੂਗਾ, ਕੋਈ ਆ ਨਹੀਂ ਕਰੂਗਾ, ਉਹ ਨਹੀਂ ਕਰੂਗਾ। ਔਰ ਖੁਦ ਆਪ ਇਹਨਾਂ ਦੇ ਲੀਡਰ ਜਿਹੜੇ ਵਿਧਾਇਕ ਬਣੇ ਨੇ ਉਹ ਵੀ ਦੇਖਿਆ ਜਾਵੇ ਵਿਵਾਦਾਂ ਵਿੱਚ ਰੋਜ਼ਾਨਾ ਕਹਿ ਰਹੇ ਨੇ। ਕੋਈ ਲੀਡਰ ਘਰ ਦਾ ਬਣਿਆ ਹੋਇਆ, ਉਹਦੇ ਪਰਿਵਾਰ ਦਾ ਮੈਂਬਰ ਜਾ ਕੇ ਥ੍ਰੈਟ ਕਰਦਾ ਹਸਪੀਟਲ ਵਿੱਚ ਜਾ ਕੇ। ਔਰ ਇੱਕ ਵਿਧਾਇਕ ਦੀ MLA ਦੀ ਵਾਈਫ ਜਿਹੜੀ ਹੈ DC ਨੂੰ ਡਿਸਟਰਬ ਕੀਤਾ ਹੈ, ਐਡੀ ਵੱਡੀ ਪੋਸਟ, ਰਿਸਪੈਕਟ ਵਾਲੀ ਪੋਸਟ। ਔਰ ਇੱਕ ਮੰਜੂ ਰਾਣੀ ਹੈ ਆਪਣੇ ਕਪੂਰਥਲੇ ਤੋਂ, ਹੈ ਜੀ, ਸ਼ੀ ਇਜ਼ ਨਾਟ ਈਵਨ ਇਲੈਕਟਡ। ਸੋ ਇਸ ਤਰ੍ਹਾਂ ਟ੍ਰੀਟ ਕਰਦੀ ਹੈ, ਪੁਲਿਸ ਅਫਸਰ ਨਾਲ ਮਿਸਬਿਹੇਵ ਕਰਦੀ ਹੈ। ਸੋ ਇਹ ਸਾਰਾ ਕੁਝ ਜਿਹੜਾ ਹੈ ਸਿਆਸੀ ਤਾਕਤ ਜਿਹੜੀ ਹੈ, ਇਹ ਸਿਆਸੀ ਤਾਣਾ ਬਾਣਾ ਉਲਝਾ ਹੋਇਆ ਜਾਂ ਫਿਰ ਪ੍ਰੈਸ਼ਰ ਹੈ, ਇਹ ਵੀ ਆਮ ਲੋਕਾਂ ਦੇ ਜਨਜੀਵਨ ਦੇ ਵਿੱਚ ਜਿਹੜਾ ਡਿਸਟਰਬ ਲੋਕ ਹੋ ਰਹੇ ਨੇ, ਤਾਂ ਬਾਹਰ ਬੈਠੇ ਲੋਕ ਮਹਿਸੂਸ ਕਰਦੇ ਨੇ ਕਿ ਇਹ ਲੋਕ ਜਦੋਂ ਫਿਰ ਤਾਕਤ ਵਿੱਚ ਹੁੰਦੇ ਨੇ ਤਾਂ ਇਹ ਕਿਸੇ ਤੇ ਵੀ ਪਰਚਾ ਕਰਾ ਸਕਦੇ ਨੇ ਜਾਂ ਫਿਰ ਕਿਸੇ ਨੂੰ ਵੀ ਦੜਾ ਸਕਦੇ ਨੇ। ਪੰਜਾਬ 'ਚ ਗਿਆ ਨੂੰ ਕਿ ਮੰਜੂ ਰਾਣੀ ਜਦ ਕਿ ਗੁਰਜੀਤ ਰਾਣਾ ਇਲੈਕਟਡ ਹੈ, ਔਰ ਭਾਵੇਂ ਕਿ ਮੇਰੇ ਵਿਚਾਰ ਉਹਨਾਂ ਨੂੰ ਮਿਲਣ ਨਾ ਮਿਲਣ ਵੱਖਰੀ ਗੱਲ, ਜਿਹੜੀ ਤੁਸੀਂ ਬੈਠੇ ਆ ਔਰ ਵੀ ਰਿਸਪੈਕਟ ਐਵਰੀਬਾਡੀ, ਅਸੀਂ ਵੈਲਕਮ ਕਰਦੇ ਹਾਂ, ਸਾਡੇ ਦੇਸ਼ ਵਿੱਚ ਆਏ ਨੇ। ਪਰ ਦੂਜੇ ਪਾਸੇ ਮੰਜੂ ਰਾਣਾ ਕੋਲ ਕਿਹੜੀ ਐਸੀ ਪਾਵਰ ਹੈ, ਜਿਹੜੀ ਕਿਹੜੀ ਐਸੀ ਕਪੈਸਿਟੀ ਹੈ ਜਿਸ ਦੇ ਦੌਰਾਨ ਉਹ ਪੁਲਿਸ ਨੂੰ ਘੂਰ ਰਹੀ ਹੈ, ਹਾਂਜੀ, ਦਬਕੇ ਮਾਰ ਰਹੀ ਹੈ। ਇੱਕ ਥੋੜੀ ਮਤਲਬ ਸੈਂਸਿਬਲ ਇਹ ਸਿਆਸੀ ਗੱਲਾਂ ਨੇ। ਇਹਦੇ ਬਾਰੇ ਵਿੱਚ ਭਗਵੰਤ ਮਾਨ ਨੂੰ ਜ਼ਰੂਰ ਗੌਰ ਫਰਮਾਉਣਾ ਚਾਹੀਦਾ। ਮੇਰੇ ਖਿਆਲ ਕਿ ਐਜੂਕੇਸ਼ਨ ਦੀ ਘਾਟ ਹੈ ਔਰ ਇਹਨਾਂ ਲੋਕਾਂ ਨੂੰ ਪਹਿਲੀ ਗੱਲ ਤਾਂ ਪਤਾ ਹੀ ਨਹੀਂ ਇਹ ਜਿਹੜੇ ਲੋਕ ਬਣੇ ਨੇ, ਕਿਉਂਕਿ ਬਹੁਤ ਸਾਰੇ ਤਕਰੀਬਨ ਸਾਰੇ ਚਿਹਰੇ ਨਵੇਂ ਨੇ, ਇਹ ਤੁਸੀਂ ਮੰਨਦੇ ਹੋ ਨਾ? ਦੇਖੋ ਬਾਸੀ ਸਾਹਿਬ, ਤੁਹਾਡੀ ਗੱਲ ਚਿਹਰੇ ਨਵੇਂ ਹੋਣੇ, ਪੁਰਾਣੇ ਹੋਣੇ, ਪਰ ਇਹਨਾਂ ਨੂੰ ਲਿਆਕਤ ਅਤੇ ਇਹਨਾਂ ਦੇ ਕੋਲ ਮੈਨਰਸ ਹੋਣੇ ਬਹੁਤ ਜ਼ਰੂਰੀ ਹੈ, ਜਿਹੜੇ ਕਿ ਇਹ ਨਹੀਂ ਹੈ। ਬਾਸੀ ਸਾਹਿਬ, ਇਹ ਗੱਲ ਠੀਕ ਹੈ ਕਿ ਭਾਵੇਂ ਮੈਂ ਮੰਨਦਾ ਕਿ ਹਲੇ 6 ਮਹੀਨੇ ਹੋਏ ਆ ਸਰਕਾਰ ਨੂੰ, 6 ਮਹੀਨਿਆਂ 'ਚ ਕਿਸੇ ਸਰਕਾਰ ਦੀ ਕਾਰਗੁਜ਼ਾਰੀ ਬਹੁਤੀ ਪਰਖੀ ਨਹੀਂ ਜਾ ਸਕਦੀ, ਪਰ ਉਹਦੇ ਬਾਵਜੂਦ ਵੀ 6 ਮਹੀਨਿਆਂ 'ਚ ਕਾਫੀ ਕੁਝ ਉਹਦਾ ਮੁੱਢਲਾ ਵੇਖਣ ਨੂੰ ਮਿਲ ਸਕਦਾ ਕਿ ਸਰਕਾਰ ਅੱਗੇ ਕਿਵੇਂ ਚੱਲੇਗੀ, ਕਿਉਂਕਿ ਰਵਾਇਤਾਂ ਤਾਂ ਸ਼ੁਰੂ 'ਚ ਹੀ ਬਣਨੀਆਂ ਹੁੰਦੀਆਂ ਨੇ। ਇਹ ਗੱਲਾਂ ਤੁਹਾਡੀਆਂ ਠੀਕ ਹੈ ਕਿ ਹੁਣ ਤਾਂ ਇਹ ਝੇਡਾਂ ਕਰਦੇ ਹੁੰਦੇ ਸੀ ਦੂਜੀਆਂ ਪਾਰਟੀਆਂ ਨੂੰ, ਵੇਖੋ ਜੀ ਇਹਨਾਂ ਨੇ ਗਨਮੈਨ ਲਈ ਫਿਰਦੇ ਆ, ਜੇ ਕਿਸੇ ਨੇ ਕੋਈ ਗਲਤ ਕੰਮ ਹੀ ਨਹੀਂ ਕਰਨਾ ਉਹਨੂੰ ਤਾਂ ਗਨਮੈਨਾਂ ਤੋਂ ਕੀ ਕਰਾਉਣਾ, ਉਹਨੂੰ ਕਾਹਦਾ ਡਰ ਹੈਗਾ। ਖੁੱਲੇ ਆਮ ਫਿਰੇ ਭਗਵੰਤ ਮਾਨ ਜੀ, ਖੁਦ ਆਮ ਕਿੰਨੀਆਂ ਹੀ ਕੱਢ ਲਓ, ਵੀਡੀਓ ਨਿਕਲ ਆਉਣਗੀਆਂ, ਧਰਨੇ ਮੁਜ਼ਾਹਰੇ ਸਾਡੇ ਰਾਜ 'ਚ ਹੋਣਗੇ ਨਹੀਂ, ਕਿਸੇ ਨੂੰ ਟੈਂਕੀ ਤੇ ਨਹੀਂ ਚੜ੍ਹਨਾ ਪਏਗਾ, ਕਿਸੇ ਨੂੰ ਧਰਨਾ ਨਹੀਂ ਲਾਉਣਾ ਪਏਗਾ। ਬਹੁਤ ਗੱਲਾਂ ਕੀਤੀਆਂ ਸੀ, ਸਾਡੀ ਜ਼ਿੰਦਗੀ ਸਾਦਾ ਹੋਏਗੀ, ਅਸੀਂ ਗਨਮੈਨ ਨਹੀਂ ਲਵਾਂਗੇ, ਅਸੀਂ ਵੱਡੀਆਂ ਕੋਠੀਆਂ ਨਹੀਂ ਲਵਾਂਗੇ, ਉਹ ਸਾਰੀਆਂ ਗੱਲਾਂ ਇਹ ਕਰਦੇ ਹੁੰਦੇ ਸੀ ਜੀ। ਪਰ ਜਦੋਂ ਹੁਣ ਰਾਜ ਭਾਗ 'ਚ ਆ ਗਏ, ਉਹ ਸਾਰੀਆਂ ਗੱਲਾਂ ਦੇ ਉਲਟ ਕਰਤਾ ਕੰਮ। ਇਸ ਵੇਲੇ ਗਨਮੈਨ ਇਹਨਾਂ ਕੋਲ ਤਾਂ ਹੈਗੇ ਇਹਨਾਂ ਦੇ ਘਰ ਵਾਲੀਆਂ ਕੋਲੇ ਵੀ ਹੈ, ਇਹਨਾਂ ਦੀ ਮਾਵਾਂ ਕੋਲੇ ਵੀ ਹੈ, ਭੈਣਾਂ ਭਰਾਵਾਂ ਕੋਲੇ ਵੀ ਹੈ, ਸਾਰਿਆਂ ਨੂੰ ਗਨਮੈਨ ਦੇ ਛੱਡੇ ਨੇ। ਫਿਰ ਆਪ ਦੇ ਨਾਲ ਬਹੁਤ ਵੱਡੀਆਂ ਫੌਜਾਂ ਨੇ ਗਨਮੈਨਾਂ ਦੀਆਂ। ਹੁਣ ਇਹ ਉਹਨਾਂ ਗੱਲਾਂ ਤਾਂ ਹੋ ਗਏ ਉਲਟ, ਕੋਠੀਆਂ ਪਸੰਦ ਨਹੀਂ ਆ ਰਹੀਆਂ। ਇੱਕ ਬੀਬੀ ਮਿਨਿਸਟਰ ਆ, ਉਹਨੇ ਇੱਕ ਚਿੱਠੀ ਲਿਖੀ ਐਕਸ਼ਨ ਨੂੰ ਕਿ ਮੈਨੂੰ ਆ ਮੇਰੀ ਕੋਠੀ ਦੇ ਵਿੱਚ 32 ਨਵੀਆਂ ਚੀਜ਼ਾਂ ਚਾਹੀਦੀਆਂ, ਜਿਹਦੇ 'ਚ ਵੱਡੀਆਂ LCDਆਂ, ਨਵੇਂ ਬੈੱਡ, ਸਵਿਮਿੰਗ ਪੂਲ, ਬੈਠਣ ਨੂੰ ਮੂਹਰੇ ਝੁੱਬੀਆਂ ਚਾਹੀਦੀਆਂ। ਜਿੱਦਾਂ ਤੋਂ ਮੈਨੂੰ ਕਿਹੜੀ ਕੌਣ ਮਿਨਿਸਟਰ, ਕੀ ਨਾਮ ਹੈ ਇਸ ਲੇਡੀ ਦਾ? ਅਨਮੋਲ ਗਗਨ ਮਾਨ, ਜੋ ਖਰੜ ਤੋਂ ਜਿੱਤੀ ਹੈ, ਮਿਨਿਸਟਰ ਬਣੀ ਹੈ। ਤੁਸੀਂ ਵੇਖ ਲਓ, ਨਹੀਂ ਹੁੰਦੇ। ਉਹਨੇ ਲਿਖਤੀ ਚਿੱਠੀ ਕੱਢੀ ਉਹਨੂੰ, ਬੜਾ ਉਹਦੀ ਚਰਚਾ ਹੋਈ, ਬੜੇ ਹੈਰਾਨ ਹੋਏ ਲੋਕ ਵੀ। ਕੋਠੀਆਂ 'ਚ ਵਜ਼ੀਰ ਹੀ ਰਹਿੰਦੇ ਰਹੇ, ਹੁਣ ਤਾਂ ਹੀ ਕਦੇ ਕਿਸੇ ਮਿਨਿਸਟਰ ਨੇ, ਨਾ ਕਾਂਗਰਸੀ ਨੇ, ਅਕਾਲੀਆਂ ਨੇ ਨਹੀਂ ਮੰਗੀ। ਮਤਲਬ ਕਿ ਇਹ ਸਾਰਾ ਪੈਸਾ ਸ਼ੋਹਰਤ ਲਈ, ਫੋਕੀ ਸ਼ੋਹਰਤ ਵਾਸਤੇ ਹੈ ਜੀ, ਲੋਕਾਂ ਟੈਕਸ ਪੇ
ਦੀ ਤੁਸੀਂ ਕੀ ਗੱਲ use ਹੈਗੀ ਹੈ, ਤੇ ਉਹ ਤੁਸੀਂ ਇੰਨੀਆਂ ਚੀਜ਼ਾਂ ਬਦਲਾਉਂਦੇ ਆ, ਕੁੰਡੇ ਕਾਬਜੇ ਵੀ ਬਦਲ ਦਿਓ, ਪਰਦੇ ਵੀ ਬਦਲ ਦਿਓ, ਬੈੱਡ ਵੀ ਬਦਲ ਦਿਓ, ਜਿਹੜੇ ਹੁਣ ਤਾਈਂ ਪੈਂਦੇ ਰਹੇ ਆ ਉਹ ਵੀ ਬੈੱਡਾਂ ਤੇ ਹੀ ਪੈਂਦੇ ਰਹੇ ਆ। ਸੋ ਮੇਰਾ ਮਤਲਬ ਵੀ ਉਹ ਬੜਾ ਚੇਂਜ ਇਸ ਗੱਲ ਦੇ ਕਿਵੇਂ ਆਪਣਾ ਮਜ਼ਾਕ ਆਪ ਬਣਾਉਂਦੇ ਨੇ ਲੋਕ। ਹਾਂ, ਬਾਕੀ ਆ ਜਿਹੜੀਆਂ ਗੱਲਾਂ ਡੀਸੀਪੀ ਨੂੰ ਕੁੱਟ ਚਿੰਬੜ ਜਾਣਾ ਜਲੰਧਰ ਦੇ ਵਿੱਚ, ਹੋਰ ਥਾਂ ਜਿਵੇਂ ਫਰੀਦਕੋਟ ਦੀ ਘਟਨਾ ਹੋਈ, ਬੜੀਆਂ ਘਟਨਾਵਾਂ ਹੋਈਆਂ। ਹੋਰ ਇੱਕ ਸਿਹਤ ਮੰਤਰੀ ਨੇ ਹਾਂਜੀ ਔਰ ਇੱਕ ਅਫਸਰ ਸਾਹਿਬਾਨ ਨੂੰ ਵੀਸੀ ਨੂੰ ਜਾ ਕੇ ਗੰਦੇ ਗੱਡੇ ਤੇ ਕਹਿਣਾ ਲੇਟ, ਹਾਲਾਂਕਿ ਡਿਊਟੀ ਨਹੀਂ ਹੁੰਦੀ ਵੀਸੀ ਦੀ ਗੱਦੇ ਗੁੱਦੇ ਵਿਛਾਉਣੇ, ਉਹ ਸੁਬਡੈਂਟ ਦੀ ਡਿਊਟੀ ਹੁੰਦੀ ਹੈ, ਵੀਸੀ ਨੇ ਪ੍ਰਬੰਧ ਵੇਖਣੇ ਹੁੰਦੇ ਆ। ਚਲੋ ਤੁਸੀਂ ਦਿਓਗੇ ਤਾਂ ਗੱਦੇ ਨਵੇਂ ਵਿਛਣਗੇ ਨਾ, ਜੇ ਗੱਦੇ ਸਰਕਾਰ ਦਿਓ ਨਹੀਂ ਵੀਸੀ ਕਿਹੜਾ ਜੇਬ ਚ ਵਿਛਾ ਦੂਗਾ। ਔਰ ਇਹ ਗੱਲ ਕੱਲਾ ਭਗਵੰਤ ਮਾਨ ਹੀ ਨਹੀਂ ਕਹਿੰਦੇ ਸੀ, ਸਿਕਿਉਰਿਟੀ ਦੀਆਂ ਵੱਡੀਆਂ ਲਈ ਫਿਰਦੇ ਨੇ, ਜੇ ਨਾ ਡਰਿਆ ਤੇ ਫਿਰ ਤੁਸੀਂ ਘਰ ਬੈਠ ਜਾਓ। ਇਹ ਜਿਹੜੀ ਜਦੋਂ ਆਪਣੇ ਚੰਨੀ ਆਇਆ, ਉਹਨੇ ਵੀ ਘੱਟ ਨਹੀਂ ਇਹ ਕੀਤਾ, ਉਹਨੇ ਵੀ ਦੇਖਿਆ ਜਾਵੇ ਪੂਰਾ ਡਰਾਮਾ ਕੀਤਾ 1 ਮਹੀਨਾ। ਉਸ ਤੋਂ ਬਾਅਦ ਉਹਦੇ ਲੜਕੇ ਦੀ ਸ਼ਾਦੀ ਹੋਈ ਔਰ ਉਸ ਤੋਂ ਬਾਅਦ ਉਹਨੇ ਆਪਣੇ ਕਾਂਗਰਸ ਦਾ ਕਲਚਰ ਤਾਂ ਹੈਗਾ ਸੀ, ਕਾਂਗਰਸ ਦਾ ਕਲਚਰ ਤਾਂ ਬਾਸੀ ਸਾਹਿਬ ਸੀਗਾ, ਉਹਨੂੰ ਨਹੀਂ ਆਪਾਂ ਕਹਿ ਸਕਦੇ, ਉਹ ਤਾਂ ਸੀਗਾ ਹੀ, ਉਹਦੇ ਤੇ ਕੋਈ ਮੁਨਕਰ ਨਹੀਂ ਹੁੰਦਾ। ਕਾਲੀਆਂ ਤੇ ਕਾਂਗਰਸ ਨੂੰ ਤਾਂ ਭੰਡਦੇ ਹੀ ਆਪ ਵਾਲੇ ਇਸ ਕਰਕੇ ਹੁੰਦੇ ਸੀ ਕਿ ਇਹਨਾਂ ਦਾ ਇਹ ਕਲਚਰ ਹੈ, ਇਹ ਗਨਮੈਨ ਲਈ ਫਿਰਦੇ ਆ, ਫਲਾਨਾ ਕਰਦੇ ਆ। ਇਹ ਲੋਕਾਂ ਨੂੰ ਇਹ ਸੀ ਕਿ ਇਹ ਬਿਲਕੁਲ ਗਨਮੈਨਾਂ ਤੋਂ ਬਿਨਾਂ ਫਿਰਨਗੇ, ਕੋਈ ਗੱਲ ਨਹੀਂ, ਇਹਨਾਂ ਨੇ ਕਿਹੜਾ ਕੋਈ ਹਲੇ ਨਵੇਂ ਨੇ, ਇਹਨਾਂ ਨੂੰ ਤਾਂ ਪਰ ਇਹਨਾਂ ਨੂੰ ਸ਼ੁਰੂ ਤੇ ਘੱਟੋ ਘੱਟ ਰੱਖਦੇ, ਸਾਲ 6 ਮਹੀਨੇ ਬਿਨਾਂ ਗਨਮੈਨਾਂ ਤੋਂ ਰਹਿੰਦੇ, ਕੀ ਫਰਕ ਪੈਂਦਾ ਸੀਗਾ, ਕੁਛ ਤਾਂ ਲੋਕਾਂ ਨੂੰ ਦਿਖਾਉਂਦੇ। ਪਰ ਇਹਨਾਂ ਤੇ ਉਦੋਂ ਵੀ ਤੇਜ਼ੀ ਨਾ ਆ ਕੇ ਉਦੋਂ ਗਨਮੈਨ ਵੀ ਉਦੋਂ ਜ਼ਿਆਦਾ ਲੈ ਲੇਗਾ, ਆਪਦੇ ਰਿਸ਼ਤੇਦਾਰਾਂ ਨੂੰ ਦਵਾ ਤੇ ਗੱਡੀਆਂ ਦੇਤੀਆਂ, ਹੋਰ ਬੜਾ ਕੁਛ ਹੈ। ਪਰ ਹਲੇ ਆਪਾਂ ਕਹਿੰਦੇ ਵੀ ਜਿਹੜੀ ਕੋਈ ਕਾਰਗੁਜ਼ਾਰੀ ਤਾਂ 6 ਮਹੀਨਿਆਂ ਦੀ ਕੋਈ ਹੈ ਨਹੀਂ। ਜੇ ਕਹੀਏ ਅੱਜ ਤੁਸੀਂ ਪੰਜਾਬ ਦੇ ਵਿੱਚ 100 ਬੰਦੇ ਨੂੰ ਕਾਲ ਕਰ ਲਓ, ਤੁਹਾਨੂੰ 90 ਬੰਦੇ ਕਹਿਣਗੇ ਕਿ ਕਾਰਗੁਜ਼ਾਰੀ ਜ਼ੀਰੋ ਹੈ। 5-7 ਬੰਦੇ ਇਹਨਾਂ ਦੇ ਵਰਕਰ ਹੋਣਗੇ ਜਿਹੜੇ ਉਹ ਕਹਿਣਗੇ ਨਹੀਂ, ਆਮ ਲੋਕੀ ਸਾਰੇ ਸੰਤੁਸ਼ਟ ਨਹੀਂ। ਅੱਜ ਉਵੇਂ ਧਰਨੇ ਲਾਉਂਦੇ ਆ, ਕਟਾਪੇ ਹੁੰਦੇ ਆ, ਟੈਂਕੀਆਂ ਦੇ ਚੜੇ ਬੈਠੇ ਆ ਲੋਕ ਰੋਜ਼ ਹੀ, ਕਿਤੇ ਨਾ ਕਿਤੇ ਮਜ਼ਾਰਾ, ਕਿਤੇ ਹੋਰ ਲੋਕ ਆਪਣੀਆਂ ਗੱਲਾਂ ਵੀ ਜਿਹੜੇ ਤੁਸੀਂ ਵਾਅਦੇ ਸਾਡੇ ਨਾਲ ਕੀਤੇ ਆ। ਇੱਥੋਂ ਤੱਕ ਪ੍ਰੋਫੈਸਰ ਬੜੇ ਕੁੱਟੇ ਬਰਨਾਲੇ ਦੇ ਵਿੱਚ ਆਪਣੇ ਕਾਲਜਾਂ ਦੇ। ਸੋ ਇਹ ਗੱਲ ਤਾਂ ਹਲੇ 6 ਮਹੀਨੇ ਲੋਕ ਹੈਰਾਨੀ ਵਾਲੀ ਗੱਲ ਹੈ ਕਿ 4 ਮਹੀਨਿਆਂ ਬਾਅਦ ਜਿਮਨੀ ਚੋਣ ਹੋਣਾ ਹੈ ਮੈਂਬਰ ਆਫ ਪਾਰਲੀਮੈਂਟ ਦੀ, ਜਿੱਥੋਂ ਕਿ ਭਗਵੰਤ ਮਾਨ ਹੋਣੀ ਜੱਦੀ ਸੀਟ ਸੀ, ਤਾਂ ਉੱਥੇ ਸਿਮਰਜੀਤ ਮਾਨ ਦਾ ਜਿੱਤ ਜਾਣਾ ਕਾਰਨ ਮੂਸੇਵਾਲੇ ਦੀ ਮੌਤ ਦਾ ਹੈ ਜਾਂ ਫਿਰ ਕੋਈ ਹੋਰ ਕਾਰਨ ਜਿਸ ਕਰਕੇ ਉਹਨੂੰ? ਦੋ ਕਾਰਨ ਆ, ਇੱਕ ਤਾਂ ਉੱਥੇ ਆਪ ਨੂੰ ਹਰਾਉਣਾ ਚਾਹੁੰਦੇ ਸੀ ਲੋਕ, ਉਹੀ ਗੱਲ ਕਿ ਨਿਰਾਸ਼ ਹੋ ਗਏ ਨੇ, ਆਪ ਨੂੰ ਹਰਾਉਣਾ ਚਾਹੁੰਦੇ ਨੇ। ਤੇ ਦੂਜੀ ਗੱਲ ਸੀਗੀ ਕਿ ਮਾਨ ਉੱਥੇ 20-22 ਸਾਲ ਤੋਂ ਲੜਦਾ, ਆਈ ਵਾਰ ਹਾਰ ਜਾਂਦਾ ਸੀ, ਉਹਨੂੰ ਹਮਦਰਦੀ ਵੀ ਸੀ ਲੋਕਾਂ ਨਾਲ ਵੀ ਆਈ ਵਾਰ ਹਾਰ ਜਾਂਦਾ। ਮੂਸੇਵਾਲੇ ਦਾ ਵੀ ਅਸਰ ਸੀਗਾ ਉੱਥੇ ਕਿ ਮੂਸੇਵਾਲੇ ਨੇ ਪਹਿਲਾਂ ਕਹਿਤਾ ਸੀ ਕਿ ਮੈਂ ਕਿ ਬਾਬੇ ਨੂੰ ਆਪ ਜਿਤਾਉਂਗਾ ਜਾ ਕੇ ਬਹਿ ਕੇ, ਉਹ ਵੀ ਲੋਕਾਂ ਨੇ, ਨੌਜਵਾਨ ਪੀੜ੍ਹੀ ਬਹੁਤ ਵੱਡੀ ਗਿਣਤੀ 'ਚ ਉਸ ਪਾਸੇ ਗਈ। ਉਹੀ ਕਾਰਨ ਬਣਿਆ ਕਿ ਲੋਕ ਚਾਹੁੰਦੇ ਸੀ ਕਿ ਇੱਕ ਅਕਾਲੀ ਦਲ ਨੂੰ ਵੋਟਾਂ ਪਾਈਆਂ ਜਾਣ ਤਾਂ ਕਿ ਜਿਹੜੀ ਆਪ ਹਾਰ ਜੇ, ਕਿਤੇ ਆਪ ਨਾ ਜਿੱਤ ਜੇ। ਆਪ ਨੂੰ ਇੱਕ ਅਕਾਲੀ ਦਲ ਹਰਾ ਸਕਦਾ, ਦੋ ਨਹੀਂ ਹਰਾ ਸਕਦੇ। ਉਹਨਾਂ ਨੇ ਫਿਰ ਉਹਦੇ 'ਚ ਮਾਨ ਦੀ ਚੋਣ ਕੀਤੀ ਕਿਉਂਕਿ ਨੌਜਵਾਨ ਤਬਕਾ ਸਾਰਾ ਉਧਰ ਚਲਿਆ ਗਿਆ ਉਹਨਾਂ ਕਰਕੇ, ਮੂਸੇਵਾਲਾ ਦੀ ਗੱਲ ਕਰਕੇ। ਸੋ ਇਸ ਕਰਕੇ ਮਾਨ ਦੀ ਵੈਸੇ ਸਰਕਾਰ ਵਾਸਤੇ ਅੱਜ ਤਾਈਂ ਕਦੇ ਹੋਇਆ ਨਹੀਂ ਕਿ ਸਰਕਾਰ ਪਹਿਲੇ 3 ਮਹੀਨਿਆਂ 'ਚ ਬਾਈ ਇਲੈਕਸ਼ਨ ਹਾਰ ਜੇ, ਉਹ ਵੀ ਚੀਫ ਮਿਨਿਸਟਰ ਦੇ ਘਰ ਦੀ ਬਾਈ ਇਲੈਕਸ਼ਨ, ਉਹ ਹਾਰ ਜੇ। ਅੱਜ ਤਾਈਂ ਕਦੇ ਹੋਇਆ ਨਹੀਂ, ਪਹਿਲੀ ਵਾਰੀ ਹੋਇਆ। ਇੱਥੋਂ ਇੰਡੀਕੇਸ਼ਨ ਸਮਝ ਲੈਣੀ ਚਾਹੀਦੀ ਆ। ਤਬਦੀਲੀ ਤਾਂ ਹੁਣ ਬਹੁਤ ਵੱਡੀ ਹੈਗੀ। ਮੈਂ ਆਉਣ ਤੋਂ ਪਹਿਲਾਂ ਨਾ ਇੱਕ ਫੈਕਟਰੀ ਦੇ ਵਿੱਚ ਗਿਆ ਸੀ ਜਿੱਥੇ 5000 EMPLOYEES ਕੰਮ ਕਰਦਾ ਹੈ, 80-90 ਪਿੰਡਾਂ ਤੋਂ ਉੱਥੇ ਮੁਲਾਜ਼ਮ ਆਉਂਦੇ ਨੇ, ਲੇਬਰ। ਉਹਨਾਂ ਨੇ ਮੈਨੂੰ ਗੱਲ ਸੁਣਾਈ, ਉਹ ਕਹਿੰਦੇ ਜੀ ਇਹ ਸਾਰੀ ਲੇਬਰ ਹੈ ਜਿਹੜੀ, ਇਹਨਾਂ ਚੋਂ 95% ਨੇ ਵੋਟਾਂ ਆਮ ਆਦਮੀ ਨੂੰ ਪਾਈਆਂ ਸਨ ਜਦੋਂ ਪਹਿਲਾਂ ਵੋਟਾਂ ਪਈਆਂ ਨੇ 2022 ਚ। ਤੇ ਜੇ ਅੱਜ ਵੋਟਾਂ ਪੈ ਜਾਣ, ਉਹ ਕਹਿੰਦੇ ਸ਼ਾਇਦ ਮੈਨੂੰ ਲੱਗਦਾ ਇੱਕ ਵੀ ਨਾ ਪਾਵੇ ਇਹਨਾਂ ਦੇ ਵਿੱਚੋਂ, ਇੰਨੀ ਵੱਡੀ ਤਬਦੀਲੀ ਹੈਗੀ ਐਸੀ। ਸੋ ਪੰਜਾਬ ਦੇ ਜਿਹੜੇ ਲੋਕ ਨੇ ਇਹਨਾਂ ਦੀਆਂ ਗੱਲਾਂ ਤੋਂ ਮੇਰੇ ਖਿਆਲ ਕਿ ਖਫਾ ਹੋ ਚੁੱਕੇ ਨੇ ਔਰ ਇਹਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਲੋਕ ਨੇ ਕਾਂਗਰਸ ਵਿੱਚ ਗਏ ਨੇ ਔਰ ਪਿੱਛੇ ਜਿਹੇ ਇਹਨਾਂ ਨੇ ਐਲੀਗੇਸ਼ਨ ਲਾਏ ਨੇ ਕਿ ਸਾਡੇ ਵਿਧਾਇਕ ਜਿਹੜੇ ਨੇ ਉਹ ਬੀਜੇਪੀ ਲਿਜਾਣ ਨੂੰ ਤਿਆਰ ਆ ਤੇ ਇਹ ਕਹਿੰਦੇ ਅਸੀਂ ਮੰਡੀ ਵਿੱਚ ਵਿਕਣ ਵਾਲੇ ਨਹੀਂ ਹੈ। ਇਹ ਬੜਾ ਕੁਝ ਹੋ ਰਿਹਾ। ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਵਿੱਚ ਇੱਕ ਬਹੁਤ ਵੱਡਾ ਹੇਰ ਫੇਰ ਜਿਹੜਾ ਬਦਲ ਹੀ ਨਹੀਂ ਬਲਕਿ ਬਹੁਤ ਵੱਡਾ ਸਿਆਸੀ ਤੂਫਾਨ ਆਉਣ ਦੇ ਆਸਾਰ ਮੀਡੀਆ ਦੱਸ ਰਿਹਾ। ਪਤਾ ਨਹੀਂ ਕਿਹੋ ਜਿਹੇ ਸਿਆਸੀ ਤੂਫਾਨ ਆਉਣੇ ਆ। ਔਰ ਜੇ ਅਸੀਂ ਗੱਲ ਕਰੀਏ ਤੁਹਾਡੇ ਹਲਕੇ ਦੀ ਰਾਮਪੁਰਾ ਫੂਲ ਦੀ, ਇੱਥੇ ਵੀ ਦੇਖਿਆ ਜਾਵੇ ਕਿ ਨਵਾਂ ਬਣਿਆ ਵਿਧਾਇਕ ਜਿਹੜਾ ਗਾਇਕ ਹੈ ਔਰ ਉਹਦੀ ਵੀ ਜਿਹੜੇ ਐਕਟੀਵਿਟੀਜ਼ ਆ ਉਹ ਵੀ ਜਦੋਂ ਸਾਨੂੰ ਅਖਬਾਰਾਂ 'ਚ ਖਬਰਾਂ ਸੁਣਨ ਨੂੰ ਜਾਂ ਟੈਲੀਕਾਸਟ ਕਰਨ ਨੂੰ ਮਿਲਦੀਆਂ ਤਾਂ ਬੜਾ ਅਜੀਬ ਲੱਗਦਾ। ਇੱਕ ਐਸਾ ਗਾਇਕ ਹੁੰਦਾ ਜਿਹੜਾ ਕਿ ਲੋਕਪ੍ਰਿਯ ਹੁੰਦਾ ਔਰ ਤੁਸੀਂ ਇੱਕ ਪਾਸੇ ਇੱਕ ਲੋਕਾਂ ਦੀ ਸੇਵਾ ਕਰਨ ਤੇ ਤੁਲੇ ਹੋ, ਦੂਜੇ ਪਾਸੇ ਤੁਸੀਂ ਲੋਕਾਂ ਨੂੰ ਹਰਾਸਮੈਂਟ ਦਿੰਦੇ ਹੋ ਕਿ ਤੁਸੀਂ ਉਹਨੂੰ ਵੋਟ ਪਾਈ ਆ, ਮੈਂ ਤੁਹਾਡਾ ਕੰਮ ਨਹੀਂ ਕਰਨਾ। ਇਹ ਜਿਹੜੀ ਇਹਨਾਂ ਮਨਾਂ ਦੇ ਵਿੱਚ ਜਿਹੜਾ MLA ਬਣ ਜਾਂਦਾ, ਇੱਕ ਬਹੁਤ ਵੱਡੀ ਜਿਹੜੀ ਆ ਇੱਕ ਮੈਂ ਕਹਿ ਸਕਦਾ ਕਿ ਬੜੀ ਮਾੜੀ ਸੋਚ ਆ ਕਿਸੇ ਵੀ ਦੇਸ਼ ਵਿੱਚ ਆ। ਜਦੋਂ ਤੁਸੀਂ ਇਲੈਕਟ ਹੋ ਜਾਂਦੇ ਤੁਸੀਂ ਸਾਰੇ ਵਾਸਤੇ ਇਲੈਕਟ ਹੁੰਦੇ ਹੋ, ਹੈ ਤੁਸੀਂ ਦੇਸ਼ ਦਾ, ਆਪਣੇ ਪ੍ਰਾਂਤ ਦਾ, ਆਪਣੇ ਜਿਹੜਾ ਹਲਕੇ ਦਾ ਭਲਾ ਕਰਨਾ ਆ, ਨਾ ਕਿ ਤੁਸੀਂ ਕ੍ਰਿਮੀਨਲ ਲੋਕਾਂ ਨੂੰ ਜੱਫੀ ਵਿੱਚ ਲੈਣਾ ਜਾਂ ਉਹਨਾਂ ਨੂੰ ਉਹਨਾਂ ਦੇ ਨਾਲ ਖੜ ਕੇ ਹਾਂਜੀ ਦੂਜੇ ਆਪੋਜੀਸ਼ਨ ਵਾਲਿਆਂ ਨੂੰ ਢਾਉਣ ਦੀ ਕੋਸ਼ਿਸ਼ ਕਰਨਾ। ਇਹ ਕਦੋਂ ਰੁਕੂਗਾ? ਇਹ ਰੁਕਣ ਦਾ ਨਾਂ ਨਹੀਂ ਲੈ ਰਿਹਾ, ਭਾਵੇਂ ਕੋਈ ਵੀ ਸਰਕਾਰ ਹੋਵੇ। ਇਹਦੇ ਬਾਰੇ ਵਿੱਚ ਜਿਹੜੀ ਪਬਲਿਕ ਆ ਉਹ ਸਭ ਜਾਣਦੀ ਆ। ਔਰ ਜਦੋਂ ਕੋਈ ਵੀ ਸਰਕਾਰ ਹੁੰਦੀ ਮਲੂਕਾ ਸਾਹਿਬ, ਦੂਜੇ ਤੇ ਇੱਕਦਮ ਐਲੀਗੇਸ਼ਨ ਹੀ ਨਹੀਂ ਬਲਕਿ ਉਹਨੂੰ ਜੇਲ੍ਹ ਭੇਜਣ ਦੀ ਕੋਸ਼ਿਸ਼ ਕਰਦੇ ਆ।
ਹਾਂਜੀ, ਇਹ ਸਰਕਾਰ ਵੀ ਇਹੀ ਕਰ ਰਹੀ ਹੈ। ਵੈਸੇ ਤਾਂ ਠੀਕ ਹੈ ਤੁਹਾਡੀ ਗੱਲ ਕਿ ਸਰਕਾਰਾਂ ਦੇ ਵਿੱਚ ਜਿਹੜੀਆਂ ਜਿੰਨੀਆਂ ਵੀ ਆਈਆਂ, ਮੈਂ ਉਸ ਗੱਲ ਤੋਂ ਇਨਕਾਰ ਨਹੀਂ ਕਰਦਾ, ਕਿਤੇ ਨਾ ਕਿਤੇ ਕਮੀਆਂ ਤਾਂ ਹਰੇਕ ਸਰਕਾਰ ਦੇ ਵਿੱਚ ਹੀ ਰਹੀਆਂ ਨੇ, ਪਰ ਇਹ ਮੈਨੂੰ ਲੱਗਦਾ ਵੀ ਸਾਰੀਆਂ ਹੱਦਾਂ ਪੰਨਾ ਟਪਾ ਕੇ ਜਾਣਗੇ। ਪਰ ਝੂਠੇ ਪਰਚੇ ਦੇਣ ਦੇ ਵਿੱਚ ਵੀ, ਲੋਕਾਂ ਨਾਲ ਧੱਕੇ ਕਰਨ ਦੇ ਵਿੱਚ ਵੀ, ਨਾ ਇਨਸਾਫੀਆਂ ਸਿਆਸਤ ਦੇ ਵਿੱਚ ਵੀ, ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੇ ਵਿੱਚ, ਜਿਵੇਂ ਤੁਸੀਂ ਸਾਡੇ ਵਾਲੇ ਦੀ ਗੱਲ ਹੀ ਕੀਤੀ ਹੈ। ਚਲੋ ਮੈਂ ਕੋਈ ਬਹੁਤਾ ਕਦੇ ਕਿੰਤੂ ਪਰੰਤੂ ਉਹਨਾਂ ਤੇ ਕਰਦਾ ਨਹੀਂ ਹੁੰਦਾ, ਮੈਂ ਕਿਹਾ ਹਲੇ ਕਰਨ ਦਿਓ ਕੰਮ, MLA ਦੀ ਉਹਦੀ ਡਿਊਟੀ ਹੈ, ਸੇਵਾ ਕਰੇ। ਪਰ ਇੰਨੇ ਟੈਲੀਫੋਨ ਆਉਂਦੇ ਆ ਸਾਡੇ ਰਾਮਪੁਰੇ ਸ਼ਹਿਰ ਦੇ ਵਿੱਚੋਂ, ਅੱਜ ਹੀ ਪਾਣੀ ਗਲੀਆਂ 'ਚ ਵੜਿਆ ਫਿਰਦਾ, ਅੱਜ ਦੁਕਾਨਾਂ 'ਚ ਪਾਣੀ ਵੜ ਗਿਆ ਜੀ, ਅੱਜ ਬਿਜਲੀ ਹੈ ਨਹੀਂ ਜੀ, ਅੱਜ ਖੱਡੇ ਪਏ ਸੜਕਾਂ ਤੇ ਜੀ। ਤੁਸੀਂ, ਮੈਂ ਕਿਹਾ ਮੈਂ ਸਾਡੇ ਕੋਲੇ ਕੁਛ ਹੈ ਹੀ ਨਹੀਂ, ਮੈਂ ਕਿਹਾ ਤੁਸੀਂ MLA ਨੂੰ ਟੈਲੀਫੋਨ ਕਰੋ, ਕਦੇ ਫੋਨ ਹੀ ਨਹੀਂ ਚੱਕਦਾ। ਫੋਨ ਕਿਹਨੂੰ ਕਰਕੇ, ਫੋਨ ਹੀ ਨਹੀਂ ਚੱਕਦਾ। ਇਵੇਂ ਜੀ ਕਿ ਟਰੱਕ ਯੂਨੀਅਨ ਦਾ ਪ੍ਰਧਾਨ ਵੀ ਰਾਮਪੁਰੇ ਦਾ ਧੱਕੇ ਨਾਲ, ਭਗਤੇ ਦਾ ਵੀ ਧੱਕੇ ਨਾਲ, ਵਪਾਰ ਮੰਡਲ ਦਾ ਵੀ ਪ੍ਰਧਾਨ ਧੱਕੇ ਨਾਲ, ਆੜ੍ਹਤੀ ਐਸੋਸੀਏਸ਼ਨ ਦਾ ਪ੍ਰਧਾਨ ਵੀ ਧੱਕੇ ਨਾਲ, ਠੋਸ ਤੇ ਲੋਕਾਂ ਦੇ ਉੱਤੇ। ਸੋ ਲੋਕੀ ਚੁੱਪ ਤਾਂ ਕਰ ਜਾਂਦੇ ਹੁੰਦੇ ਨੇ, ਜਦੋਂ ਸਰਕਾਰ ਹੋਵੇ ਡਰਦੇ ਬਾਰੇ ਕਈ ਵਾਰੀ ਚੁੱਪ ਕਰ ਜਾਂਦੇ ਨੇ, ਪਰ ਜਦੋਂ ਉਹਦੇ ਬਾਅਦ ਚ ਰਿਜ਼ਲਟ ਆਉਂਦੇ ਆ ਉਦੋਂ ਬਹੁਤੇ ਚੰਗੇ ਨਹੀਂ ਆਉਂਦੇ ਹੈਗੇ। ਮੁਲਕ ਸਾਹਿਬ, ਤੁਹਾਡਾ ਜਿਹੜਾ ਹਲਕਾ ਹੈ ਇਹਦੇ ਵਿੱਚ ਕਿੰਨੇ ਪਿੰਡ ਨੇ ਅਤੇ ਕਿੰਨੇ ਕਸਬੇ ਨੇ? ਸਾਡੇ ਹਲਕੇ ਦੇ ਟੋਟਲ ਜਿਹੜੇ ਗਿਣਗੇ, ਵੱਡਾ ਸ਼ਹਿਰ ਇੱਕ ਰਾਮਪੁਰਾ ਸ਼ਹਿਰ ਹੈ ਵੱਡਾ, ਤੇ 5 ਮਿਊਨਿਸਪੈਲਿਟੀਆਂ ਹੋਰ ਨੇ, ਜਿਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਪਿੰਡ ਹੈ ਮਹਿਰਾਜ, ਭਾਈ ਰੂਪਾ ਬਹੁਤ ਵੱਡਾ ਇਤਿਹਾਸਕ ਪਿੰਡ ਹੈ, ਭਗਤਾ ਭਾਈਕਾ, ਕੋਠਾ ਗੁਰੂ ਮਰੂਕਾ, ਇਹ 5 ਨਗਰ ਪੰਚਾਇਤਾਂ ਨੇ। ਉਸ ਤੋਂ ਬਾਅਦ 35-36 ਕੋਈ 40 ਕੁ ਪੰਚਾਇਤਾਂ ਨੇ ਹੋਰ ਜਿਹੜੀਆਂ ਹੈਗੀਆਂ। ਇਹ ਜਾਨੀ ਵੱਡੇ ਪਿੰਡ ਨੇ ਮੇਰੇ ਹਲਕੇ ਦੇ ਵਿੱਚ। ਜ਼ਿਆਦਾ ਵੋਟ ਤਾਂ ਤਕਰੀਬਨ ਸਾਰਿਆਂ 'ਚ ਬਰਾਬਰ ਜਿਹੀ ਹੁੰਦੀ ਹੈ, 160 ਦੇ ਲਗਭਗ, ਪਰ ਪਿੰਡ ਵੱਡੇ ਨੇ ਜ਼ਿਆਦਾ ਮੇਰੇ ਹਲਕੇ ਦੇ ਵਿੱਚ, ਕਾਫੀ ਵੱਡੇ ਵੀ ਛੋਟੇ ਵੀ ਨਹੀਂ, ਕਿਉਂਕਿ ਮੇਰੇ ਟੀਮ ਦੇ ਮੈਂਬਰ ਹੈ ਜਿਹੜੀ ਨਵੀਂ ਟੈਕਨੋਲੋਜੀ, ਹਾਂਜੀ, ਕੇਸਰ ਸਿੰਘ ਵਾਲਾ, ਉਹ ਛੋਟਾ ਪਿੰਡ ਹੈ। ਹਾਂਜੀ, ਇੰਨਾ ਛੋਟਾ ਵੀ ਨਹੀਂ, ਛੋਟਾ ਪਿੰਡ। ਆਈ ਸੀ। ਸੋ ਇਹਨਾਂ ਨੇ ਛੋਟਾ ਪਿੰਡ ਗਏ ਤੁਸੀਂ? ਕੇਸਰ ਸਿੰਘ ਵਾਲਾ ਮੈਂ ਇੱਕ ਵਾਰੀ ਪਿੰਡ ਜਾਂਦੇ, ਬਹੁਤ ਵਾਰੀ। ਉਹ ਤਾਂ ਨਾਲ ਹੀ ਹੈ, ਸਾਡੇ ਪਿੰਡ ਦੇ ਬਿਲਕੁਲ ਨੇੜੇ ਹੀ ਹੈ, ਨਾਲ ਹੀ ਹੈ, ਬਹੁਤ ਵਾਰੀ ਜਾਈਦਾ। ਆਈ ਸੀ। ਸੋ ਮੈਂ ਆਪਣੇ ਗੁਰਪ੍ਰੀਤ ਜੀ ਵੱਲੋਂ ਵੀ ਤੁਹਾਡਾ ਵੈਲਕਮ ਕਰਦਾ। ਤੁਹਾਡੇ ਇਹ ਵੋਟਰ ਵੀ ਨੇ, ਸਪੋਰਟਰ ਵੀ ਨੇ, ਅਤੇ ਅੱਜ ਕੱਲ੍ਹ ਰਿਪੋਰਟਰ ਵੀ ਨੇ, ਕਿਉਂਕਿ ਰਿਪੋਰਟਿੰਗ ਕਰਦੇ ਨੇ। ਸੋ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਇਹਨਾਂ ਛੁੱਟੀਆਂ ਦੌਰਾਨ ਕੈਨੇਡਾ ਦੇ ਵਿੱਚ, ਹਾਂਜੀ, ਖੂਬ ਮਹਿਮਾਨਬਾਜ਼ੀ ਹੋਵੇਗੀ। ਸੋ ਤੁਸੀਂ ਜਦੋਂ ਕੋਈ ਵੀ ਵਿਅਕਤੀ ਕਿਸੇ ਵੀ ਪਾਰਟੀ ਦੇ ਨਾਲ ਰਿਲੇਟਡ ਹੁੰਦਾ, ਉਸ ਤੋਂ ਬਾਅਦ ਪਾਰਟੀ ਦੀਆਂ ਖਾਮੀਆਂ, ਪਾਰਟੀ ਨੀਤੀਆਂ ਜਿਹੜੀਆਂ ਨੇ ਉਹ ਫਿਰ ਤੁਹਾਨੂੰ ਚੁੱਭਦੀਆਂ ਹੋਣਗੀਆਂ। ਕੋਈ ਐਸੀ ਗੱਲ ਚੁੱਭਦੀ ਜਿਸ ਕਰਕੇ ਤੁਹਾਡੀ ਬਹੁਤ ਵੱਡੀ ਇਹ ਜਿਹੜੀ ਹਾਰ ਦਾ ਕਾਰਨ, ਇਹ ਤੁਹਾਨੂੰ ਨਹੀਂ, ਹਰ ਦੇਸ਼ ਵਿੱਚ ਜਿਹੜੀਆਂ ਪਾਰਟੀਆਂ ਹਾਰਦੀਆਂ ਨੇ, ਨਹੀਂ, ਮੈਨੂੰ ਕਿਤੇ ਹੋਰ ਨਹੀਂ ਚੁੱਭਦੀ, ਮੈਨੂੰ ਆਪਦੇ ਹਲਕੇ ਦੇ ਲੋਕਾਂ ਤੇ ਗਿਲਾ ਜ਼ਰੂਰ ਹੈ। ਵੈਸੇ ਮੈंने ਵੋਟਾਂ ਬਹੁਤ ਪਾਈਆਂ ਨੇ, ਥੋੜੀ ਵੋਟ ਤੇ ਹਰਿਆ ਮੈਂ, ਉਹ ਵੀ ਕਾਂਗਰਸ ਦੀ ਵੋਟ ਬਹੁਤੀ ਡਾਊਨ ਚਲੀ ਗਈ ਤਾਂ ਵੀ, ਪਰ ਮੈਂ ਗਿਣਦਾ ਕਿ ਜਿੰਨੇ ਮੈਂ ਕੰਮ ਕੀਤੇ ਉਸ ਹਲਕੇ ਦੇ ਵਿੱਚ, ਕੰਮਾਂ ਦੇ ਵਿੱਚ ਕੋਈ ਮੁਕਾਬਲਾ ਨਹੀਂ ਬਾਸੀ ਸਾਹਿਬ, ਇੰਨੇ ਕੰਮ ਜ਼ਿਆਦਾ ਕੀਤੇ ਹੋਣ, ਫਿਰ ਵੋਟਾਂ ਨਾ ਪੈਣ, ਫਿਰ ਬੰਦੇ ਦਾ ਮਨ ਤਾਂ ਦੁਖੀ ਹੁੰਦਾ ਹੀ ਹੁੰਦਾ। ਜੇ ਮੈਂ ਤੁਹਾਨੂੰ ਦੱਸ ਕੇ ਹਟਿਆ ਕਿ 40 ਪਿੰਡ ਸੀ ਸਾਡੇ ਹਲਕੇ ਦੇ, 35 ਵਿੱਚ ਪੱਕੀਆਂ ਅਨਾਜ ਮੰਡੀਆਂ ਨੇ, 35 ਪਿੰਡਾਂ 'ਚ 5 ਪਿੰਡ ਛੋਟੇ ਨੇ ਜਿਨ੍ਹਾਂ ਨੇ ਆਪ ਬਣਵਾਈਆਂ ਨਹੀਂ, ਤੇ 32 ਸਕੂਲ ਨੇ ਸੀਨੀਅਰ ਸੈਕੰਡਰੀ ਸਕੂਲ, ਕਿਤੇ ਨਹੀਂ ਹੋਣੇ ਪੰਜਾਬ 'ਚ, ਕਿਸੇ ਹਲਕੇ ਦੇ ਵਿੱਚ ਵੀ 32 ਸੀਨੀਅਰ ਸੈਕੰਡਰੀ ਸਕੂਲ ਨਹੀਂ ਹੋਣੇ। 40 ਪਿੰਡਾਂ ਦੇ ਵਿੱਚੋਂ 32 ਸੀਨੀਅਰ ਸੈਕੰਡਰੀ ਸਕੂਲ ਨੇ। ਇਵੇਂ ਜਿਹੇ ਵੱਡੇ ਵੱਡੇ ਹਸਪਤਾਲ ਨੇ 3 ਹਲਕੇ ਦੇ ਵਿੱਚ, ਕਾਲਜ ਨੇ 4 ਹਲਕੇ ਦੇ ਵਿੱਚ। ਸੋ ਬਹੁਤ ਹਰ ਪੱਖੋਂ ਹੀ, ਜੇ ਬਿਜਲੀ ਦੇ ਗ੍ਰਿਡ 40 ਪਿੰਡ ਨੇ, 13 ਬਿਜਲੀ ਦੇ ਗ੍ਰਿਡ ਨੇ, 3 ਪਿੰਡਾਂ ਮਗਰ ਇੱਕ ਬਿਜਲੀ ਦਾ ਗ੍ਰਿਡ ਹੈ, ਕਦੇ ਬਿਜਲੀ ਦੀ ਸਮੱਸਿਆ ਨਹੀਂ ਆ ਸਕਦੀ 20 ਸਾਲ ਉੱਥੇ। ਸੋ ਚੌੜੀਆਂ ਸੜਕਾਂ, ਹਰ ਪੱਖੋਂ ਕੋਈ ਕਮੀ ਨਹੀਂ ਛੱਡੀ। ਫਿਰ ਵੋਟਾਂ ਨਹੀਂ ਪੈਂਦੀਆਂ ਉਹ ਤਾਂ ਬੰਦੇ ਦੇ ਮਨ ਤੇ ਤਾਂ ਹੁੰਦਾ ਯਾਰ ਇੰਨਾ ਕੰਮ ਕੀਤਾ, ਆਪਾਂ ਟੇਕੇ ਨਹੀਂ ਵੇਖਿਆ, ਕਿਸੇ ਦੇ ਦੁੱਖ ਸੁੱਖ ਨਹੀਂ ਛੱਡਿਆ, ਕਿਸੇ ਦੇ ਮਰਗ ਦੇ ਭੋਗ ਦੇ ਉੱਤੇ ਕਿਸੇ ਦੀ ਤਕਲੀਫ ਆਈ ਉਹਦੇ ਘਰੇ, ਵਿਆਹ ਸ਼ਾਦੀ ਕੋਈ ਨਹੀਂ ਕਿਤੇ ਰਹਿਣ ਦਿੱਤੀ ਕਿਸੇ ਸਾਰੇ ਪਰਿਵਾਰ ਨੇ, ਕਦੇ ਪਰਿਵਾਰ ਦਾ ਮੇਰੀ ਵਾਈਫ, ਕਦੇ ਮੇਰਾ ਬੇਟਾ, ਸਾਰੇ ਅਸੀਂ ਜਾਂਦੇ ਹੀ ਰਹਿੰਦੇ, ਕੋਈ ਲਾਂਭਾ ਨਾ ਆਵੇ ਕਿਸੇ ਦਾ। ਲਾਂਭਾ ਨਹੀਂ ਦਿੱਤਾ ਸਾਨੂੰ ਇਲੈਕਸ਼ਨ 'ਚ, ਇੱਕ ਵੀ ਲਾਂਭਾ ਨਹੀਂ ਦਿੱਤਾ ਲੋਕਾਂ ਨੇ। ਜਦੋਂ ਪਿੰਡਾਂ 'ਚ ਗਏ ਸੀਗਾ ਚਾਅ ਚੜਿਆ, ਐਰਿਕ ਤਾਂ ਜਿੱਤੇ ਵੇ ਆ ਜੀ, ਐਰਿਕ ਤਾਂ ਜਿੱਤੇ ਵੇ ਆ। ਇਹ ਪਤਾ ਨਹੀਂ ਕਿਵੇਂ ਹੋਇਆ ਲਾਸਟ ਤੇ ਆ ਕੇ, ਕੁਝ ਕਹਿ ਨਹੀਂ ਸਕਦੇ। ਸਾਡੇ ਲੋਕ ਤਾਂ ਮੰਨਣ ਨੂੰ ਤਿਆਰ ਹੀ ਨਹੀਂ ਵੀ ਆਪਾਂ ਹਾਰ ਗਏ, ਉਹ ਤਾਂ ਕਹਿੰਦੇ ਜੀ ਕੋਈ ਠੱਗੀ ਹੋਈ ਹੈ, ਮੰਨਣ ਨੂੰ ਤਿਆਰ ਨਹੀਂ ਹੈਗੇ ਵੀ ਅਸੀਂ ਆਪਾਂ ਹਾਰੇ ਹਾਂ। ਅਸੀਂ ਇਸ ਵੇਲੇ ਸਾਸ ਕਰਦੇ ਸੀ ਮਲੂਕਾ ਜੀ ਨੇ ਵਿਸ਼ੇਸ਼ ਗੱਲਬਾਤ ਕਰ ਰਹੇ ਹਾਂ, ਤੇ ਗੱਲਬਾਤ ਸਾਡਾ ਆਖਰੀ ਪੜਾਅ ਸੀ। ਕੁਝ ਦਿਨ ਬਾਅਦ ਗੱਲਬਾਤ ਕਰਾਂਗੇ 2024 ਦੇ ਵਿੱਚ ਆ ਰਹੀ ਸਾਡੀ ਹਿੰਦੁਸਤਾਨ ਦੀ ਲੋਕ ਸਭਾ ਦੀ ਚੋਣ ਦੇ ਵਿੱਚ ਕਿਹੋ ਜਿਹੀਆਂ ਤਿਆਰੀਆਂ ਸ਼੍ਰੋਮਣੀ ਅਕਾਲੀ ਦਲ ਕਰ ਰਹੇ ਆ? ਕੀ ਇਹ ਗੱਠਜੋੜ ਫਿਰ ਦੁਬਾਰਾ ਕਰ ਰਹੇ ਆ, ਜਾਂ ਫਿਰ ਹਾਲੇ ਕੁਝ ਕਹਿਣ ਤੋਂ ਦੇਖਦੇ ਸਿਕੰਦਰ ਸਿੰਘ ਮਲੂਕਾ ਸਾਹਿਬ ਸੰਕੋਚ ਕਰ ਰਹੇ ਨੇ, ਜਾਂ ਫਿਰ ਇਹ ਕੀ ਕਹਿਣਾ ਚਾਹੁੰਦੇ ਨੇ? ਇਹ ਕੈਨੇਡਾ ਵਿੱਚ ਆਏ ਹੋਏ ਅੱਜ ਕੱਲ੍ਹ, ਅਤੇ ਤੁਸੀਂ ਇਸ ਵੇਲੇ ਦੇਸ਼ ਵਿਦੇਸ਼ ਵਿੱਚ ਬੈਠੇ ਸਾਡਾ ਲਾਈਵ ਪ੍ਰੋਗਰਾਮ ਜਿਹੜਾ ਹੈ ਉਹ ਟੈਲੀਕਾਸਟ ਅਤੇ ਅਸੀਂ ਜੋ ਬ੍ਰੌਡਕਾਸਟ ਕਰ ਰਹੇ ਹਾਂ, ਵੇਖ ਰਹੇ ਵਾਚ ਕਰ ਰਹੇ ਹਾਂ। ਅਤੇ ਸਟੂਡੀਓ ਵਿੱਚ ਗੁਰਪ੍ਰੀਤ ਸਿੱਧੂ ਅਤੇ ਮੈਂ ਜੋਗਿੰਦਰ ਬਾਸੀ ਹਾਜ਼ਰ ਇਸ ਵੇਲੇ ਸਮਾਂ 11:29 ਤੇ 52 ਸੈਕਿੰਡ ਹੋ ਚੁੱਕੇ ਨੇ। ਅਸੀਂ ਇੱਕ ਫਰੀडम ਆਫ ਸਪੀਚ ਸਟੋਰੀ ਸਾਰੇ ਹਿੰਦੁਸਤਾਨ ਦੇ ਵਿੱਚ, ਕਿ ਜਦੋਂ ਹਾਰ ਜਾਂਦੇ ਨੇ ਤਾਂ ਉਹਨਾਂ ਦੀ ਆਇਓ ਭਗਤ ਦੇ ਵਿੱਚ ਦੇਖਿਆ ਜਾਵੇ ਕਿ ਸਾਡੇ ਮੀਡੀਆ ਦੀ ਨਜ਼ਰਾਂ ਦੇ ਵਿੱਚ ਹੁੰਦਾ ਕਿ ਆਇਆ ਤੇ ਗਿਆ, ਕਈਆਂ ਨੂੰ ਪਤਾ ਨਹੀਂ ਲੱਗਦਾ। ਪਰ ਜਦੋਂ ਤੁਸੀਂ ਵੀ ਆਉਂਦੇ ਹੋ, ਚਾਹੇ ਜਿੱਥੇ ਜੋ ਹਾਰੇ ਹੋ, ਤੁਹਾਡੇ ਆਦਰ ਮਾਣ ਸਤਿਕਾਰ ਦੇ ਵਿੱਚ ਇੱਥੋਂ ਦੀ ਸੰਸਥਾਵਾਂ, ਜਿਸ ਵੀ ਦੇਸ਼ ਵਿੱਚ ਜਾਂਦੇ ਹੋ, ਤੁਹਾਡਾ ਜਿਹੜਾ ਸਤਿਕਾਰ ਹੈ ਉਹ ਕਦੇ ਵੀ ਮੱਧਮ ਨਹੀਂ ਦੇਖਿਆ, ਔਰ ਉਸ ਦੇ ਵਿੱਚ ਤੇਜ਼ੀ ਵੇਖੀ ਹੈ, ਉਸ ਦੇ ਵਿੱਚ ਉਹੀ ਫਲੋ ਵੇਖਿਆ। ਉਹਨਾਂ ਲੋਕਾਂ ਵਿੱਚ ਉਤਸ਼ਾਹ ਹੁੰਦਾ, ਚਾਹੇ ਮੀਡੀਆ ਪ੍ਰਤੀ ਹੈ, ਚਾਹੇ ਆਮ ਲੋਕਾਂ ਵਿੱਚ ਆ।
ਇਹਦੇ ਪਿੱਛੇ ਕੋਈ ਨਾ ਕੋਈ ਜ਼ਰੂਰ ਕਾਰਨ ਹੋਊਗਾ। ਉਹ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਕਿ ਤੁਸੀਂ ਮੇਰੇ ਮੁਤਾਬਕ ਜ਼ਿੰਦਗੀ ਦੇ ਵਿੱਚ ਜਿੱਤਣਾ ਹਾਰਨਾ ਹਰ ਵਿਅਕਤੀ ਨੇ, ਜਿੱਤੇ ਹੋਏ ਆ ਉਹਨਾਂ ਨੇ ਹੁਣ ਹਾਰਨਾ ਆ ਤੇ ਹਾਰੇ ਹੋਏ ਨੇ ਹੁਣ ਗਾਹ ਜਿੱਤਣਾ ਆ। ਇਹ ਤਾਂ ਕੁਦਰਤੀ ਗੱਲ ਹੈ ਨਾ। ਹਾਂ, ਇਹ ਨਹੀਂ ਤੁਸੀਂ ਕਹਿ ਸਕਦੇ ਕਿੰਨਾ ਸਮਾਂ ਰਹਿਣਾ ਆ। ਔਰ ਮੇਰੀ ਜਿਹੜੀ ਅੰਡਿਸ਼ਨ ਮੈਨੂੰ ਪਈ ਆ ਕਿ ਜਿਹੜੀ ਪੰਜਾਬ ਦੀ ਸਰਕਾਰ ਹੈ ਇਹਦੇ ਵਿੱਚ ਇੱਕ ਬਹੁਤ ਵੱਡਾ ਸਿਆਸੀ ਤੂਫਾਨ ਆਉਣ ਵਾਲਾ ਕਿਸੇ ਵੇਲੇ ਆ ਸਕਦਾ, ਕਿਉਂਕਿ ਜਿਨ੍ਹਾਂ ਹਾਲਾਤਾਂ ਵਿੱਚ ਤੇ ਔਰ ਇਹ ਵੀ ਸ਼ੱਕ ਨਹੀਂ ਹੈ ਕਿ ਭਗਵੰਤ ਮਾਨ ਕਰਪਟ ਨਹੀਂ ਹੈ। ਮੈਂ ਕਹਿ ਸਕਦਾ ਆ ਲਾਈਕ ਹਿਮ ਐਜ਼ ਏ ਪਰਸਨਲੀ ਤੌਰ 'ਤੇ, ਬਟ ਜਿਹੜੇ ਇਹਨਾਂ ਦੇ ਨਾਲ ਦੇ ਕੁਝ MLA ਨੇ ਉਹ ਪੂਰੀਆਂ ਹਾਂਜੀ ਜੋਸ਼ੋ ਖਰੋਸ਼ ਦੇ ਨਾਲ ਆਪਣਾ ਕੰਮ ਜਿਹੜਾ ਆ ਉਹ ਲੱਗੇ ਹੋਏ ਨੇ ਕਰਨ। ਤੁਸੀਂ ਸਮਝ ਗਏ ਹੋ ਮੇਰਾ ਇਸ਼ਾਰਾ ਕਿੱਧਰ ਨੂੰ ਆ। ਤਾਂ ਮੈਨੂੰ ਲੱਗਦਾ ਭਗਵੰਤ ਮਾਨ ਜੀ ਇੰਨੇ ਬਿਜ਼ੀ ਆ, ਉਹਨਾਂ ਦਾ ਧਿਆਨ ਉੱਧਰ ਨੂੰ ਘੱਟ ਜਾ ਰਿਹਾ। ਤਾਂ ਉਹ ਦਿਨ ਦੂਰ ਨਹੀਂ ਜਦੋਂ ਅਖਬਾਰਾਂ ਦੀਆਂ ਸੁਰਖੀਆਂ ਤੇ ਬਾਸੀ ਸ਼ੋਅ ਦੇ ਵਿੱਚ ਅਸੀਂ ਲੈ ਕੇ ਆਵਾਂਗੇ, ਕਿਉਂਕਿ ਅਸੀਂ ਡਰਦੇ ਨਹੀਂ ਡਰਾਉਂਦੇ ਨਹੀਂ। ਅਸੀਂ ਤਾਂ ਸਿਰਫ ਸਾਡਾ ਕੰਮ ਹੈ ਮੀਡੀਆ ਤਾਂ ਅਸੀਂ ਉਹ ਕਰਦੇ ਹਾਂ ਕਿ ਸਾਡੀ ਜਿਹੜੀ ਪਾਲਿਸੀ ਅਸੀਂ ਨਾ ਤਾਂ ਕੋਈ ਜ਼ਮੀਨ ਵੇਚੀ ਹੈ, ਨਾ ਕੋਈ ਵੇਚਣੀ ਕਿਸੇ ਦੀ, ਨਾ ਕੋਈ ਸਰਕਾਰੀ ਕਿਸੇ ਪ੍ਰਾਪਰਟੀ ਨੂੰ ਅਸੀਂ ਹੜੱਪਿਆ ਹੋਇਆ। ਔਰ ਕਈ ਵਾਰ ਤੁਸੀਂ ਦੋਸ਼ ਲਾਉਂਦੇ ਹੋ ਮੇਰੇ 'ਤੇ ਕਿ ਤੁਸੀਂ ਅਕਾਲੀ ਪਾਰਟੀਆਂ ਦੀ ਗੱਲ ਕਰਦੇ ਹੋ, ਅਕਾਲੀਆਂ ਦੀ ਗੱਲ ਕਰਦੇ ਹੋ, ਅਸੀਂ ਉਹਦੀ ਗੱਲ ਕਰਦੇ ਹਾਂ। ਮੈਂ ਆਪਣੇ ਦੇਸ਼ ਦੀ ਗੱਲ ਕਰਦਾ। ਹੁਣ ਮੈਂ ਭਗਵੰਤ ਮਾਨ ਨੂੰ ਕਿਹਾ ਕਿ ਹੀ ਇਜ਼ ਨਾਟ ਅ ਕਰਪਟ ਅਤੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੀ ਜੋ ਜ਼ਿੰਦਗੀ ਬਤੀਤ ਕਰ ਰਿਹਾ ਥੋੜਾ ਮੈਂਸ਼ਨ ਕਰਦੇ ਹਾਂ। ਜਿੱਥੇ ਗਲਤੀ ਅਸੀਂ ਗਲਤੀ ਦੱਸਦੇ ਹਾਂ, ਕਿਉਂਕਿ ਸਾਨੂੰ ਸਿਰਫ ਇਹ ਚਾਹੀਦਾ ਕਿ ਪੰਜਾਬ ਦੇ ਵਿੱਚ ਜਿਹੜਾ ਵਿਅਕਤੀ ਬਾਗਡੋਰ ਸੰਭਾਲਦਾ ਹੈ ਲੋਕਾਂ ਦੀ, ਉਹ ਸਾਫ਼ ਸੁਥਰਾ ਹੋਣਾ ਚਾਹੀਦਾ ਤੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਜਿਹੜਾ ਹੈ ਹੋਣਾ ਚਾਹੀਦਾ ਨਾ ਗੱਲਾਂ ਵਿੱਚ, ਗੱਲਾਂ ਦਾ ਕੜਾਹ ਨਾ ਬਣਾਵੇ ਔਰ ਸੱਚਮੁੱਚ ਉਹ ਪ੍ਰੈਕਟੀਕਲੀ ਕਰੇ। ਪ੍ਰੈਕਟੀਕਲੀ ਕਰਨ ਲਈ ਨੌਲੇਜ ਹੋਣੀ ਚਾਹੀਦੀ ਆ, ਉਹਨੂੰ ਭਾਸ਼ਾ ਦਾ ਗਿਆਨ ਚਾਹੀਦਾ ਆ ਔਰ ਉਹ ਇੰਨਾ ਐਕਟਿਵ ਅਗਰੈਸਿਵ ਹੋਣਾ ਚਾਹੀਦਾ ਆ, ਕਿਉਂਕਿ ਜਦੋਂ ਇੱਕ ਵਿਅਕਤੀ ਬਣ ਜਾਂਦਾ ਉਹ ਹਰ ਧਰਮ, ਕਿਉਂਕਿ ਸਾਨੂੰ ਬੜਾ ਮਾਣ ਹੈ ਕਿ ਜਿਹੜਾ ਸਾਡਾ ਹਿੰਦੁਸਤਾਨ ਹੈ, ਭਾਰਤ ਇੱਥੇ ਹਿੰਦੂ ਮੁਸਲਿਮ ਸਿੱਖ ਸਾਰੇ ਨੇ, ਮੰਦਰ ਨੇ, ਮਸਜਿਦ ਨੇ, ਗਿਰਜਾਘਰ ਨੇ, ਸਭ ਤੇ ਜਾਣਾ ਪੈਂਦਾ। ਸਾਡੇ ਲੋਕ ਕਈ ਵਾਰੀ ਕਹਿੰਦੇ ਆ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਗਏ, ਉਹ ਮੰਦਰ ਚਲੇ ਗਏ। ਭਾਈ ਮੰਦਰ ਦੇ ਵਿੱਚ ਵੀ ਜਿਹੜੇ ਸਾਡੇ ਪੰਜਾਬ ਵਾਸਤੇ ਸਾਡਾ ਗਵਾਂਢ ਹੈ, ਸਾਡਾ ਪਿੰਡ ਹੈ, ਇਹ ਸਾਡਾ ਰਿਸ਼ਤਾ ਨਾਤਾ ਪਰਿਵਾਰਾਂ ਦਾ ਇੱਕ ਦੂਜੇ ਨਾਲ ਹੈ। ਰਿਸ਼ਤਾ ਨਾਤਾ ਇਹ ਨਹੀਂ ਕਿ ਰਿਸ਼ਤਾ ਨਾਤਾ ਇਨ ਸੈਂਸ ਕਿ ਤੁਹਾਡੀ ਆਉਣੀ ਜਾਣੀ ਹੈ। ਸਾਡੇ ਪਿੰਡ ਦੇ ਵਿੱਚ ਨੇ, ਸਾਡੇ ਪਿੰਡੂ ਨੇ, ਅਸੀਂ ਪਲੇ ਹੋਏ ਹਾਂ, ਸਾਨੂੰ ਉਹਨਾਂ ਬਜ਼ੁਰਗਾਂ ਨੇ ਪਾਲਿਆ ਹੈ, ਸਾਨੂੰ ਆਸ਼ੀਰਵਾਦ ਦਿੱਤਾ ਹੈ, ਆਪਾਂ ਸਾਰੇ ਇੱਕ ਹੈ। ਸੋ ਸਾਨੂੰ ਦੇਸ਼ ਨੂੰ ਅਤੇ ਘਰ ਨੂੰ ਅਤੇ ਹਰ ਜ਼ਿੰਦਗੀ ਵਿੱਚ ਜੇ ਆਪਾਂ ਤਰੱਕੀ ਕਰਨੀ ਹੈ ਤਾਂ ਸਾਰਿਆਂ ਨੂੰ ਇਕੱਠੇ ਹੋ ਕੇ ਚੱਲਣਾ ਪੈਣਾ। ਔਰ ਇਹ ਤੁਹਾਡੇ ਮਨ ਦੇ ਵਿੱਚ ਜਿਹੜੀਆਂ ਗਲਤੀਆਂ ਨਾ ਇੱਥੇ ਬੈਠਿਆਂ ਦੀਆਂ, ਹੁਣ ਕਿੰਨੇ ਲੋਕ ਸੀ ਜਿਹੜੇ ਕਹਿੰਦੇ ਸੀ ਆਮ ਪਾਰਟੀ ਦੀ ਬੱਲੇ ਬੱਲੇ, ਤੇ ਹੁਣ ਉਹੀ ਲੋਕ ਜਿਹੜੇ ਬਾਹਰ ਬੈਠੇ ਆ, ਸਰਵੇ ਕਰਕੇ ਦੇਖ ਲਓ, ਉਹੀ ਕਹਿੰਦੇ ਆ ਜੀ ਆਮ ਪਾਰਟੀ ਨੇ ਜੋ ਕਿਹਾ ਸੀ ਕੀਤਾ ਨਹੀਂਗਾ। ਪਰ ਮੈਂ ਕਹਿੰਦਾ ਕਿ ਜਿਵੇਂ ਮਲੂਕਾ ਸਾਹਿਬ ਨੇ ਖੁਦ ਆਪ ਕਿਹਾ ਕਿ ਇਹਨਾਂ ਨੂੰ ਹਾਲੇ ਸਮਾਂ ਦਿਓ, 6-7 ਮਹੀਨੇ ਸਮਾਂ ਬਹੁਤ ਘੱਟ ਹੈ, ਬਿਲਕੁਲ ਟਾਈਮ ਲੱਗਦਾ ਹੈ। ਬਿਲਕੁਲ। ਸੋ ਮਲੂਕਾ ਸਾਹਿਬ ਤੁਸੀਂ ਅੰਤ ਵਿੱਚ ਮੇਰਾ ਸਵਾਲ ਇਹੀ ਹੈ ਕਿ ਨੈਕਸਟ ਇਲੈਕਸ਼ਨ ਹੋ ਰਹੀ ਹੈ ਜੀ ਲੋਕ ਸਭਾ ਦੀ, ਉਹਦੇ ਵਿੱਚ ਫਿਰ ਤੁਹਾਡੀ ਪਾਰਟੀ ਗੱਠਜੋੜ ਕਰਨ ਜਾ ਰਹੀ ਹੈ ਆਪਣੀ ਪਿਛਲੀ ਪਾਰਟੀ ਦੇ ਨਾਲ, ਜਾਂ ਫਿਰ ਸੋਚ ਵਿਚਾਰ ਕਰ ਰਹੀ ਆ, ਜਾਂ ਫਿਰ ਹਲੇ ਮੇਰਾ ਸਵਾਲ ਟੂ ਅਰਲੀ ਆ ਤਾਂ ਉਹਦਾ ਜਵਾਬ ਦੇਣਾ ਤੁਹਾਡੇ ਵਾਸਤੇ ਨਹੀਂ ਹਲੇ ਮੁਸ਼ਕਲ ਤਾਂ ਨਹੀਂ ਕਹਿ ਸਕਦਾ, ਪਰ ਉਹਦੇ ਵਾਸਤੇ ਤੁਹਾਨੂੰ ਸਮਾਂ ਚਾਹੀਦਾ। ਬਾਸੀ ਸਾਹਿਬ, ਇੱਕ ਤਾਂ ਜਿਹੜੀ ਪਹਿਲਾਂ ਤੁਸੀਂ ਗੱਲ ਕੀਤੀ ਹੈ ਬਿਲਕੁਲ ਠੀਕ ਹੈ ਕਿ ਭਗਵੰਤ ਮਾਨ ਜੀ ਦੀ ਹਲੇ ਨੇਕ ਨੀਤੀ ਠੀਕ ਹੈ, ਉਹ ਕਰਨਾ ਵੀ ਚਾਹੁੰਦੇ ਨੇ ਪੰਜਾਬ ਲਈ, ਮੈਂ ਇਸ ਗੱਲ ਤੋਂ ਇਨਕਾਰ ਨਹੀਂ ਕਰਦਾ। ਪਰ ਪ੍ਰੋਬਲਮ ਹੈ ਕਿ ਦਿੱਲੀ ਦਾ ਦਖਲ ਇੰਨਾ ਜ਼ਿਆਦਾ ਹੈ, ਉਹਦੀ ਵਿਚਾਰੇ ਦੀ ਮੈਨੂੰ ਲੱਗਦਾ ਜਿਵੇਂ ਉਹ ਚਾਹੁੰਦਾ ਚੱਲ ਨਹੀਂ ਰਹੀ ਉਵੇਂ ਜਿਵੇਂ ਚੱਲਣੀ ਚਾਹੀਦੀ ਹੈ। ਚਲੋ ਉਹਨਾਂ ਦਾ ਮਸਲਾ ਹੈ ਲੋਕਲ, ਸਾਡਾ ਕੋਈ ਇਹਦੇ ਨਾਲ ਲੈਣਾ ਦੇਣਾ ਨਹੀਂ, ਇਹ ਮੁੱਖ ਮੰਤਰੀ ਜੀ ਨੇ ਵੇਖਣਾ ਮੈਂ ਕਿਵੇਂ ਕਰਨਾ ਕਿਵੇਂ ਨਹੀਂ ਕਰਨਾ। ਦੂਜੀ ਗੱਲ ਤੁਸੀਂ ਬੜੀ ਚੰਗੀ ਕੀਤੀ ਹੈ ਕਿ ਕਈ ਵਾਰੀ ਸਾਡੇ ਵਿਰੋਧੀ ਜਾਣ ਬੁੱਝ ਕੇ, ਉਹ ਸ਼ਰਾਰਤੀ ਲੋਕ ਨੇ ਬਾਸੀ ਸਾਹਿਬ, ਮੈਨੂੰ ਪਤਾ ਸਾਨੂੰ ਪੰਜਾਬ ਦੇ ਵਿੱਚ ਜਿਹੜੇ ਜਦੋਂ ਬਾਲ ਸਾਹਿਬ ਜਾ ਵੜਦਾ ਮੰਦਰ ਦੇ ਵਿੱਚ ਕਿਸੇ ਦੇ ਬੜਾ ਰੌਲਾ ਪਾਉਂਦੇ ਨੇ, ਜਾਂ ਮਸਜਿਦ ਦੇ ਵਿੱਚ ਜਾਂਦਾ ਬੜੇ ਰੌਲਾ ਪਾਉਂਦੇ ਨੇ, ਹੋਰ ਨਹੀਂ ਪਾਉਂਦੇ ਕਿਸੇ ਦੇ, ਇਕੱਲੇ ਬਾਲ ਸਾਹਿਬ। ਕਿਉਂ? ਅਸਲ ਪਤਾ ਕੀ ਹੈ, ਹਰ ਬੰਦੇ ਨੂੰ ਆਪਦੇ ਧਰਮ ਦੇ ਵਿੱਚ ਪੱਕਾ ਰਹਿਣਾ ਚਾਹੀਦਾ ਤੇ ਦੂਜੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ, ਇਹ ਸਾਡੀ ਹੈਗਾ ਧਰਮ ਦੇ ਵਿੱਚ। ਤੇ ਨਾਲ ਜਿਹੜਾ ਮੁੱਖ ਮੰਤਰੀ ਹੁੰਦਾ ਹੈ ਉਹ ਸਾਰਿਆਂ ਦਾ ਹੁੰਦਾ, ਚਾਹੇ ਪ੍ਰਧਾਨ ਮੰਤਰੀ ਹੈ ਚਾਹੇ ਮੁੱਖ ਮੰਤਰੀ, ਮੈਂ ਤਾਂ ਕਹਿੰਦਾ MLA ਤੇ ਵਜ਼ੀਰ ਵੀ ਸਾਰਿਆਂ ਦੇ ਹੁੰਦੇ ਨੇ। ਉਹਨਾਂ ਨੂੰ ਵੀ ਉਹ ਜਦੋਂ ਚੁਣੇ ਜਾਂਦੇ ਆ ਫਿਰ ਉਹ ਨਹੀਂ ਹੁੰਦੇ ਕਿਸੇ ਦੇ, ਕਾਨੂੰਨੀ ਤੌਰ ਤੇ ਉਹ ਸਾਰਿਆਂ ਦੇ ਹੁੰਦੇ, ਉਹਨਾਂ ਨੂੰ ਸਾਰਿਆਂ ਦੇ ਹੀ ਕੰਮ ਕਰਨੇ ਚਾਹੀਦੇ ਨੇ। ਬਲਕਿ ਉਹ ਜੇ ਬੰਦਾ ਗੁਰਦੁਆਰਾ 'ਚ ਜਾਣਾ ਚਾਹੀਦਾ ਉਹਨਾਂ ਨੂੰ, ਤਾਂ ਕਿ ਸਾਰਿਆਂ ਦਾ ਪਿਆਰ ਬਣਿਆ ਰਵੇ, ਇੱਜ਼ਤ ਬਣੀ ਰਵੇ, ਸਤਿਕਾਰ ਹੋਵੇ, ਇੱਕੋ ਜਿਹਾ ਸਤਿਕਾਰ ਸਾਰਿਆਂ ਨੂੰ ਦੇਣਾ ਚਾਹੀਦਾ, ਕਿਉਂਕਿ ਸਾਰਿਆਂ ਦਾ ਮੁੱਖ ਮੰਤਰੀ ਹੈ, ਉਹਦਾ ਧਰਮ ਜਿਹੜਾ ਹੈਗਾ ਰਾਜ ਧਰਮ ਹੈ ਉਸ ਵੇਲੇ ਜਦੋਂ ਮੁੱਖ ਮੰਤਰੀ ਹੁੰਦਾ। ਸੋ ਰਾਜ ਦੇ ਲੋਕਾਂ ਦੀ ਸੇਵਾ ਕਰਨਾ ਉਹਦੀ ਡਿਊਟੀ ਹੁੰਦੀ ਹੈ। ਦੂਜੀ ਗੱਲ ਆ ਗਈ, ਜਿਵੇਂ ਪਾਰਟੀ ਦੇ ਵਿੱਚ ਆਪਾਂ ਇੱਥੇ ਮੈਂ ਆਉਣਾ, ਜਿਵੇਂ ਤੁਸੀਂ ਪਿਆਰ ਕਰਦੇ ਆ ਸਾਰੇ ਜਿੰਨੇ ਹੈਗੇ, ਮੈਨੂੰ ਹਲੇ ਬੜਾ ਹੀ ਮੀਟਿੰਗਾਂ ਦਾ ਟਾਈਮ ਮੰਗਦੇ ਆ, ਇੰਨਾ ਟਾਈਮ ਮੇਰੇ ਕੋਲ ਹੈ ਨਹੀਂ। ਮੈਂ ਜਿਹੜੇ ਮਿਸ਼ਨ ਤੇ ਆਪਣੇ ਆਇਆ, ਮੈਂ ਵਿਨੀਪੈਗ ਜਾਣਾ, ਉੱਥੇ ਵੀ ਕਾਫੀ ਵਰਕਰਾਂ ਦੀ ਮੀਟਿੰਗ ਹੈ, ਇੱਥੇ ਵੀ ਕੀਤੀਆਂ ਨੇ, ਫਿਰ ਵੈਨਕੂਵਰ ਦੇ ਵਿੱਚ ਵੀ ਕਰਨੀ ਹੈ ਜਾ ਕੇ।
ਤੇ ਮੀਡੀਆ ਨਾਲ ਵੀ ਬੜਾ ਪਿਆਰ ਆ। ਜਿਹੜਾ ਕੇਰਾ ਮੈਨੂੰ ਜਿਹੜਾ ਮਿਲ ਜਾਂਦਾ ਕੇਰਾ ਮੇਰੇ ਨਾਲ ਉਹਦੀ ਦੋਸਤੀ ਹੋ ਜਾਂਦੀ ਹੈ, ਮੁੜ ਕੇ ਛੇਤੀ ਕੀਤੇ ਟੁੱਟਦੀ ਨਹੀਂ ਹੈਗੀ, ਚਾਹੇ ਉਹ ਪੋਲੀਟੀਕਲ ਹੋਵੇ ਚਾਹੇ ਨਾ ਪੋਲੀਟੀਕਲ ਹੋਵੇ, ਚਾਹੇ ਮੀਡੀਆ ਵਾਲੇ ਲੋਕ ਹੋਣ, ਸਾਰੇ ਸਤਿਕਾਰ ਦਿੰਦੇ ਨੇ। ਉੱਥੇ ਵੀ ਬਹੁਤੀਆਂ ਇੰਟਰਵਿਊਆਂ ਕਰਦੇ ਨੇ ਮੇਰੀਆਂ, ਬਹੁਤ ਜ਼ਿਆਦਾ ਕਰਦੇ ਨੇ, ਤੇ ਮੈਨੂੰ ਹੁੰਦਾ ਇੰਟਰਵਿਊ ਦੇ ਵਿੱਚ ਵੀ ਚਾਪਲੂਸੀ ਨਹੀਂ ਕਰਨੀ, ਜੋ ਸਹੀ ਗੱਲ ਆ ਉਹੀ ਕਰਨੀ ਹੈ, ਜਿਹੜੀ ਠੀਕ ਲੱਗੇ ਲੋਕਾਂ ਨੂੰ। ਜੇ ਕਿਤੇ ਸਾਥੋਂ ਵੀ ਗਲਤੀ ਹੋਈ ਹੈ ਤਾਂ ਮੰਨ ਲੈਣੀ ਚਾਹੀਦੀ ਹੈ। ਦੂਜੀ ਗੱਲ ਆ ਗਈ 24 ਦੀ ਇਲੈਕਸ਼ਨ, ਭਾਵੇਂ ਉਹਦੇ ਚ ਹਲੇ 1.5 ਸਾਲ ਪਿਆ ਹੈਗਾ, ਪਰ ਤਿਆਰੀਆਂ ਸਾਡੀਆਂ ਹੁਣੇ ਤੋਂ ਅਸੀਂ ਸ਼ੁਰੂ ਕਰ ਦਿੱਤੀਆਂ ਨੇ। ਅਸੀਂ ਬਹੁਜਨ ਸਮਾਜ ਪਾਰਟੀ ਨਾਲ ਸਾਡਾ ਸਮਝੌਤਾ ਉਹ ਚੱਲ ਰਿਹਾ ਇੱਥੇ ਪੰਜਾਬ ਦੇ ਵਿੱਚ। ਭਾਰਤੀ ਜਨਤਾ ਪਾਰਟੀ ਨਾਲ ਹਲੇ ਸਾਡਾ ਕੁਝ ਹੈ ਨਹੀਂ ਗੱਲ, ਪਰ ਇੱਕ ਗੱਲ ਜ਼ਰੂਰ ਹੈ, ਸਾਰੇ ਲੋਕ ਉਹਨਾਂ ਦੇ ਬੰਦਿਆਂ ਨਾਲ ਵੀ ਜਦੋਂ ਗੱਲ ਕਰੀਦੀ ਹੈ ਭਾਰਤੀ ਜਨਤਾ ਪਾਰਟੀ ਨਾਲ, ਉਹਨਾਂ ਨਾਲ ਵੀ ਜਦੋਂ ਗੱਲ ਕਰਦੇ ਉਹ ਵੀ ਇਹ ਗੱਲ ਕਬੂਲ ਕਰਦੇ ਨੇ ਕਿ ਅਕਾਲੀ ਦਲ ਬਿਨਾਂ ਅਸੀਂ ਪੰਜਾਬ 'ਚ ਜਿੱਤ ਨਹੀਂ ਸਕਦੇ। ਭਾਵੇਂ ਉੱਤੋਂ ਦਬਕੇ ਮਾਰਦੇ ਨੇ ਇਸ ਵੇਲੇ, ਸੀਟਾਂ ਵਧਾਉਣ ਦੇ ਮਾਰੇ ਨਾ, ਸੀਟਾਂ ਜ਼ਿਆਦਾ ਲੈਣ ਦੇ ਮਾਰੇ ਦਬਕੇ ਮਾਰਦੇ ਨੇ। ਪਤਾ ਸਾਰਿਆਂ ਨੂੰ ਹੈ ਕਿ ਜੀ ਅਸੀਂ ਐਡ ਕੀਤਾ ਜੀ ਆਪਦਾ ਵੱਡਾ ਭਰਾ ਬਣਾਂਗੇ ਜੀ। ਵੱਡੇ ਭਰਾ ਤੁਸੀਂ ਹੈਗੇ ਹਿੰਦੁਸਤਾਨ ਦੇ ਵਿੱਚ, ਰਹੋ, ਅਸੀਂ ਖੁਸ਼ ਹਾਂ। ਵੱਡੇ ਭਰਾ ਤੁਸੀਂ ਦੇਸ਼ ਦੇ ਵਿੱਚ ਵੱਡੇ ਭਰਾ ਹੀ ਆ, ਸਾਰਿਆਂ ਦੇ ਹੈਗੇ ਆ, ਪਰ ਸੂਬਿਆਂ ਨੂੰ ਤਾਂ ਛੱਡ ਦਿਓ, ਇੰਨਾ ਤਾਂ ਨਾ ਕਹੋ ਵੀ ਸਾਰੇ ਸੂਬਿਆਂ ਨੂੰ ਵੀ ਖਾਣਾ ਤੁਸੀਂ। ਸੋ ਇੱਥੇ ਜੇ ਤਾਂ ਉਹ ਮਾਰਨਗੇ ਦਬਕੇ ਕਿ ਅਸੀਂ ਵੱਡਾ ਭਰਾ ਬਣਨਾ, ਕੋਈ ਸਾਨੂੰ ਨੀਵਾਂ ਦਿਖਾ ਕੇ ਕੋਸ਼ਿਸ਼ ਕਰਨਗੇ ਰਾਜੀ ਬੰਦੇ ਦੀ। ਵਾਸੀ ਸਾਹਿਬ, ਮੈਂ ਤੁਹਾਡੇ ਟੈਲੀਵਿਜ਼ਨ ਤੇ ਰੇਡੀਓ ਤੇ ਕਹਿ ਦਿੰਦਾ, ਅਸੀਂ ਬਿਲਕੁਲ ਸਮਝੌਤਾ ਨਹੀਂ ਕਰਾਂਗੇ। ਜਿੱਤ ਗਏ ਹਾਰ ਗਏ ਲੋਕਾਂ ਤੇ ਛੱਡਾਂਗੇ ਅਸੀਂ ਗੱਲ, ਫਿਰ ਅਸੀਂ ਨਹੀਂ ਕਰਾਂਗੇ, ਫਿਰ ਥੱਲੇ ਲਾ ਕੇ ਨਹੀਂ ਸਮਝੌਤਾ ਕਰਾਂਗੇ ਅਸੀਂ ਭਾਰਤੀ ਜਨਤਾ ਪਾਰਟੀ ਨਾਲ। ਇੱਜ਼ਤ-ਮਾਣ ਵਾਲਾ ਸਮਝੌਤਾ ਜਿਵੇਂ ਪਹਿਲਾਂ ਚੱਲਦੇ ਨੇ, ਚਲੋ 19-21 ਇੱਧਰ ਉੱਧਰ ਹੋ ਜੂ, ਉਹਨੇ ਨਾਲ ਕੋਈ ਫਰਕ ਨਹੀਂ ਪੈਂਦਾ, ਉਹ ਸਮਝੌਤਾ ਅਸੀਂ ਇੱਜ਼ਤ-ਮਾਣ ਵਾਲਾ ਜ਼ਰੂਰ ਕਰਾਂਗੇ। ਜੇ ਉਹ ਕਹਿਣਗੇ ਦਬਾ ਕੇ ਅਸੀਂ ਸਮਝੌਤਾ ਕਰਾਂਗੇ ਅਕਾਲੀ ਦਲ ਨੂੰ, ਬਿਲਕੁਲ ਨਹੀਂ ਕਰਾਂਗੇ, ਕੋਈ ਨਹੀਂ। ਪਰ ਇੱਕ ਗੱਲ ਯਾਦ ਰੱਖ ਲਿਓ, ਅਕਾਲੀ ਦਲ ਤਾਂ 5-4 ਸੀਟਾਂ ਜਿੱਤ ਜੂਗਾ, ਬੀਜੇਪੀ ਦੀ ਤਾਂ ਜ਼ੀਰੋ ਹੀ ਆਏਗੀ ਜੇ ਨਾ ਸਮਝੌਤਾ ਕੀਤਾ ਅਕਾਲੀ ਦਲ ਦੇ ਨਾਲ। ਉਹਨਾਂ ਨੂੰ ਕਰਨਾ ਪੈਣਾ ਹੈ, ਨਹੀਂ ਕਰਨਾ ਉਹਨਾਂ ਦੀ ਮਰਜ਼ੀ ਹੈ। ਉਹਨੂੰ ਵੱਡੀ ਪਾਰਟੀ ਆ, ਦੇਸ਼ ਦੇ ਵਿੱਚੋਂ ਵੀ ਜਿੱਤ ਜਾਂਦੀ ਹੈ, ਪੰਜਾਬ ਨੂੰ ਉਹਨਾਂ ਨੂੰ ਕੋਈ ਬਹੁਤਾ ਨਹੀਂ। ਮੈਂ ਬੇਨਤੀ ਵੀ ਕਰਦਾ ਪ੍ਰਧਾਨ ਮੰਤਰੀ ਜੀ ਨੂੰ ਵੀ, ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਆ, ਬਹੁਤ ਵੱਡੀ ਸ਼ਕਤੀ ਹੈ ਤੁਹਾਡੇ ਕੋਲੇ, ਤੁਸੀਂ ਚੰਗੇ ਕੰਮ ਵੀ ਬਹੁਤ ਕਰ ਰਹੇ ਆ ਦੇਸ਼ ਦੇ ਵਿੱਚ, ਮੈਨੂੰ ਪਤਾ ਹੈ, ਦੇਸ਼ ਨੂੰ ਚੰਗੇ ਪਾਸੇ ਲਿਜਾਣ ਦੀ ਪੂਰੀ ਕੋਸ਼ਿਸ਼ ਕਰ ਰਹੇ ਆ। ਪਰ 2 ਸੂਬੇ ਨੇ ਜਿੱਥੇ ਘੱਟ ਗਿਣਤੀ ਹੈ, ਇੱਕ ਪੰਜਾਬ ਹੈ, ਇੱਕ ਜੰਮੂ ਕਸ਼ਮੀਰ ਹੈ। ਇਹਨਾਂ ਨੂੰ ਛੱਡ ਦਿਓ, ਉੱਥੇ ਦੇ ਲੋਕਾਂ ਨੂੰ ਵੀ ਆਪਦੇ ਲੋਕਾਂ ਨੂੰ ਮੁੱਖ ਮੰਤਰੀ ਬਣਾ ਕੇ ਸੁੱਖ ਦਾ ਸਾਹ ਲੈ ਲੈਣ ਦਿਓ। ਬਾਕੀ ਸਾਰੇ ਮੁਲਕ ਦੇ ਵਿੱਚ ਹਿੰਦੂਆਂ ਨੇ ਰਾਜ ਕਰਨਾ, ਇੰਨਾ ਇੱਕ ਮੰਨ ਲਓ, ਇਹ ਚੰਗਾ ਹੁੰਦਾ। ਜਿਹੜਾ ਬੰਦਾ ਇਹ ਕਰੂਗਾ, ਜਿਹੜਾ ਪ੍ਰਧਾਨ ਮੰਤਰੀ ਇਹ ਕਰੂਗਾ, ਉਹਨੂੰ ਦੁਨੀਆ ਰਹਿੰਦੀ ਦੁਨੀਆ ਤੇ ਯਾਦ ਕਰਨਗੇ। ਜੇ ਤੁਸੀਂ ਦਬਾਓਗੇ, ਸਿੱਖ ਦਬਦੇ ਤਾਂ ਹੈ ਨਹੀਂ, ਅੱਜ ਤਾਈਂ ਦਬੇ ਨਹੀਂ, ਨਾ ਇਹ ਮੁਗਲਾਂ ਤੋਂ ਦਬੇ ਹੈ, ਨਾ ਇਹ ਅੰਗਰੇਜ਼ਾਂ ਤੋਂ ਦਬੇ ਹੈ, ਨਾ ਇਹ ਕਾਂਗਰਸ ਤੋਂ ਦਬੇ ਹੈ, ਨਾ ਇਹ ਥੋਥੋਂ ਦਬਣ। ਤੁਹਾਡੀ ਮਰਜ਼ੀ ਹੈ, ਜੇ ਪਿਆਰ ਕਰੋਗੇ ਤਾਂ ਤੁਹਾਨੂੰ ਕਈ ਗੁਣਾ ਪਿਆਰ ਕਰਨਗੇ, ਜੇ ਤੁਸੀਂ ਦਬਾਉਣ ਦੀ ਕੋਸ਼ਿਸ਼ ਕਰਨਗੇ ਦਬਦੇ ਤਾਂ ਹੈ ਨਹੀਂ, ਫਿਰ ਇੱਜ਼ਤ ਮਾਨ ਨਾਲ ਦੀ ਨਾਲ ਲੜਾਈ ਲੜਨਗੇ, ਗਾਂ ਵਾਹਿਗੁਰੂ ਤੇ ਛੱਡ ਦੇਣਗੇ ਸਾਰਾ ਕੁਝ ਜੋ ਹੋਣਾ। ਸੋ ਆਉਣ ਵਾਲਾ ਸਮਾਂ ਮੇਰੀ ਸਮਝ ਚ ਵਾਸੀ ਸਾਹਿਬ ਚੰਗਾ ਆਏਗਾ। ਹੁਣ ਤੁਹਾਨੂੰ ਮੈਂ 2-3 ਮਹੀਨਿਆਂ ਦੀ ਗੱਲ ਹੀ ਦੱਸ ਦਿੰਦਾ ਹੈ ਕਿ ਜਿਹੜੀਆਂ ਪਿੰਡਾਂ 'ਚ ਛੋਟੀਆਂ ਚੋਣਾਂ ਹੋ ਰਹੀਆਂ, ਸੁਸਾਇਟੀਆਂ ਦੀਆਂ, ਬੈਂਕਾਂ ਦੀਆਂ, ਲੈਂਡਮਾਰਕ ਦੇ ਬੈਂਕਾਂ ਦੀਆਂ, ਤਕਰੀਬਨ ਸਾਰੀਆਂ ਹੀ ਅਕਾਲੀ ਦਲ ਜਿੱਤ ਗਿਆ ਜਿੱਥੇ ਵੋਟਾਂ ਪਈਆਂ ਨੇ। ਸੋ ਇਸ ਕਰਕੇ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਵੀ ਯਾਰ ਠੱਗੇ ਗਏ, ਕੰਮ ਤਾਂ ਅਕਾਲੀ ਦਲ ਨੇ ਕੀਤਾ ਸੀ, ਅਕਾਲੀ ਦਲ ਤੋਂ ਕੰਮ ਕਰਾਉਣੇ ਬੜੇ ਸੌਖੇ ਸੀ, ਹੁਣ ਤਾਂ ਕੰਮ ਹੀ ਨਹੀਂ ਹੁੰਦੇ, ਕਿਹਨੂੰ ਫੜੀਏ ਕਿਹਨੂੰ ਭਾਲਗੇ। ਸੋ ਮੈਨੂੰ ਲੱਗਦਾ ਕਿ ਜੇ ਅਸੀਂ ਠੀਕ ਠਾਕ ਚੱਲੇ, ਜਿਹੜੀਆਂ ਆਪਣੀਆਂ ਪਿੱਛੇ ਕੋਈ ਗਲਤੀਆਂ ਹੋਈਆਂ ਨੂੰ ਠੀਕ ਕਰ ਲਿਆ, ਪਾਰਟੀ ਦੇ ਵਿੱਚ ਸਾਰਿਆਂ ਦੀ ਰਾਏ ਦੀ ਕਦਰ ਹੋਣ ਲੱਗ ਗਈ, ਤੇ ਮੈਨੂੰ ਨਹੀਂ ਲੱਗਦਾ ਕਿ 2024 ਚ ਚੰਗੇ ਰਿਜ਼ਲਟ ਅਕਾਲੀ ਦਲ ਨਾ ਦੇਵੇ। ਕੋਈ ਤੁਹਾਡੀ ਐਸੀ ਗਲਤੀ ਜਿਹੜੀ ਹੈ ਸਰਕਾਰ ਦੀ ਬਣਾਈ ਨੀਤੀ ਜਾਂ ਮੈਨੀਫੈਸਟੋ ਦੌਰਾਨ ਜਿਹੜੀ ਕਿ ਤੁਹਾਨੂੰ ਉਹਦੇ ਵਿੱਚ ਮੋਡੀਫਾਈ ਕਰਨਾ ਚਾਹੀਦਾ ਸੀਗਾ, ਜਾਂ ਫਿਰ ਕੋਈ ਐਸਾ ਐਲਾਨ ਕਰਨਾ ਚਾਹੀਦਾ ਸੀ ਜਿਹੜਾ ਕਿ ਹੁਣ ਦੁਬਾਰਾ ਤੁਸੀਂ ਨਹੀਂ ਰਿਪੀਟ ਕਰੋਗੇ? ਅਤੇ ਤੁਸੀਂ ਨਹੀਂ, ਕੋਈ ਉਹੋ ਜਿਹੀ ਗਲਤੀ ਨਹੀਂ ਵਾਸੀ ਸਾਹਿਬ ਜਿਹੜੀ ਹੈਗੀ। ਪਤਾ ਕੀ ਹੋਇਆ, ਥੋੜਾ ਜਿਹਾ ਜਿਹੜੀ ਮਗਰਲੀ ਸਰਕਾਰ ਆਈ ਸੀ, ਦੇਖੋ ਸੱਚ ਹੈ, ਕਹਿਣਾ ਚਾਹੀਦਾ, ਮੰਨਣਾ ਚਾਹੀਦਾ ਸਾਨੂੰ, ਜਿਹੜੀ ਮਗਰਲੀ ਸਰਕਾਰ ਸਾਡੀ 2012 ਤੋਂ 17 ਸੀ, ਕੰਮ ਉਹਦੇ 'ਚ ਰਿਕਾਰਡ ਤੋੜ ਹੋਏ ਨੇ, ਕੋਈ ਕੰਮ ਨਹੀਂ ਛੱਡਿਆ। ਖੇਤਾਂ 'ਚ ਲੋਕ ਜਿਹੜੇ ਬੈਠੇ ਸੀ ਉਹਨਾਂ ਨੂੰ ਵੀ ਪੱਕੀਆਂ ਸੜਕਾਂ ਨਾਲ ਜੋੜਤਾ, ਇੱਕ ਘਰ ਬੈਠਾ ਸੀ ਉਹਨੂੰ ਵੀ ਬਿਜਲੀ ਦੇਤੀ, ਟੂਬਵੈਲਾਂ ਦੇ ਕਨੈਕਸ਼ਨ ਆਏ ਵੰਡੇ, ਗੱਲ ਛੱਡ ਦਿਓ, ਕਿਸੇ ਨੂੰ ਰਹਿਣ ਹੀ ਨਹੀਂ ਦਿੱਤਾ। ਕੰਮਾਂ ਦੀ ਨਹੀਂ ਕੋਈ ਸ਼ਿਕਾਇਤ ਆਈ ਲੋਕਾਂ ਵੱਲੋਂ। ਥੋੜੀ ਜਿਹੀ ਜਿਹੜੀ ਆ ਗਈ, ਉਸ ਵੇਲੇ ਵਰਕਰਾਂ ਦੀ ਪੁੱਛਗਿੱਛ ਘਟ ਗਈ ਸੀ, ਜਿਹੜੇ ਮਗਰਲੇ 2 ਸਾਲ ਸੀ ਨਾ, ਉਦੋਂ ਵਰਕਰਾਂ ਦੀ ਪੁੱਛਗਿੱਛ ਘਟ ਗਈ ਸੀ, ਅਫਸਰਸ਼ਾਹੀ ਦਾ ਦਬਦਬਾ ਵੱਧ ਗਿਆ ਸੀ ਸਰਕਾਰ ਦੇ ਉੱਤੇ। ਮੈਨੂੰ ਲੱਗਦਾ ਉਹ ਸਭ ਤੋਂ ਵੱਡਾ ਨੁਕਸਾਨ ਦਾ ਸਾਡਾ ਕਾਰਨ ਉਹ ਬਣਿਆ। 1-2 ਜਿਹੜੀਆਂ ਘਟਨਾਵਾਂ ਹੋਈਆਂ ਪੰਜਾਬ ਦੇ ਵਿੱਚ, ਉਹਨਾਂ ਨੂੰ ਠੀਕ ਤਰ੍ਹਾਂ ਨਾਲ ਟੈਕਲ ਨਹੀਂ ਕੀਤਾ ਗਿਆ ਕਿਤੇ ਅਫਸਰਾਂ ਕਰਕੇ, ਠੀਕ ਤਰ੍ਹਾਂ ਨਾਲ ਤੁਸੀਂ ਹੈਂਡਲ ਨਹੀਂ ਕੀਤਾ ਗਿਆ। ਗਲਤੀ ਸਾਡੀ ਕੋਈ ਨਹੀਂ, ਪਰ ਹੈਂਡਲ ਦੇ ਵਿੱਚ ਕਿਤੇ ਨਾ ਕਿਤੇ ਗਲਤੀ ਹੋਈ, ਉਹਨੂੰ ਠੀਕ ਢੰਗ ਨਾਲ ਜੇ ਟੈਕਲ ਕਰ ਲਿਆ ਜਾਂਦਾ ਤੇ ਕੁਝ ਹੋਣਾ ਹੀ ਨਹੀਂ ਸੀ। ਸੋ ਹੋ ਗਿਆ ਹੁਣ ਵੇਲਾ, ਉਹਦੇ ਤੇ ਵਿਚਾਰ ਬੜੀ ਢੰਗਾਈ ਨਾਲ ਕੀਤਾ, ਅੱਗੇ ਨੂੰ ਬਿਲਕੁਲ ਕੋਸ਼ਿਸ਼ ਹੋਏਗੀ ਕਿ ਇਹੋ ਜਿਹੀਆਂ ਗੱਲਾਂ ਨਾ ਕੀਤੀਆਂ ਜਾਣ। ਵਰਕਰਾਂ ਦਾ ਇੱਜ਼ਤ ਮਾਣ ਬਹੁਤ ਜ਼ਰੂਰੀ ਹੁੰਦਾ, ਵਰਕਰਾਂ ਨੂੰ ਪਿਆਰ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਵਰਕਰਾਂ ਤਾਂ ਦਿਨੇ ਪਰ ਰਾਤ ਕੰਮ ਹੀ ਕਰਨਾ ਹੈ, ਪਾਰਟੀ ਦੀ ਖਾਤਰ ਲੜਨਾ ਮਰਨਾ। ਪ੍ਰਾਪਤੀਆਂ ਤਾਂ ਉਹਨਾਂ ਨੂੰ ਵਿਚਾਰਿਆਂ ਨੂੰ ਘੱਟ ਹੁੰਦੀਆਂ ਨੇ, ਉਹਨਾਂ ਤੇ ਇੱਜ਼ਤ ਮਾਣ ਚਾਹੀਦਾ। ਜੇ ਉਹਨਾਂ ਦਾ ਇੱਜ਼ਤ ਮਾਣ ਵੀ ਘੱਟ ਜਾਏ, ਫਿਰ ਵਰਕਰ ਮਜੂਸ ਹੋ ਜਾਂਦਾ, ਘਰੇ ਬਹਿ ਜਾਂਦਾ, ਜ਼ੋਰ ਨਹੀਂ ਲਾਉਂਦਾ, ਤੇ ਜੇ ਵਰਕਰ ਜ਼ੋਰ ਨਾ ਲਾਵੇ ਤਾਂ ਹਾਰ ਹੋ ਜਾਂਦੀ ਹੈ। ਸਾਡੇ ਨਾਲ ਇਹੀ ਹੋਇਆ। ਐਸੇ ਕਿੰਨੇ ਸਮਾਂ ਰਹੋਗੇ ਹੁਣ? ਉਹਨੂੰ ਦੁਬਾਰਾ ਇੱਕ ਵਾਰ ਮੁੜ ਕੇ ਨਾ ਲੈ ਕੇ ਆਓ, ਕਿਉਂਕਿ ਸਿਆਣੇ ਕਹਿੰਦੇ ਨੇ ਕਿ ਇਨਸਾਨ ਨੂੰ ਪਰਖਣਾ ਚਾਹੀਦਾ ਆ। ਜਦੋਂ ਬੰਦਾ ਇੱਕ ਵਾਰ ਪਰਖ ਲਿਆ, ਉਹਨੂੰ ਦੁਬਾਰਾ ਪਰਖਣ ਦੀ ਲੋੜ ਨਹੀਂ ਪੈਂਦੀ। ਸੋ ਪਰਖੇ ਹੋਏ ਬੰਦੇ ਨੂੰ ਦੁਬਾਰਾ ਨਾ ਪਰਖੋ। ਵੈਸੇ ਤਾਂ ਵਾਸੀ ਸਾਹਿਬ ਮੈਂ ਤੁਹਾਡੇ ਨਾਲ 100% ਸਹਿਮਤ ਹਾਂ।
ਮੈਂ ਤਾਂ ਕਿਉਂਕਿ ਇਸ ਜਗਮੀਤ ਬਰਾੜ ਦੀ ਜੇ ਗੱਲ ਕਰੀਏ, ਉਹ ਨਾ ਟਿਕਦਾ ਨਾ ਟਿਕਣ ਦਿੰਦਾ, ਨਵਜੋਤ ਸਿੱਧੂ ਨਾ ਟਿਕਦਾ ਹੈ, ਨਾ ਦੂਜੇ ਨੂੰ ਟਿਕਣ ਦਿੰਦਾ, ਜਿੱਥੇ ਜਾਂਦਾ ਖਲਾਰਾ ਪਾਉਂਦਾ। ਇਹ ਗੱਲ ਜਗਮੀਤ ਬਰਾੜ ਦੀ ਪੰਜਾਬ 'ਚ 5-6 ਬੰਦੇ ਆ, ਹਾਂਜੀ। 5-6 ਬੰਦੇ ਆ ਪੰਜਾਬ 'ਚ। ਇਹ ਰਾਮੂ ਵਾਲੀਆ ਸਾਹਿਬ ਹੈ, ਜਗਮੀਤ ਬਰਾੜ ਹੈ, ਵੀਰ ਦਵਿੰਦਰ ਜੀ ਹੈ, ਜੀ। ਖਹਿਰਾ ਸਾਹਿਬ ਹੈ, ਇਹ ਹੈਗੇ 5-6 ਬੰਦੇ, ਸਿੱਧੂ ਸਾਹਿਬ ਹੈ। ਚਲੋ ਕੋਈ ਨਹੀਂ, ਮੈਂ ਉਹਨਾਂ ਦੇ ਵਿੱਚ ਨਹੀਂ ਕਿਸੇ ਦੀ ਗੱਲ ਦੇ ਵਿੱਚ ਜਾਂਦਾ। ਸੋ ਮੈਂ ਇੱਕ ਗੱਲ ਜ਼ਰੂਰ ਅਸੀਂ ਪਾਰਟੀ ਦੇ ਵਿੱਚ ਫੈਸਲਾ ਕੀਤਾ ਕਿ ਹੁਣ ਐ ਬੰਦੇ ਦੂਜੀਆਂ ਪਾਰਟੀਆਂ ਦੇ ਅਸੀਂ ਲੈਣੇ ਹੀ ਨਹੀਂ। ਸਾਡੀ ਪਾਰਟੀ ਦੇ ਵਿੱਚ ਹੀ ਇੰਨੇ ਚੰਗੇ ਬੰਦੇ ਹੈਗੇ ਜੀ, ਇੱਕ ਹਲਕੇ ਦੇ ਵਿੱਚ ਇੱਕ ਬੰਦਾ ਨਹੀਂ ਚੰਗਾ ਤੇ ਉੱਥੇ ਹੋਰ ਕੱਢ ਲਓ। ਬੰਦਿਆਂ ਦਾ ਕੋਈ ਤੋੜਾ ਨਹੀਂ ਪੰਜਾਬ ਦੇ ਵਿੱਚ, ਨਾ ਵਰਕਰਾਂ ਦਾ ਤੋੜਾ ਹੈ ਨਾ ਬੰਦਿਆਂ ਦਾ ਤੋੜਾ ਹੈ। ਸਗਾ ਆਪਣੇ ਬੰਦਿਆਂ ਨੂੰ ਤਕੜੇ ਕਰੋ, ਆਪਣੇ ਬੰਦੇ ਜਿਨ੍ਹਾਂ ਨੇ ਪਾਰਟੀ 'ਚ ਕੰਮ ਕੀਤਾ ਉਹਨਾਂ ਨੂੰ ਤਕੜੇ ਕਰੋ। ਬਾਹਰੋਂ ਆਇਆਂ ਨੂੰ ਮਲਾਈ ਖਾਂਦੇ ਆ ਫਿਰ ਭੱਜ ਜਾਂਦੇ ਆ, ਮਲਾਈ ਖਾਂਦੇ ਆ ਫਿਰ ਭੱਜ ਜਾਂਦੇ ਆ। ਸੋ ਬਿਲਕੁਲ ਇਹ ਗਲਤੀਆਂ ਹੋਈਆਂ, ਜਿਹੜੇ ਅੰਨ੍ਹੇਵਾਹ ਬੰਦੇ ਬਾੜੇ ਉਹਦਾ ਵੀ ਨੁਕਸਾਨ ਸਾਨੂੰ ਹੋਇਆ। ਸੋ ਸਾਡਾ ਇਹ ਸਨੇਹਾ ਮੇਰਾ ਨਹੀਂ ਹੈ, ਇਹ ਸਾਡੇ ਕੈਨੇਡਾ ਵਾਸਤੇ ਸਾਰੀ ਕੌਮ ਦਾ ਹੀ ਸਨੇਹਾ ਹੈ, ਹਾਂਜੀ, ਸਾਰੀ ਇਹ ਕੌਮ ਦਾ ਹੀ ਸਨੇਹਾ ਸਨੇਹਾ ਹੈ। ਤੁਸੀਂ ਨਾਲ ਲੈ ਕੇ ਜਾਣਾ। ਜ਼ਰੂਰ। ਔਰ ਸਨੇਹਾ ਮੈਂ ਤੁਹਾਨੂੰ ਵਰਬਲੀ ਦੇ ਰਿਹਾ, ਨਾ ਕਿ ਰਾਈਟਿੰਗ ਵਿੱਚ ਦੇ ਰਿਹਾ, ਕਿਉਂਕਿ ਰਾਈਟਿੰਗ ਵਿੱਚ ਦੇ ਨਹੀਂ ਸਕਦਾ, ਕਿਉਂਕਿ ਮੈਂ ਮੈਂਬਰਸ਼ਿਪ ਨਹੀਂ ਮੇਰੀ ਤੁਹਾਡੀ ਪਾਰਟੀ ਨਾਲ ਸੁਝਾਅ ਹੈ। ਸੋ ਅਸੀਂ ਆਸ ਕਰਦੇ, ਮੈਂ ਤੇ ਗੁਰਪ੍ਰੀਤ ਜੀ, ਆਉਣ ਵਾਲਾ ਸਮਾਂ ਤੁਹਾਡੇ ਲਈ ਮੁਬਾਰਕਾਂ ਦਾ। ਵਾਸੀ ਸਾਹਿਬ, ਤੁਹਾਡੇ ਬੜੇ ਚੰਗੇ ਸੁਝਾਅ ਹੁੰਦੇ ਆ, ਜਿਹਦੇ ਨਾਲ ਪਾਰਟੀ ਨੂੰ ਵੀ ਫਾਇਦਾ ਹੁੰਦਾ, ਸੂਬੇ ਨੂੰ ਵੀ ਫਾਇਦਾ ਹੁੰਦਾ, ਲੋਕਾਂ ਨੂੰ ਵੀ ਫਾਇਦਾ ਹੁੰਦਾ। ਟਰੂ ਐਂਡ ਫੈਕਟ ਹੈ ਤੁਹਾਡੀ ਗੱਲ। ਮੈਂ ਹੁਣ ਵੀ ਕਹਿੰਦਾ, ਜਿਸ ਦਿਨ ਐਲਾਨ ਕੀਤਾ ਸੀ ਕਿ ਪੰਜਾਬ ਦੇ ਵਿੱਚ ਆਪਣੇ ਨੇ ਕੇਜਰੀਵਾਲ ਨੇ ਕਿ ਸਾਡਾ ਨੈਕਸਟ ਜਿਹੜਾ ਆਪਣੇ ਮੁੱਖ ਮੰਤਰੀ ਹੋਊਗਾ, ਮੁੱਖ ਮੰਤਰੀ ਚਿਹਰਾ ਹੋਊਗਾ, ਭਗਵੰਤ ਮਾਨ ਹੋਊਗਾ, ਤਾਂ ਮੈਂ ਉਸ ਵਿੱਚ ਸਟੇਟਮੈਂਟ ਦਿੱਤੀ ਸੀ ਕਿ ਇਹ ਬੇਦਾਗ ਸ਼ਖਸੀਅਤ ਨੇ। ਔਰ ਉਹਨਾਂ ਦਾ ਸੱਚਮੁੱਚ ਉਹਦੀ ਬਾਡੀ ਲੈਂਗੁਏਜ ਭਗਵੰਤ ਮਾਨ ਦੀ ਕਹਿ ਰਹੀ ਕਿ ਮੈਂ ਕੰਮ ਕਰਾਂ, ਪਰ ਮੈਨੂੰ ਨਹੀਂ ਲੱਗਦਾ ਕਿ ਜਿਹੜੇ ਨਾਲ ਦੇ ਉਹਦੇ 92 ਬੰਦੇ ਉਹਨਾਂ ਦਾ ਸਾਥ ਦੇਣਗੇ, ਕਿਉਂਕਿ ਉਹ ਹੁਣ ਤੋਂ ਹੀ ਦੇਖਿਆ ਜਾਵੇ ਕਿ ਉਹ ਆਪਣੀ ਜਿਹੜੀ ਆ ਉਹਨਾਂ ਦੀ ਤਿਰਛੀ ਨਜ਼ਰ ਆ, ਉਹ ਹੁਣ ਰਾਮ ਗਧੌਲੇ ਵਿੱਚ ਜਿਹੜੀ ਫਸ ਗਈ ਹੈ। ਤੇ ਬਹੁਤ ਸਾਰੇ ਕੁਝ ਲੋਕ ਐਸੇ ਸਾਨੂੰ ਸ਼ਿਕਾਇਤਾਂ ਮਿਲੀਆਂ ਨੇ ਜਿਹੜੀਆਂ ਕਿ ਹੁਣ ਮੈਂ ਰੇਡੀਓ ਤੇ ਟੈਲੀਵਿਜ਼ਨ ਤੇ ਕਹਿ ਨਹੀਂ ਸਕਦਾ, ਕਹਿਣ ਨੂੰ ਤਿਆਰ ਵੀ ਆ। ਇਹ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਤੋਂ ਹੀ ਛਪਣਗੀਆਂ, ਫਿਰ ਅਸੀਂ ਉਸ ਨੂੰ ਉਹਦੀ ਪੁਸ਼ਟੀ ਕਰਾਂਗੇ, ਕਿਉਂਕਿ ਭਗਵੰਤ ਮਾਨ 92 ਬੰਦਿਆਂ ਨੂੰ ਕੰਟਰੋਲ ਕਰਨਾ ਇਜ਼ ਨਾਟ ਈਜ਼ੀ, ਭਾਵੇਂ ਕਿ ਕੁਝ ਵੀ ਕਰਨ। ਪਰ ਅਸੀਂ ਆਸ ਕਰਦੇ ਹਾਂ, ਅਰਦਾਸ ਕਰਦੇ ਹਾਂ, ਭਗਵੰਤ ਮਾਨ ਜੀ ਤੁਹਾਡੀ ਲੰਬੀ ਉਮਰ ਹੋਵੇ ਅਤੇ ਤੁਹਾਡੇ ਜਿਹੜੇ ਸਾਥੀ 92 ਆ ਥੋੜ੍ਹਾ ਜਿਹਾ ਨੂੰ ਕੰਟਰੋਲ 'ਚ ਰੱਖਣਾ, ਕਿਤੇ ਇਹ ਨਾ ਹੋਵੇ ਡਾਵਾਂ ਡੋਲ ਜਿਹੜੀ ਆ ਉਸ ਸਿਚੁਏਸ਼ਨ ਪੈਦਾ ਕਰ ਦੇਣ ਕਿ ਕੰਮ ਜਿਹੜਾ ਆ ਉਹ ਗੜਬੜ ਵਾਲਾ ਇਹ ਪੈਦਾ ਕਰਨ। ਕਿਉਂਕਿ ਜੇ ਕੰਮ ਖਰਾਬ ਹੋਣਾ ਤਾਂ ਇਹਨਾਂ ਤੋਂ ਹੀ ਹੋਣਾ, ਕਿਉਂਕਿ 92 ਬੰਦਿਆਂ ਨੂੰ ਕੰਟਰੋਲ ਕਰਨਾ ਬਹੁਤ ਮੁਸ਼ਕਲ ਹੈ। ਔਰ ਜਿੰਨਾ ਹਾਂਜੀ ਤੁਸੀਂ ਕੰਮ ਕਰਦੇ ਹੋ, ਬੜੀ ਮਿਹਨਤ ਕਰਦੇ ਹੋ, ਨੋ ਡਾਊਟ। ਸੋ ਪੰਜਾਬ ਨੂੰ, ਪੰਜਾਬੀਆਂ ਨੂੰ ਹਮੇਸ਼ਾ ਹੀ ਮਾਣ ਹੁੰਦਾ ਹਰ ਪਾਰਟੀ ਤੇ। ਔਰ ਮਲੂਕਾ ਸਾਹਿਬ ਵੀ ਤੁਹਾਡੇ ਤੇ ਮਾਣ ਕਰਦੇ ਨੇ ਕਿ ਤੁਸੀਂ, ਤੁਹਾਡੀ ਚੰਗੀ ਸੋਚ ਹੈ, ਅਸੀਂ ਵੀ ਕਹਿ ਰਹੇ ਚੰਗੀ ਸੋਚ ਹੈ, ਨੋ ਡਾਊਟ। ਬਟ ਜਿਹੜੇ ਨਾਲ ਦੇ ਬੰਦੇ ਨੇ, ਔਰ ਜਿਵੇਂ ਤੁਹਾਡੇ ਕੁਝ ਐਸੇ ਮਿਨਿਸਟਰਸ ਨੇ ਔਰ ਜਿਨ੍ਹਾਂ ਦੀ ਲੈਂਗੁਏਜ ਦੀ ਕਮਾਂਡ ਨਹੀਂ ਗਈ ਹੈ, ਔਰ ਜਿਹੜੇ ਕਿ ਪ੍ਰੋਪਰ ਕੰਮ ਨਹੀਂ ਕਰ ਰਹੇ, ਅਤੇ ਕੁਝ ਐਮਐਲਏ ਇਹੋ ਜਿਹੇ ਨੇ, ਨਲਾਇਕ ਨੇ, ਨਿਕੰਮੇ ਨੇ, ਉਹਨਾਂ ਦੇ ਵਿੱਚ ਜ਼ਰੂਰ ਤੁਸੀਂ ਸੁਧਾਰ ਲੈ, ਕਿਉਂਕਿ ਇਲੈਕਟਡ ਨੇ। ਔਰ ਉਹਨਾਂ ਨੂੰ ਪਾਰਟੀ ਚੋਂ ਅਸੀਂ ਕਹਿੰਦੇ ਬਾਹਰ ਕੱਢੋ, ਅਸੀਂ ਕਹਿੰਦੇ ਕਿ ਉਹਨਾਂ ਨੂੰ ਥੋੜੀ ਜਿਹੀ ਟ੍ਰੇਨਿੰਗ ਦਿਓ ਔਰ ਉਹਨਾਂ ਨੂੰ ਕੁਝ ਸਿਖਾ ਲਓ ਕਿ ਕਿਵੇਂ ਕਿਸ ਤਰ੍ਹਾਂ ਪਬਲਿਕ ਨਾਲ ਡੀਲ ਕਰਨੀ ਹੈ, ਕਿਵੇਂ ਕਿਸ ਤਰ੍ਹਾਂ ਮੀਡੀਆ ਦੇ ਨਾਲ ਉਹਨਾਂ ਨੇ ਬਿਹੇਵ ਕਰਨਾ ਆ। ਔਰ ਭਗਵੰਤ ਮਾਨ ਜੀ, ਅਸੀਂ ਤੁਹਾਨੂੰ ਕਹਿ ਸਕਦੇ ਕਿਉਂਕਿ ਤੁਸੀਂ ਮੁੱਖ ਮੰਤਰੀ ਹੋ, ਤੁਸੀਂ ਇਹਨਾਂ ਦੇ ਲੀਡਰ ਹੋ, ਤੁਸੀਂ ਪਾਰਟੀ ਦੇ ਮੇਨ ਹੋ। ਔਰ ਸਾਡਾ ਫਰਜ਼ ਬਣਦਾ, ਕਿਉਂਕਿ ਅਸੀਂ ਪੰਜਾਬ ਤੋਂ ਗਏ ਹੋਏ ਹਾਂ, ਭਾਵੇਂ ਅਸੀਂ ਵੋਟਰ ਨਹੀਂ ਹੈ, ਭਾਵੇਂ ਅਸੀਂ ਸਪੋਰਟਰ ਨਹੀਂ ਹੈ, ਔਰ ਅਸੀਂ ਰਿਪੋਰਟਰ ਜ਼ਰੂਰ ਹੈਗੇ ਹਾਂ। ਸਾਨੂੰ ਦੇਸ਼ ਦੇ ਵਿੱਚ ਜੋ ਵੀ ਵਿਅਕਤੀ ਬਣਦਾ ਹੈ, ਸਾਡਾ ਫਰਜ਼ ਬਣਦਾ ਉਹ ਸਤਿਕਾਰ ਕਰਨਾ, ਸਿਰਫ ਸਤਿਕਾਰ ਕਰਦੇ ਹਾਂ। ਬੜੀ ਮਿਹਰਬਾਨੀ ਮਲੂਕਾ ਸਾਹਿਬ, ਤੁਹਾਡੀ ਸਪੀਚ ਪੇਸ਼ ਕਰਦੇ ਮੈਂ ਤੇ